ਉਸ ਵਕਤ ਐਂ ਲੱਗਦਾ ਸੀਗਾ ਵੀ ਜਿਵੇਂ ਲੋਕ ਸਾਹ 'ਚ ਸਾਹ ਲੈਂਦੇ ਹੁੰਦੇ ਆ। ਜਦੋਂ ਉਹ ਗਏ ਹੈ, ਇੱਕ ਜ਼ਖਮ ਜਿਹਾ ਦਿਲ ਦੇ ਉੱਤੇ ਆ, ਬਹੁਤ ਡੂੰਘਾ ਜਿਹਾ ਕਾਹੋ ਜਿਹਾ ਲੱਗਿਆ ਵੀ ਸਾਡੇ ਪਿੰਡ ਦੇ ਲੋਕ ਉਹਨਾਂ ਗੱਡਿਆਂ ਨੂੰ ਆਪ ਛੱਡ ਕੇ ਵਾਪਸ ਆਏ ਹੈ ਕਿ ਕੋਈ ਬੰਦਾ ਜਿਹੜਾ ਉਹਦਾ ਨੁਕਸਾਨ ਨਾ ਹੋ ਜਾਵੇ। ਦੁਬਾਰਾ ਕਦੀ ਰਾਬਤਾ ਨਹੀਂ ਹੋਇਆ ਤੁਹਾਡਾ ਕਿਸੇ ਨਾਲ ਵੀ, ਆਪਣੇ ਦੋ ਦੋਸਤਾਂ ਤੋਂ ਇਲਾਵਾ ਵੀ ਕਿਸੇ ਨਾਲ? ਅਸੀਂ ਵੀ, ਭਾਵੇਂ ਅਸੀਂ ਹਿੰਦੂ ਹੀ ਸੀ, ਅਸੀਂ ਵੀ ਮਸਜਿਦ ਜਾ ਵੜਦੇ ਸੀ ਉਹਨਾਂ ਦੇ ਨਾਲ, ਸਾਡੇ ਦੋਸਤਾਂ ਨਾਲ ਸੁਣਸੀ। ਉਹ ਸਾਡੇ ਨਾਲ ਗੁਰਦੁਆਰਾ ਜਾ ਵੜਦੇ। ਉਹ ਕੋਈ ਵਿਤਕਰਾ ਨਹੀਂ ਸੀ ਸਮਝਦੀਆਂ ਵੀ ਮੁਸਲਮਾਨਾਂ ਦਾ ਮੁੰਡਾ ਅਤੇ ਪੰਡਤਾਂ ਦਾ ਮੁੰਡਾ। ਅਸੀਂ ਪੁੱਛਿਆ ਵੀ ਤੁਸੀਂ ਰੋਂਦੇ ਕਿਉਂ? ਇੱਥੇ ਜਦੋਂ ਸਮਾਨ ਲਾਦੇ ਸੀ, ਤੁਸੀਂ ਰੋ ਕਿਉਂ ਰਹੇ ਹੋ? ਵੀ ਜ਼ਿਆਦਾ ਤੁਸੀਂ ਕਿਤੇ ਰਹੇ ਹੋ, ਲੇਕਿਨ ਰੋਂਦੇ ਕਿਉਂ? ਇਹ ਗੱਲ ਦਾ ਸਮਝ ਨਾ ਆਵੇ। ਜੇ ਤੁਸੀਂ ਜਾਂਦੇ ਹੋ ਤਾਂ ਤੁਸੀਂ ਆਉਣਾ ਹੀ ਮੁੜ ਕੇ ਆਪਦੇ ਘਰੇ। ਇਸ ਤਰ੍ਹਾਂ ਦੀਆਂ ਗੱਲਾਂ ਹੀ ਆਉਂਦੀਆਂ। ਉਹ ਕਹਿੰਦੇ ਨਹੀਂ, ਅਸੀਂ ਵਾਪਸ ਵੀ ਨਹੀਂ ਆਉਣਾ, ਅਸੀਂ ਪਾਕਿਸਤਾਨ 'ਚ ਜਾ ਰਹੇ ਹਾਂ। ਵੀਰ ਜੀ ਕਹਿੰਦੇ ਸੀ ਵੀ ਉਹਨਾਂ ਨੂੰ ਪੁੱਛਿਓ ਕਿ ਉਸ ਵਕਤ ਕੀ ਪੜ੍ਹਾਇਆ ਜਾਂਦਾ ਸੀ ਉਹਨਾਂ ਨੂੰ ਸਕੂਲਾਂ 'ਚ। ਤੁਹਾਨੂੰ ਵੀ ਕੋਈ ਮਜ਼ਹਬ ਦੀ ਪੜ੍ਹਾਈ ਜਾਂਦੀ ਸੀ, ਜਾਂ ਵੀ ਤੁਸੀਂ ਫਲਾਣੇ ਧਰਮ ਦੇ ਹੋ, ਤੁਸੀਂ ਇਹੀ ਪੜ੍ਹੋਗੇ ਜਾਂ ਇਸ ਜਗ੍ਹਾ 'ਤੇ ਜਾਓਗੇ? ਬਿਲਕੁਲ। ਜੇ ਕੋਈ ਕਹਿੰਦਾ ਤਾਂ ਗਲਤ ਕਹਿੰਦਾ। ਕੋਈ ਲੱਗ ਨਹੀਂ ਸੀ ਰਿਹਾ ਵੀ ਕਿਹੜੀ ਚੀਜ਼ ਨਾਲ ਇਹ ਭਰੇ ਜਾ ਸਕਦੇ ਜ਼ਖਮ, ਪਰ ਰਹਿ ਰੜਕ ਉਸ ਉਮਰ ਦੀਆਂ ਸ਼ਕਲਾਂ, ਖੇਡਦਿਆਂ ਦੀਆਂ, ਖਾਂਦਿਆਂ ਪੀਂਦਿਆਂ ਦੀਆਂ, ਦੌੜਾਂ ਲਾਉਂਦਿਆਂ ਦੀਆਂ, ਪੜ੍ਹਦਿਆਂ ਦੀਆਂ, ਸਾਰਾ ਕੁਝ ਯਾਦ। ਕਿ ਪੰਜਾਂ ਨਨਕਾਣਾ ਛੱਡ ਦੇ ਲਾਹੌਰ ਵੇ, ਖਾਲਸੇ ਦਾ ਗਿਆ ਹੈ ਬਦਲ ਤੌਰ ਵੇ, ਤੂੰ ਪਹਿਲਾ ਪਾਸਾ ਰੋਕ ਲੈ ਚਨਾਹ ਦਾ, ਹੋ ਜੇ ਤੇਰਾ ਬੇੜਾ ਗਰਕ ਜਿਨਾਹ ਦਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਖਾਸ ਮੁਲਾਕਾਤ 'ਚ ਬਹੁਤ-ਬਹੁਤ ਸਵਾਗਤ ਹੈ। ਕੁਝ ਕੁ ਦਿਨ ਪਹਿਲਾਂ ਫਿਲਮ ਅਦਾਕਾਰ ਅੰਬਰਦੀਪ ਹੁਣਾਂ ਨੇ ਇੱਕ ਪੋਸਟ ਲਿਖੀ ਸੀ, ਜਿਹਦੇ 'ਚ ਉਹ ਆਪਣੀ ਆਉਣ ਵਾਲੀ ਫਿਲਮ ਲੌਂਗ ਲਾਚੀ 2 ਦਾ ਇੱਕ ਡਾਇਲੌਗ ਲਿਖਦੇ ਨੇ। ਡਾਇਲੌਗ ਸੀ ਕਿ ਜੇਕਰ ਇੱਕ ਸਰਕਾਰੀ ਹੁਕਮ 'ਤੇ ਤੁਹਾਨੂੰ ਆਪਣੀ ਜ਼ਮੀਨ ਜਾਇਦਾਦ ਵਰਿਆਂ ਤੋਂ ਉਸ ਧਰਤੀ ਜਿਹਦੇ ਨਾਲ ਤੁਹਾਡਾ ਮੋਹ ਆ ਉਹਨੂੰ ਛੱਡਣਾ ਪੈ ਜਾਵੇ ਤਾਂ ਉਹਨੂੰ ਆਜ਼ਾਦੀ ਨਹੀਂ ਕਹਿੰਦੇ, ਉਹਨੂੰ ਗੁਲਾਮੀ ਕਹਿੰਦੇ ਨੇ। ਉਸ ਆਜ਼ਾਦੀ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਪੰਜਾਬ ਦੇ 35 ਜ਼ਿਲ੍ਹੇ ਪਾਕਿਸਤਾਨ 'ਚ ਚਲੇ ਗਏ, 10 ਲੱਖ ਲੋਕਾਂ ਦਾ ਕਤਲ ਹੋਇਆ, ਬਹੁਤ ਸਾਰੀਆਂ ਔਰਤਾਂ ਦੀ ਬੇਪੱਤੀ ਹੋਈ, ਬਲਾਤਕਾਰ ਹੋਏ। ਉਸੇ ਆਜ਼ਾਦੀ ਦੀ ਮੁਲਾਕਾਤ ਮੈਂ ਅੱਜ ਤੁਹਾਡੇ ਨਾਲ ਕਰਵਾਉਣ ਜਾ ਰਹੀ ਹਾਂ, ਪਰ ਇਹ ਮੁਲਾਕਾਤ ਹੋਏਗੀ ਅਮਰਨਾਥ ਅਰਸ਼ੀ ਜੀ ਦੇ ਜ਼ਰੀਏ, ਜਿਹੜੇ ਕਿ ਮੂਲ ਰੂਪ 'ਚ ਅਧਿਆਪਕ ਰਹੇ ਨੇ, ਪਰ ਉਸ ਤੋਂ ਵੀ ਜ਼ਿਆਦਾ ਉਹਨਾਂ ਦੀ ਮਕਬੂਲੀਅਤ ਉਹਨਾਂ ਦੀਆਂ ਕਵਿਤਾਵਾਂ ਅਤੇ ਉਹਨਾਂ ਦੀਆਂ ਗਜ਼ਲਾਂ ਕਰਕੇ ਹੈ। ਫਰੀਦਕੋਟ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਬਰਗਾੜੀ ਨਾਲ ਉਹ ਸੰਬੰਧ ਰੱਖਦੇ ਨੇ। 2015 'ਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸ ਸਮੇਂ ਇਹ ਪਿੰਡ ਪੂਰੇ ਮੁਲਕ ਦੀਆਂ ਸੁਰਖੀਆਂ 'ਚ ਆਇਆ ਸੀ। ਉਸ ਤੋਂ ਬਾਅਦ ਇਸ ਪਿੰਡ ਬਾਰੇ ਜਦੋਂ ਮੈਂ ਪੜ੍ਹਨਾ ਚਾਹਿਆ ਤਾਂ ਭੁਪਿੰਦਰ ਸਿੰਘ ਬਰਗਾੜੀ ਹੁਣਾਂ ਦੀ ਲਿਖੀ ਇੱਕ ਪੋਸਟ ਹੈ, ਜਿਹਦੇ 'ਚ ਇਸ ਪਿੰਡ ਬਾਰੇ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਉਹ ਲਿਖਦੇ ਨੇ ਕਿ ਸੰਨ 1925 'ਚ ਜੈਤੋ ਦੇ ਮੋਰਚੇ ਦੇ ਦੌਰਾਨ ਇਸ ਪਿੰਡ ਦੇ ਬਜ਼ੁਰਗ ਨੇ ਜਿਹੜੇ ਸਿੰਘਾਂ ਨੂੰ ਪ੍ਰਸ਼ਾਦੇ ਛਕਾਉਂਦੇ ਰਹੇ ਨੇ। ਇਸ ਪਿੰਡ ਦੀ ਧਾਰਮਿਕ ਸਾਂਝ ਜਾਂ ਇਸ ਪਿੰਡ ਦੇ ਆਪਸ ਵਿੱਚ ਲੋਕਾਂ ਦੀ ਸਾਂਝ ਹੈ ਜਿਹੜੀ, ਉਹ ਇਸ ਕਦਰ ਹੈ ਕਿ ਜਦੋਂ ਸੰਨ 1947 ਦਾ ਬਟਵਾਰਾ ਹੋਇਆ ਤਾਂ ਇਸ ਪਿੰਡ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਉਹਨਾਂ ਦੇ ਟਿਕਾਣਿਆਂ 'ਤੇ ਪਹੁੰਚਾਉਣ 'ਚ ਮਦਦ ਕਰਦੇ ਰਹੇ ਨੇ। ਇੱਥੋਂ ਪੂਰੇ ਦਿਲ ਅਤੇ ਮੋਹ ਨਾਲ ਉਹਨਾਂ ਨੇ ਉਹਨਾਂ ਨੂੰ ਤੋਰਿਆ, ਪਰ ਉਮੀਦ ਵੀ ਸੀ ਕਿ ਉਹ ਲੋਕ ਵਾਪਸ ਆਉਣਗੇ। ਉਸ ਵਕਤ ਅਮਰਨਾਥ ਅਰਸ਼ੀ ਜੀ 11 ਵਰ੍ਹਿਆਂ ਦੇ ਸੀ। ਉਹਨਾਂ ਦੇ ਚੇਤਿਆਂ ਵਿੱਚ ਉਸ ਸਮੇਂ ਦੀਆਂ ਸਾਰੀਆਂ ਯਾਦਾਂ ਵੱਸਦੀਆਂ ਨੇ, ਕਿਉਂਕਿ ਉਸ ਸਮੇਂ ਉਹਨਾਂ ਨੇ ਆਪਣੇ ਬਹੁਤ ਹੀ ਦੋ ਖਾਸ ਦੋਸਤ ਜਿਹੜੇ ਉਹਨਾਂ ਤੋਂ ਵਿਛੜੇ, ਉਹਨਾਂ ਨਾਲ ਜੋ ਉਹਨਾਂ ਨੇ ਰਿਸ਼ਤਾ ਮਹਿਸੂਸ ਕੀਤਾ, ਉਸ ਚੀਜ਼ ਨੇ ਉਹਨਾਂ ਦੇ ਮਨ 'ਤੇ ਇਸ ਤਰੀਕੇ ਦਾ ਅਸਰ ਕੀਤਾ ਕਿ ਭਾਵੁਕ ਤੌਰ 'ਤੇ ਉਹ ਕਵਿਤਾਵਾਂ ਅਤੇ ਗਜ਼ਲਾਂ ਲਿਖਣ ਲੱਗ ਗਏ। ਉਹਨਾਂ ਦੀ ਇੱਕ ਬੇਹੱਦ ਮਕਬੂਲ ਗਜ਼ਲ ਹੈ ਜਿਹਦੇ 'ਚ ਉਹ ਜਨਾਹ ਨੂੰ ਲਾਨਤ ਪਾ ਰਹੇ ਨੇ। ਉਹ ਗਜ਼ਲ ਵੀ ਆਪਾਂ ਉਹਨਾਂ ਤੋਂ ਸੁਣਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਅਮਰਨਾਥ ਅਰਸ਼ੀ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਗਰਮੀ ਦੇ ਵਿੱਚ ਇੱਥੇ ਆਏ ਹੋ। ਹਾਂਜੀ। ਔਰ ਨਾ ਚੀਜ਼ ਨੂੰ ਜ਼ਿਆਦਾ ਹੀ ਥੋੜ੍ਹਾ ਜਿਹਾ ਦੇ ਰਹੇ ਹੋ, ਤਾਂ ਤੁਹਾਡੀ ਬੜੀ ਮਿਹਰਬਾਨੀ। ਮੈਨੂੰ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ, ਕਿਉਂਕਿ ਜਦੋਂ ਆਪਾਂ ਕਮਰੇ 'ਚ ਬੈਠੇ ਸੀ, ਤੁਸੀਂ ਮੈਨੂੰ ਗੱਲਾਂ ਸੁਣਾ ਰਹੇ ਸੀ, ਤਾਂ ਮੈਨੂੰ ਬਿਲਕੁਲ ਯਾਦ ਆਇਆ ਕਿ ਅੱਜ ਤੋਂ 15 ਕੁ ਵਰ੍ਹੇ ਪਹਿਲਾਂ ਮੈਂ ਬਿਲਕੁਲ ਇਹੋ ਜਿਹੀਆਂ ਗੱਲਾਂ ਆਪਣੇ ਬਜ਼ੁਰਗਾਂ ਤੋਂ ਸੁਣਦੀ ਹੁੰਦੀ ਸੀ। ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਪਾਕਿਸਤਾਨ ਤੋਂ ਆਏ ਸੀ ਤਾਂ ਇੰਨੀਆਂ ਜਾਇਦਾਦਾਂ ਵਾਲੇ ਸੀ, ਅਤੇ ਇੱਧਰ ਆ ਕੇ ਅਸੀਂ ਕਨਾਲਾਂ ਵਾਲੇ ਹੋ ਗਏ, ਹੈ ਨਾ।
ਤੇ ਤੁਸੀਂ ਉਸ ਵਕਤ ਨੂੰ ਬਿਲਕੁਲ ਆਪਣੇ ਨੇੜਿਓਂ ਦੇਖਿਆ, ਇਸ ਲਈ ਅਸੀਂ ਖਿੱਚੇ ਆਏ ਹਾਂ ਤੁਹਾਡੇ ਵੱਲ ਗੱਲਬਾਤ ਕਰਨ ਲਈ। ਮਿਹਰਬਾਨੀ। ਪਰ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਉਮਰ 'ਚ, ਉਮਰ ਦੇ ਇਸ ਪੜਾਅ 'ਤੇ ਤੁਸੀਂ ਆਪਣੀ ਪੂਰੀ ਜ਼ਿੰਦਗੀ ਵੱਲ ਜਦੋਂ ਝਾਤ ਮਾਰਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ? ਰਾਈਟਸ ਬਾਰੇ ਨਹੀਂ, ਆਪਣੀ ਜ਼ਿੰਦਗੀ ਜਜ਼ਬੇ ਬਾਰੇ ਸੀ। ਸੰਤੁਸ਼ਟੀ ਹੈ ਵੈਸੇ ਤੁਹਾਨੂੰ? ਤੇ ਹਾਂ, ਮੈਨੂੰ ਸੰਤੁਸ਼ਟੀ ਹੈ। ਮੇਰੇ ਬੱਚੇ ਸੈੱਟ, ਵੈਸੇ ਸਾਡਾ ਸਾਰਾ ਪਰਿਵਾਰ ਸੈੱਟ ਹੈ। ਅਸੀਂ ਚਾਰ ਭਰਾਵਾਂ ਦੀ ਔਲਾਦ ਜਿਹੜੀ ਹੈਗੀ ਹੈ, ਚਾਹੇ ਉਹ ਪੋਤੇ ਹੈ, ਦੋਤੇ ਹੈ, ਬੇਟੇ ਹੈ, ਬੇਟੀਆਂ ਹੈ, ਸਾਰੇ ਸੈੱਟ ਫੈਮਿਲੀ ਹੈ, ਵੈਲ ਸੈਟਲਡ ਫੈਮਿਲੀ ਜਿਹਨੂੰ ਕਹਿੰਦੇ ਆ, ਉਹ ਹੈ। ਮੈਂ ਸੈਟਿਸਫਾਈਡ ਹਾਂ ਕਿਉਂਕਿ ਮੇਰਾ ਬੇਟਾ ਰਿਟਾਇਰ ਹੋ ਚੁੱਕਾ ਹੈ। ਮੇਰਾ ਪੋਤਰਾ ਜਿਹੜਾ ਹੈਗਾ ਉਹ 22.5 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੀ ਆਪਣਾ ਕਲਾਸ 1 ਆਫਿਸਰ ਜਿਹੜਾ ਸੀ ਉਹ ਭਰਤੀ ਹੋਏ ਸੀ। ਅੱਛਾ ਜੀ। ਜੋ ਉਸ ਤੋਂ ਚੰਗੇ ਹੋਰ ਉਹਦੇ 'ਤੇ ਪ੍ਰਮੋਸ਼ਨਾਂ ਹੋਈਆਂ ਨੇ ਉਹਦੀਆਂ, 10-11 ਸਾਲ ਹੋ ਗਏ ਉਹਨੂੰ। ਤੋ ਮੈਂ ਮੇਰੀ ਪੋਤਰੀ ਜਿਹੜੀ ਹੈਗੀ ਹੈ ਉਹ ਆਸਟ੍ਰੇਲੀਆ 'ਚ ਸੈੱਟ ਹੈ, ਉਹ ਵੀ ਉੱਥੇ ਅਫਸਰ ਹੈ। ਤੋ 2 ਬੱਚੇ ਹਨ ਇਹਦੇ, ਮੇਰੇ ਬੇਟੇ ਦੇ। ਤੇ 2 ਬੱਚੇ ਬੜੇ ਚੰਗੀ ਸੈੱਟ ਨੇ, ਪੈਨਸ਼ਨ ਲੈਂਦੇ ਹਾਂ, ਮौज ਕਰਦੇ ਹਾਂ, ਕੋਈ ਵੀ ਫਿਕਰ ਸੰਸਾ ਬਿਲਕੁਲ ਨਹੀਂ ਹੈ। ਔਰ ਕੋਈ ਜੇ ਸਹੀ ਪੁੱਛੋ ਤਾਂ ਕੋਈ ਮੰਗ ਵੀ ਹੈ ਨਹੀਂ ਗੀ ਵੀ ਫਲਾਣੀ ਚੀਜ਼ ਚਾਹੀਦੀ ਹੈ, ਚੱਲ ਨਹੀਂ ਜੀ, ਆਟੋਮੈਟਿਕਲੀ ਸਾਰਾ ਕੁਝ ਪ੍ਰਭੂ ਦੇ ਰਿਹਾ, ਸ਼ੁਕਰਾਨਾ ਕਰਦੇ ਹਾਂ। ਤੁਹਾਡੇ ਧਰਮ ਪਤਨੀ? ਉਹਨਾਂ ਦੀ ਡੈਥ ਹੋ ਗਈ 4-5 ਸਾਲ ਹੋ ਗਏ, 1 ਦਸੰਬਰ 2018 ਨੂੰ। ਅੱਛਾ ਜੀ। ਇਸ ਉਮਰ 'ਚ ਤੁਹਾਨੂੰ ਲੱਗਦਾ ਵੀ ਜੀਵਨ ਸਾਥੀ ਦਾ ਨਾਲ ਹੋਣਾ ਜ਼ਰੂਰੀ ਹੈ? ਚਾਹੀਦਾ। ਇਕੱਲਾ ਜਿਹੜਾ ਹੈ, ਇਕੱਲਪੁਣੇ ਦੀ ਇੱਕ ਬਿਮਾਰੀ ਹੈ। ਹਾਂਜੀ। ਇਕੱਲਪੁਣੇ ਦੀ ਇੱਕ ਬਿਮਾਰੀ ਹੈ। ਬੱਚਿਆਂ ਨੇ ਆਪਦੇ ਕੰਮ ਕਰਨੇ ਹੁੰਦੇ ਹੈ, ਜਾਣਾ ਆਉਣਾ ਹੁੰਦਾ ਹੈ। ਅਤੇ ਫਿਰ ਜੇ ਉਹਦੇ ਕੋਲ ਬੰਦਾ ਹੋਵੇ ਬਿਮਾਰ ਆਦਮੀ ਕੋਲ, ਮੈਂ ਵੀ ਉਦੋਂ ਦਾ ਬਿਮਾਰ ਹੈ, 18 ਦਾ ਹੀ ਮੈਂ ਬਿਮਾਰ ਹੈ। ਤੋ ਫਿਰ ਉਦੋਂ ਇਕੱਲਪੁਣਾ ਜਿਹੜਾ ਹੈਗਾ ਉਹ ਤੰਗ ਕਰਦਾ ਹੈ। ਕੋਈ ਗੱਲ, ਕੋਈ ਜਿਹੜਾ ਹੈਗਾ ਮਨਸ਼ਾ ਜਿਹਨੂੰ ਕਹਿ ਸਕਦੇ ਹਾਂ ਅਸੀਂ, ਮਨ ਦੀ ਇੱਛਾ ਹੈ ਜਿਹੜੀ, ਉਹਦੇ ਵਾਸਤੇ ਜ਼ਰੂਰੀ ਹੈ ਕੋਈ ਬੰਦਾ ਕੋਲੇ ਹੋਵੇ। ਅਤੇ ਇਹ ਰਿਸ਼ਤਾ ਅਜਿਹਾ ਹੈ ਜਿਹੜਾ ਬਹੁਤ ਨੇੜ ਦਾ ਰਿਸ਼ਤਾ ਹੈ। ਜਿਹੜੀ ਕੋਈ ਗੱਲ ਵੀ ਜਿਹੜੀ ਹੈਗੀ ਆ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਉਹ ਗੱਲਾਂ ਜਿਹੜੀਆਂ ਆਪਣੇ ਪਰਿਵਾਰ ਨਾਲ ਨਹੀਂ ਕਰ ਸਕਦੇ, ਰਿਸ਼ਤੇਦਾਰਾਂ ਨਾਲ ਨਹੀਂ ਕਰ ਸਕਦੇ, ਉਹ ਆਪਣੀ ਪਤਨੀ ਨਾਲ ਕਰ ਸਕਦੇ। ਇਸ ਕਰਕੇ ਮਨ ਫਿਰ ਹੌਲਾ ਹੋ ਜਾਂਦਾ ਹੈ। ਵੈਸੇ ਚੱਲ ਰਿਹਾ ਠੀਕ ਹੈ। ਕਿਤਾਬਾਂ ਪੜ੍ਹਦੇ ਹੋ? ਹਾਂ, ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਅੱਜ ਕੱਲ੍ਹ ਵੀ ਪੜ੍ਹਦੇ ਹੋ? ਹੁਣ ਵੀ ਪੜ੍ਹਦਾ ਮੈਂ। ਆਪ ਲਿਆ ਕੇ ਦਿੱਤੀ ਹੈ ਮੈਨੂੰ ਕਿਤਾਬ ਖਿੜਕੀਆਂ, ਹਾਂਜੀ, ਉਹ ਪੜ੍ਹਦੇ ਹਾਂ ਮੈਂ। ਨਰਿੰਦਰ ਕਪੂਰ ਪਸੰਦ ਨੇ ਤੁਹਾਨੂੰ? ਹਾਂ, ਮੈਂ ਪੜ੍ਹਨਾ ਪਸੰਦ ਹੈ। ਹਾਂਜੀ, ਪੜ੍ਹਨਾ ਪਸੰਦ ਹੈ ਮੈਨੂੰ। ਮੈਂ ਸਾਰੀ ਉਮਰ ਅਖਬਾਰ ਪੜ੍ਹਦਾ ਰਿਹਾ। ਹੁਣ ਅਖਬਾਰ ਨਹੀਂ ਪੜ੍ਹਦਾ। ਹਾਂ, ਹੁਣ ਕੋਈ ਕਿਤਾਬ ਪਈ ਹੁੰਦੀ ਹੈ, ਦੇ ਦਿੰਦਾ ਹੈ ਕੋਈ, ਜਿਹੜੀ ਚੰਗੀ ਕਿਤਾਬ ਲਿਆਉਂਦਾ ਉਹ ਮੈਨੂੰ ਦੇ ਦਿੰਦਾ, ਮੈਂ ਪੜ੍ਹ ਲੈਂਦਾ। ਘੰਟਾ ਪੜ੍ਹ ਲਾਂ, 2 ਘੰਟੇ ਵੀ ਪੜ੍ਹ ਲੈਂਦਾ ਮੈਂ, ਕਈ ਵਾਰੀ 2-2 ਘੰਟੇ ਵੀ ਪੜ੍ਹਦਾ ਰਹਿੰਦਾ। ਠੀਕ ਹੈ, ਨਿਗਾਹ ਠੀਕ ਹੈ, ਇਸ ਕਰਕੇ ਉਹ ਕੋਈ ਨਹੀਂ ਪ੍ਰੋਬਲਮ ਨਹੀਂ ਹੁੰਦੀ। ਸਰੀਰਕ ਤੰਦਰੁਸਤੀ ਲਈ ਕੀ ਕਰਦੇ ਹੋ? ਸੈਰ ਕਰਦੇ ਹੋ? ਨਹੀਂ, ਹੁਣ ਕੋਈ ਮੇਰੇ ਕੋਲ 3 ਸਾਲ ਹੋ ਗਏ। 3 ਸਾਲ ਹੋ ਗਏ ਬਸ ਘਰੇ ਗੇੜਾ ਗੂੜਾ ਕੱਢ ਲਈਦਾ। ਅੱਛਾ, ਇਸ ਉਮਰ 'ਚ ਜਿਹੜੇ ਬਜ਼ੁਰਗ ਜਿਵੇਂ ਤੁਸੀਂ ਇਸ ਉਮਰ 'ਚੋਂ ਆਪਣੇ ਬੱਚਿਆਂ ਤੋਂ ਕੀ ਉਮੀਦਾਂ ਕਰਦੇ ਹੁੰਦੇ ਨੇ? ਵਕਤ ਦੀਆਂ, ਕਿ ਸਾਨੂੰ ਵਕਤ ਦੇਣ ਜਾਂ ਸਾਡਾ ਧਿਆਨ ਰੱਖਣ, ਜਾਂ ਹੋਰ ਕਿਸ ਕਿਸਮ ਦੀਆਂ ਉਮੀਦਾਂ ਹੁੰਦੀਆਂ ਨੇ? ਮੈਂ ਤਾਂ ਇਸ ਗੱਲ ਤੋਂ ਵੀ ਸੈਟਿਸਫਾਈਡ ਹਾਂ ਬੇਟਾ, ਹਾਂਜੀ, ਕਿ ਮੇਰੇ ਬੱਚੇ ਮੇਰੀ ਚੰਗੀ ਸੇਵਾ ਕਰਦੇ। ਮੇਰੀ ਨੂੰਹ ਔਰ ਮੇਰਾ ਪੁੱਤ ਹੈ ਮੇਰੇ ਕੋਲ ਦੋਵੇਂ। ਬਾਕੀ ਬੱਚੇ ਤਾਂ ਆਪਦੇ ਉੱਥੇ ਹੈਗੇ, ਬਾਹਰ ਗਿਆ ਹੋਇਆ, ਇੱਥੋਂ ਵਾਲਾ ਬਠਿੰਡੇ ਰਹਿੰਦੇ ਆ ਦੋਵੇਂ ਜੀ। ਪੋਤ ਨੂੰ ਮੇਰੀ ਜਿਹੜੀ ਹੈਗੀ ਆ ਵੈਲ ਕੁਆਲੀਫਾਈਡ, ਪਿੱਛੇ ਵਿਆਹ ਕੀਤਾ ਹੈ, ਉਹ ਵੀ ਵੈਲ ਕੁਆਲੀਫਾਈਡ ਹੈ, ਚੰਗੇ ਸਰੋਕਾਰ ਚੰਗੇ ਨੇ ਉਹਨਾਂ ਦੇ। ਤੋ ਮੈਂ ਤਾਂ ਸੈਟਿਸਫਾਈਡ ਹਾਂ ਆਪਣੇ ਬੱਚਿਆਂ ਤੋਂ। ਦੂਜਿਆਂ ਦਾ ਮੈਨੂੰ, ਲੋਕਾਂ ਦਾ ਤਾਂ ਪਤਾ ਨਹੀਂ, ਪਰ ਮੈਂ ਇਸ ਯੁੱਗ ਵਿੱਚ ਮੈਂ ਸੈਟਿਸਫਾਈਡ ਹਾਂ। ਮੇਰੇ ਲਈ ਹਰ ਗੱਲ ਮੁਹੱਈਆ ਹੋ ਰਹੀ ਹੈ। ਮੈਨੂੰ ਲੱਗਿਆ ਕਿ ਆਪਣੀ ਮੁਲਾਕਾਤ ਵਧੀਆ ਰਹੂਗੀ, ਕਿਉਂਕਿ ਮੈਨੂੰ ਵੀ ਨਰਿੰਦਰ ਸਿੰਘ ਕਪੂਰ ਬਹੁਤ ਪਸੰਦ ਨੇ। ਮੈਂ ਉਹਨਾਂ ਨੂੰ, ਲੋਕ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਭੰਡਦੇ ਨੇ, ਪਰ ਮੈਨੂੰ ਉਹਨਾਂ ਦੀ ਕਿਤਾਬਾਂ ਬਹੁਤ ਪਸੰਦ ਨੇ। ਹਾਂ, ਕਿਤਾਬਾਂ। ਅਤੇ ਮੇਰੀਆਂ ਜਿੰਨੀਆਂ ਵੀ ਮੁਲਾਕਾਤਾਂ ਉਹਨਾਂ ਨਾਲ ਹੋਈਆਂ ਨੇ, ਉਹ ਬਹੁਤ ਜਿੰਦਾ ਦਿਲ ਸ਼ਖਸੀਅਤ ਨੇ, ਅਤੇ ਮੈਨੂੰ ਚੰਗਾ ਲੱਗਿਆ ਕਿ ਤੁਸੀਂ ਉਹਨਾਂ ਨੂੰ ਪੜ੍ਹਦੇ ਹੋ। ਹਾਂ, ਪੜ੍ਹਦੇ। ਅਤੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਨਾ ਵੀ ਤੁਹਾਡੇ ਬੱਚਿਆਂ ਬਾਰੇ, ਵੈਲ ਕੁਆਲੀਫਾਈਡ ਸ਼ਬਦ ਆ ਜਿਹੜਾ ਤੁਸੀਂ 3-4 ਵਾਰ ਵਰਤਿਆ। ਹਾਂਜੀ ਹਾਂਜੀ। ਹੁਣ ਜਦੋਂ ਰਿਸ਼ਤੇ ਹੁੰਦੇ ਆ ਤਾਂ ਲੋਕ ਇਹੀ ਗੱਲਾਂ ਕਰਦੇ ਹੁੰਦੇ ਆ ਕਿ ਮਤਲਬ ਕੋਈ ਵੀ ਬੱਚਾ ਪੜ੍ਹਿਆ ਕਿੰਨਾ ਹੋਇਆ, ਕਮਾ ਕਿੰਨਾ ਰਿਹਾ। ਤੁਹਾਡੇ ਵਕਤ ਜਦੋਂ ਰਿਸ਼ਤੇ ਹੁੰਦੇ ਸੀ ਤਾਂ ਕੀ ਦੇਖਦੇ ਸੀ ਲੋਕ? ਕੁਛ ਨਹੀਂ, ਬਸ ਮੁੰਡੇ ਨੂੰ ਦੇਖ ਲੈਂਦੇ, ਰਿਸ਼ਤਾ ਕਰ ਜਾਂਦੇ। ਹਾਂਜੀ, ਤੁਹਾਡਾ ਰਿਸ਼ਤਾ ਕਿਵੇਂ ਹੋਇਆ ਸੀ? ਮੇਰਾ ਰਿਸ਼ਤਾ ਹੋਇਆ 7ਵੀਂ ਜਮਾਤ 'ਚ। ਅੱਛਾ ਜੀ। 7th ਸੀ ਮੈਂ। ਉਸ ਵੇਲੇ
ਕਿਸੇ ਹੋਰ ਜਾਣੇ ਨੂੰ ਰਿਸ਼ਤਾ ਕਰਨ ਵਾਸਤੇ ਆਏ, ਕਿਸੇ ਹੋਰ ਲੜਕੀ ਦਾ ਕਿਸੇ ਹੋਰ ਲੜਕੀ ਨੂੰ ਰਿਸ਼ਤਾ ਕਰਨ ਵਾਸਤੇ ਆਏ ਇਹਦੇ ਨਾਨਕੇ। ਤੋ ਉਹਨਾਂ ਨੇ ਮੈਨੂੰ ਦੇਖਿਆ, ਪੱਗ ਪੁੱਗ ਐਵੇਂ ਬੰਨੀ ਵੀ ਸੀਗੀ, ਅਤੇ ਉਹਨੇ ਦੂਜੇ ਨੂੰ ਕਿਹਾ ਵੀ ਇੱਥੇ ਤਾਂ ਆਪਣਾ ਫਿੱਟ ਨਹੀਂ ਬੈਠਦਾ, ਇਹਨੂੰ ਕਰ ਦਿਓ। ਉਹ ਕਹਿੰਦੇ ਵੀ ਲੜਕੀ ਵੱਡੀ ਹੈ। ਭੂਆ ਸੀ ਮੇਰੀ ਮਿਸਿਸ ਦੀ, ਭੂਆ ਸੀ। ਉਹ ਏਜ ਸੀ ਥੋੜ੍ਹੀ ਜਿਹੀ, ਮਤਲਬ ਮੇਰੀ ਏਜ ਤੋਂ ਵੱਡੀ ਸੀ, 4 ਸਾਲ। ਉਹ ਉਹਨਾਂ ਨੂੰ ਗੱਲ ਜਚੀ ਨਾ ਵੀ ਨਹੀਂ ਵੱਡੀ ਹੈ ਕੁੜੀ। ਫਿਰ ਉਹਨਾਂ ਨੇ ਹੋਰ ਜਿਹੜੀ ਇਹਦੀ ਮੰਮੀ ਸੀ ਉਹਦਾ ਰਿਸ਼ਤਾ ਕਰਕੇ ਚਲੇ ਗਏ। ਕੋਈ ਸਾਲ ਰਿਸ਼ਤਾ ਹੋਇਆ ਰਿਹਾ, ਫਿਰ ਸ਼ਾਦੀ ਮਗਰੋਂ ਹੋਈ। ਜਦੋਂ ਮੈਂ ਟੀਚਰ ਲੱਗ ਗਿਆ, ਕਈ ਸਾਲ ਹੋ ਗਏ ਸੀ। 8-7 ਸਾਲ ਬਾਅਦ ਰਿਸ਼ਤੇ ਤੋਂ 8-7 ਸਾਲ ਸ਼ਾਦੀ ਹੋਈ। ਅੱਛਾ, ਉਸ ਵਕਤ ਤੁਸੀਂ ਕੀ ਕਰਦੇ ਸੀ ਜਦੋਂ ਤੁਹਾਡਾ ਰਿਸ਼ਤਾ ਹੋਇਆ? ਪੜ੍ਹਦਾ ਸੀ 7ਵੀਂ 'ਚ। ਅੱਛਾ ਜੀ। 7th 'ਚ। ਤੇ ਆਂਟੀ ਕੀ ਕਰਦੇ ਸੀ ਤੁਹਾਡੇ? ਆਂਟੀ ਉਸ ਘਰ ਦਾ ਕੁੜੀਆਂ ਜਿਹੜੇ ਕੰਮ ਕਰਦੇ। ਤੇ ਤੁਸੀਂ ਕਿਹਾ ਨਹੀਂ ਮੈਨੂੰ ਕੋਈ ਤਸਵੀਰ ਦਿਖਾਓ ਜਾਂ ਮੈਨੂੰ ਕੋਈ ਗੱਲਬਾਤ? ਨਹੀਂ ਕੁਛ ਨਹੀਂ, ਉਦੋਂ ਹੁੰਦਾ ਨਹੀਂ ਸੀ ਇਹ ਸਭ? ਹਾਂਜੀ, ਵੇਖਣ ਵਿਖਾਉਣ ਦਾ ਵੀ ਕੰਮ ਹੈ ਨਹੀਂ। ਫਿਰ ਵਿਆਹ ਤੋਂ ਬਾਅਦ ਦੇਖਿਆ ਤੁਸੀਂ ਉਹਨਾਂ ਨੂੰ? ਵੇਖ ਮੈਂ ਵਿਆਹ ਤੋਂ ਪਹਿਲਾਂ ਹੀ ਲਿਆ ਸੀਗਾ, ਕਿਉਂਕਿ ਮੈਂ ਮਾਨਸਾ 'ਚ ਟੀਚਰ ਲੱਗ ਗਿਆ ਜਾ ਕੇ। ਅਤੇ ਉੱਥੇ ਜਿਹੜਾ ਟੀਚਰ ਮੇਰੇ ਨਾਲ ਲੱਗਿਆ ਸੀ ਉਹ ਮੇਰੇ ਸਹੁਰੇ ਵਿਆਹਿਆ ਵਾ ਸੀ। ਉਹ ਕਹਿੰਦੇ ਆ ਤੇਰੀ ਮਿਸਿਸ ਵਿਖਾ ਕੇ ਲਿਆਵਾਂ। ਉਹਨਾਂ ਦੇ ਘਰੇ ਜਾਣ ਆਉਣ ਸੀਗਾ, ਉਹਨਾਂ ਘਰਾਂ 'ਚ ਉਹਨਾਂ ਘਰਾਂ 'ਚ ਤਾਂ ਨਹੀਂ ਵਿਆਹੇ ਸੀ, ਪਰ ਉਹਦਾ ਜਾਣ ਆਉਣ ਸੀ। ਅਤੇ ਉਹ ਮੈਨੂੰ ਲੈ ਗਿਆ, ਵਿਖਾ ਲਿਆਂਦੀ। ਐਂ ਸੀ। ਜਿਵੇਂ ਤੁਸੀਂ ਕਿਹਾ ਕਿ ਉਸ ਵਕਤ ਤੁਸੀਂ ਪੱਗ ਬੰਨ੍ਹੀ ਹੋਈ ਸੀ, ਹੈ ਨਾ, ਅਤੇ ਹੁਣ ਵੀ ਤੁਸੀਂ ਪੱਗ ਬੰਨ੍ਹਦੇ ਹੋ। ਅਤੇ ਆਪਾਂ ਜਿਵੇਂ ਮੈਂ ਪਿੰਡ 'ਚ ਜੰਮੀ ਆ, ਪਿੰਡਾਂ 'ਚ ਮੇਰਾ ਪਾਲਣ ਪੋਸ਼ਣ ਹੋਇਆ ਨਾ, ਮੈਨੂੰ ਪਤਾ ਕਿ ਸਾਡੇ ਪਿੰਡ 'ਚ ਵੀ ਹਿੰਦੂ ਪਰਿਵਾਰ ਆ ਜਿਹੜੇ ਕਿ ਪੱਗ ਬੰਨ੍ਹਦੇ ਨੇ। ਉਹਨਾਂ ਦੇ ਵੀ ਜਦੋਂ ਕੋਈ ਵਿਆਹ ਸ਼ਾਦੀ ਜਾਂ ਇਹੋ ਜਿਹਾ ਸਮਾਗਮ ਹੁੰਦਾ ਤਾਂ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੁੰਦਾ। ਅਤੇ ਤੁਸੀਂ ਸ਼ੁਰੂਆਤ ਤੋਂ ਹੀ ਪੱਗ ਬੰਨ੍ਹ ਰਹੇ ਹੋ, ਹੈ ਨਾ? ਮੇਰੇ ਫਾਦਰ, ਅੱਛਾ ਜੀ, ਮੇਰੇ ਬ੍ਰਦਰ ਹੈ ਜੀ, ਸਾਡੇ ਭਤੀਜੇ ਸਭ ਪੱਗਾਂ ਵਾਲੇ ਨੇ। ਅਤੇ ਕਿਸੇ ਨਸ਼ੇ ਨੂੰ ਕੋਈ ਹੱਥ ਨਹੀਂ ਲਾਉਂਦਾ। ਅੱਛਾ ਜੀ। ਕੋਈ ਝਾਕਦੇ ਵੀ ਨਹੀਂ ਕਿਸੇ ਨੂੰ। ਮਤਲਬ ਪੁਸ਼ਤਾਂ ਦੇਖ ਲਓ ਤੁਸੀਂ, ਮੇਰੇ ਫਾਦਰ ਦੀ, ਸਾਡੇ ਭਤੀਜਿਆਂ ਦੀ, ਸਾਡੇ ਪੋਤਰਿਆਂ ਦੀ 4 ਪੁਸ਼ਤਾਂ ਮੈਂ ਸਾਡੇ ਕੋਲ ਹੈਗੀਆਂ ਇਸ ਵੇਲੇ। 4 'ਚੋਂ ਕੋਈ ਨਸ਼ਾ ਨੁਸ਼ਾ ਨਹੀਂ ਕਰਦਾ, ਬਿਲਕੁਲ ਹੱਥ ਹੀ ਨਹੀਂ ਲਾਉਂਦੇ, ਨਾ ਸਿਗਰਟ, ਨਾ ਤੰਬਾਕੂ, ਨਾ ਕੁਛ। ਇਹ ਵੀ ਮਤਲਬ ਖੁਸ਼ੀ ਵਾਲੀ ਗੱਲ ਵੀ ਆ, ਅਤੇ ਮੇਰੇ ਲਈ ਮੈਨੂੰ ਬਹੁਤ ਚੰਗੀ ਵੀ ਲੱਗੀ ਸੁਣ ਕੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ ਅਤੇ ਤੁਸੀਂ ਪਾਠ ਵੀ ਕਰਦੇ ਰਹੇ ਹੋ। ਬਹੁਤ ਪਿਆਰ ਹੈ। ਅਤੇ ਭਾਜੀ ਤੁਹਾਡੇ ਬੇਟੇ ਮਿਲੇ, ਉਹ ਵੀ ਪੜ੍ਹ ਰਹੇ ਨੇ। ਹਾਂਜੀ ਹਾਂਜੀ। ਅਤੇ ਇਹ ਚੀਜ਼ ਮੈਂ ਤੁਹਾਨੂੰ ਇਸ ਲਈ ਪੁੱਛੀ ਹੈ ਕਿ ਜਦੋਂ 1947 ਦਾ ਬਟਵਾਰਾ ਹੋਇਆ, ਹੈ ਨਾ, ਅਤੇ ਜਿਹੜੀ ਚੀਜ਼ ਅੱਜ ਤੋਂ ਉਸ ਵਕਤ ਤੋਂ 75 ਸਾਲ ਬਾਅਦ ਵੀ ਮੈਂ ਉਹ ਸਾਂਝ ਨੂੰ ਮਹਿਸੂਸ ਕਰ ਰਹੀ ਹਾਂ ਕਿ ਤੁਸੀਂ ਬਾਣੀ ਪੜ੍ਹਦੇ ਹੋ, ਤੁਸੀਂ ਦੂਜੇ ਭਾਈਚਾਰੇ ਨੂੰ ਜਾਂ ਦੂਜੇ ਧਰਮ ਨੂੰ ਉਨੀ ਜ਼ਿਆਦਾ ਇੱਜ਼ਤ ਨਾਲ ਦੇਖਦੇ ਹੋ। ਅਤੇ ਉਸ ਵਕਤ ਤਾਂ ਲੋਕਾਂ ਦੇ ਮਨਾਂ ਦੇ ਅੰਦਰ ਇਹ ਸਾਂਝ ਇਸ ਤੋਂ ਵੀ ਜ਼ਿਆਦਾ ਗੂੜੀ ਹੋਊਗੀ। ਬੇਅੰਤ। ਹਾਂਜੀ। ਮੈਨੂੰ ਐਂ ਲੱਗਦਾ ਹੈ ਵੀ ਉਦੋਂ 3 ਹੀ ਕੌਮਾਂ ਸਨ, ਸਿੱਖ, ਹਿੰਦੂ ਅਤੇ ਮੁਸਲਮਾਨ। ਕੋਈ ਈਸਾਈ ਜਾਂ ਵਗੈਰਾ ਤਾਂ ਪਿੰਡਾਂ 'ਚ ਹੁੰਦੇ ਹੀ ਨਹੀਂ ਸੀ। ਉਸ ਵਕਤ ਐਂ ਲੱਗਦਾ ਸੀਗਾ ਵੀ ਜਿਵੇਂ ਲੋਕ ਸਾਹ ਲੈਂਦੇ ਹੁੰਦੇ ਆ, ਸਾਹ ਮਿਲ ਕੇ ਸਾਹ ਲੈਂਦੇ ਹੁੰਦੇ ਆ। ਵੀ ਜੇ ਕੋਈ ਇਕੱਲਾ ਸਾਹ ਲੈਂਦਾ ਉਹਨੂੰ ਸਾਹ ਨਹੀਂ ਆ ਰਿਹਾ, ਉਹਨੂੰ ਮਿਲਾ ਕੇ ਸਾਹ ਲੈ ਰਹੇ ਸੀ, ਮਿਲ ਕੇ ਸਾਹ ਲੈਣਾ, ਸਾਹ 'ਚ ਸਾਹ ਲੈਣਾ। ਉਹ ਸੀ ਉਸ ਵੇਲੇ ਸਾਡੇ ਕਰਦੇ। ਉਹਨਾਂ ਬੱਚਿਆਂ ਦਾ ਪਿਆਰ ਕਰਦੇ ਸੀ ਮੁਸਲਮਾਨਾਂ ਦੇ ਨਾਲ। ਆਹ ਸਾਡੀ ਗਲੀ ਮੁਸਲਮਾਨਾਂ ਦੀ ਹੈ ਸਾਰੀ। ਉਹ ਜਿਹੜੀ ਹੈਗੀ ਆ ਉਹ ਵੀ ਜ਼ਿਆਦਾ ਮੁਸਲਮਾਨਾਂ ਦੀ ਗਲੀ ਹੈ। ਐਂ ਲੱਗਦਾ ਸੀ ਜਿਵੇਂ ਸਾਹਾਂ 'ਚ ਸਾਹ ਲੈਂਦੇ ਹੁੰਦੇ। ਜੇ ਮੈਂ ਨਾ ਜਾਂਦਾ ਉਹਨਾਂ ਦੇ ਘਰੇ ਤਾਂ ਉਹ ਸੱਦ ਕੇ ਮੈਨੂੰ ਲੈ ਜਾਂਦੇ, ਇੱਥੇ ਨਾਲ ਹੀ ਸੀ, ਘਰ ਨੇੜੇ ਹੀ ਸੀ। ਯਕੂਬ ਮੁਹੰਮਦ ਔਰ ਬਸ਼ੀਰ ਅਹਿਮਦ 2 ਮੇਰੇ ਦੋਸਤ ਸਨ। ਉਸ ਜਮਾਤ 4ਵੀਂ 5ਵੀਂ ਵੇਲੇ ਦੀ ਗੱਲ ਹੈ। ਉਹ ਮੈਥੋਂ ਵੱਡੇ ਸੀ 3-4 ਸਾਲ। ਇੰਨਾ ਕੁ ਫਰਕ ਸਾਡਾ ਸੀਗਾ। ਲੇਕਿਨ ਉਹ ਮੇਰਾ ਜਿਹੜਾ ਢਾਂਚਾ ਜਿਹਾ ਸੀਗਾ, ਇਹ ਐਂ ਲੱਗਦਾ ਸੀਗਾ ਵੀ ਇਹ 14-15 ਸਾਲ ਦਾ ਹੈ। ਐਂ ਸੀ ਮਤਲਬ। ਅਤੇ ਉਹ ਨਾਲ ਉਹਨਾਂ ਨੇ ਬਹੁਤ ਹੀ ਪਿਆਰ ਕੀਤਾ, ਜਿਸ ਪਿਆਰ ਨੂੰ ਮੈਂ ਅੱਜ ਵੀ ਨਹੀਂ ਭੁਲਾ ਸਕਿਆ। ਹਾਲਾਤ ਜਿਹੋ ਜਿਹੀ ਮਰਜ਼ੀ ਜ਼ਿੰਦਗੀ 'ਚ ਆਏ, ਜਿਹੋ ਜਿਹੀ ਮਰਜ਼ੀ ਭੁਗਤੇ, ਜਿਹੋ ਜਿਹੀ ਮਰਜ਼ੀ ਮਤਲਬ ਜਿਹੜਾ ਹੈਗਾ ਹਾਲਾਤ ਨਾਲ ਸਮਝੌਤਾ ਕਰਕੇ ਭੁਗਤੇ, ਜੋ ਮਰਜ਼ੀ। ਲੇਕਿਨ ਉਹ ਹਾਲਾਤ ਜਿਹੜੇ ਉਦੋਂ ਸੀ, ਉਦੋਂ ਵਰਗੇ ਹਾਲਾਤ ਜਿਹੜੇ ਹਨ ਬਣੇ ਹਨ, ਉਹਦਾ ਕਈ ਕਾਰਨ ਬਣੇ ਹਨ। ਜਦੋਂ ਉਹ ਗਏ ਹੈ
ਇੱਕ ਜ਼ਖਮ ਜਿਹਾ ਦਿਲ ਦੇ ਉੱਤੇ ਬਹੁਤ ਡੂੰਘਾ ਜਿਹਾ ਕਾਹੋ ਜਿਹਾ ਲੱਗਿਆ ਸੀ। ਬਹੁਤ ਜ਼ਿਆਦਾ ਪਤਾ ਤਾਂ ਨਹੀਂ ਸੀ, ਲੇਕਿਨ ਕਾਹੋ ਲੱਗਿਆ ਸੀ ਜ਼ਰੂਰ। ਉਹਦੀ ਕਾਹੋ ਨੂੰ ਭਰਨ ਵਾਸਤੇ ਸਰਦਾਰ ਪ੍ਰੀਤਮ ਸਿੰਘ ਜੀ, ਸਾਡੇ ਸਰਪੰਚ ਸਾਹਿਬ ਦੇ ਫਾਦਰ, ਆਪਣੇ ਪਰਿਵਾਰ ਨੂੰ ਲੈ ਕੇ ਇੰਨਾ ਹੀ ਘਰਾਂ 'ਚ ਆ ਗਏ, ਜਿੰਨਾ ਘਰਾਂ 'ਚ ਉਹ ਗਏ ਸੀ। ਅੱਛਾ ਜੀ। ਉਹਨਾਂ ਘਰਾਂ 'ਚ ਹੀ ਆ ਗਿਆ। ਇੱਥੇ ਸਾਡੇ ਗੁਆਂਢ ਦੇ ਵਿੱਚ ਹੀ ਹੈ। ਅਤੇ ਸਰਪੰਚ ਸਾਹਿਬ ਮੇਰੇ ਕਲਾਸ ਫੈਲੋ। ਸਰਪੰਚ ਸਾਹਿਬ ਜਿਹੜੇ ਹੈਗੇ ਆ ਜੀ, ਉਹਨਾਂ ਤੋਂ ਮਗਰੋਂ ਕੋਈ 10 ਸਰਪੰਚ ਬਣ ਗਏ ਹੋਣਗੇ। ਉਹਨਾਂ ਨੂੰ ਸਰਪੰਚ ਨਹੀਂ ਕੋਈ ਕਹਿੰਦਾ, ਇਕੱਲੇ ਉਹਨਾਂ ਨੂੰ ਸਰਪੰਚ ਸਾਹਿਬ ਕਹਿੰਦੇ ਆ। ਉਹ ਉਹਨਾਂ ਦੀ ਸਿੱਖਿਆ ਬਜ਼ੁਰਗਾਂ ਦੀ, ਉਹਨਾਂ ਦੀ ਸਰਦਾਰ ਪ੍ਰੀਤਮ ਸਿੰਘ ਦੀ, ਇਹਨਾਂ ਦੇ ਘਰੇ ਜਾਣਾ ਹੁਣ ਸੀਗਾ। ਅੱਛੀ ਸਿੱਖਿਆ ਦਿੱਤੀ। ਮੇਰੇ ਫਾਦਰ ਨੇ ਜਿਹੜੀ ਸਿੱਖਿਆ ਦਿੱਤੀ, ਉਹ ਧਾਰਮਿਕ ਸਿੱਖਿਆ ਦਿੱਤੀ। ਕਿਸੇ ਦਾ ਬੁਰਾ ਨਾ ਸੋਚੋ, ਕਰਨਾ ਨਹੀਂ, ਕਿਸੇ ਦਾ ਸੋਚਣਾ ਵੀ ਨਹੀਂ ਬੁਰਾ। ਦੋ ਚੀਜ਼ਾਂ ਕਹਿ ਦਿੰਦੇ ਉਹ, ਵੀ ਜਾਂ ਤਾਂ ਝੂਠ ਮਾਰੇ ਜਾਂ ਝੂਠ ਮਾਰੇ। ਝੂਠ ਦਾ ਮਤਲਬ ਹੈ ਕਿਸੇ ਦਾ ਹੱਕ ਖਾਣਾ। ਹਾਂ, ਦੋ ਚੀਜ਼ਾਂ ਤੋਂ ਬਚਤ ਰੱਖੋ, ਤੁਹਾਡਾ ਪਰਮਾਤਮਾ ਜਿਹੜਾ ਹੈਗਾ ਤੁਹਾਡਾ ਸਾਖੀ ਰਹੇਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕਰੀ। ਇੱਥੇ ਵੀ ਜਦੋਂ ਮੈਂ ਜਾਂਦਾ ਸਾਂ ਇਹਨਾਂ ਦੇ ਘਰੇ, ਨਾਲ ਹੀ ਕਰਨ ਨੇੜੇ, ਹੁਣ ਤਾਂ ਕੋਠੀਆਂ ਕਾਠੀਆਂ ਪਾਈ, ਉਦੋਂ ਵੀ ਉਹ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਵੀ ਕਾਕਾ, ਆਪਣੀ ਜਿਹੜੀ ਹੈਗੀ ਹੈ ਪ੍ਰੈਸਟੀਜ ਜਿਹੜੀ ਹੈਗੀ ਹੈ ਨਾ, ਉਹਦੇ ਵਾਸਤੇ ਸਾਰਾ ਕੁਝ ਦਾਤ ਲਾ ਕੇ ਵੀ ਜੇ ਤੁਹਾਡੀ ਪ੍ਰੈਸਟੀਜ ਰਹਿੰਦੀ ਹੈ ਤਾਂ ਠੀਕ ਹੈ। ਇਸ ਤਰ੍ਹਾਂ ਦੀਆਂ ਗੱਲਾਂ ਇਹ ਵੀ ਬਹੁਤ ਸੁਣ। ਮੇਰੀ ਜ਼ਿੰਦਗੀ ਦੇ ਵਿੱਚ ਸਿੱਖਿਆ ਜਿਹੜੀ ਹੈਗੀ ਉਹ ਚੰਗੀ ਮਿਲੀ ਮੈਨੂੰ। ਉਸ ਸਿੱਖਿਆ ਕਰਕੇ ਮੈਂ ਅੱਛੀ ਜ਼ਿੰਦਗੀ ਬਤੀਤ ਕੀਤੀ ਹੈ, ਲੰਮੀ ਉਮਰ ਬਤੀਤ ਕੀਤੀ ਹੈ। ਇਹ ਤੁਸੀਂ 11 ਸਾਲ ਦੇ ਸੀ ਉਸ ਵਕਤ, ਹੈ ਨਾ? 10-11 ਸਾਲ ਦੇ ਬੱਚੇ ਨੂੰ ਹੁਣ ਜੇ ਮੈਂ ਕਹਾਂ ਤਾਂ ਬਹੁਤ ਘੱਟ ਸਮਝ ਆ। ਉਸ ਵਕਤ ਬਹੁਤ ਹੁੰਦੀ, ਉਦੋਂ ਤਾਂ ਨਹੀਂ ਹੁੰਦੀ। ਹੁਣ ਵਾਲੇ ਬੱਚਿਆਂ ਨੂੰ ਜ਼ਿਆਦਾ ਸਮਝ ਹੈ। ਪਰ ਮਾਨਸਿਕ ਤੌਰ ਤੇ ਜ਼ਿਆਦਾ ਸਿਆਣੇ ਨਹੀਂ ਸੀ ਬੱਚੇ, ਰਿਸ਼ਤਿਆਂ ਦੇ ਜ਼ਿਆਦਾ ਕਦਰਦਾਨ ਸੀ, ਸਮਝਦੇ ਸੀ ਚੀਜ਼ਾਂ ਨੂੰ। ਸਮਝਦੇ ਸੀਗੇ, ਲੇਕਿਨ ਉਹ ਚੰਟ ਨਹੀਂ ਸੀਗੇ ਜਿੰਨੇ ਹੁਣ ਚੰਟ ਹੈ ਜਵਾਕ। 2 ਸਾਲ ਦਾ ਜਵਾਕ ਟੀਵੀ ਚਲਾ ਲੈਂਦਾ, 2 ਸਾਲ ਦਾ ਜਵਾਕ ਮੋਬਾਈਲ ਚਲਾ ਲੈਂਦਾ, ਪਤਾ ਨਹੀਂ ਕੀ ਕੁਛ ਕਰਦਾ। ਮਤਲਬ ਬਹੁਤ ਕੁਛ ਕਰਦਾ। ਇੱਥੇ ਟੀਵੀ ਦੇ ਉੱਤੇ ਵੇਖੀ ਦੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ, ਉਹ ਬਹੁਤ ਕੁਛ ਕਰ ਰਹੇ ਆ। ਉਹਦੇ ਹਿਸਾਬ ਨਾਲ ਦੇਖੀਏ ਤਾਂ ਜਿਹੜੇ ਉਦੋਂ ਬੱਚੇ ਸੀਗੇ ਉਹ ਤਾਂ ਲੋਲੇ ਜਿਹੇ ਸੀ, ਕੋਈ ਬਾਹਲੇ ਇੰਨੇ ਹੁਸ਼ਿਆਰ ਨਹੀਂ ਸੀ। ਤੁਹਾਡੇ ਪਿੰਡ 'ਚ ਕਿੰਨੇ ਕੁ ਘਰ ਸੀਗੇ ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਕਾਫੀ ਘਰ ਸੀ। ਅੱਛਾ ਜੀ। ਹਾਂ, ਕਿਉਂਕਿ ਨਿਆਣੇ ਸਾਂ, ਕਿਸੇ ਦਾ ਨਾਂ ਨਹੀਂ ਸੀ ਜਾਣਦੇ, ਬਸ ਉਹ ਹੀ ਪਤਾ ਸੀ ਵੀ ਇਹ ਮੁਸਲਮਾਨ ਹੈ। ਅਤੇ ਇਹ ਸਾਡਾ ਅਗਵਾੜ ਸੀ। ਬਾਕੀ ਕਹਿਰੇ ਘਰ ਹੋਰ ਬਹੁਤ ਸੀ। ਕਾਜ਼ੀਆਂ ਦਾ ਘਰ ਸੀ, ਹੈ ਜੀ। ਅਤੇ ਕਾਜ਼ੀਆਂ ਦਾ ਮੁੰਡਾ ਵੀ ਬਾਅਦ ਵਿੱਚ ਇੱਥੇ ਆਇਆ ਉਹ ਮਿਲਣ ਵਾਸਤੇ। ਅਫਰੀਕਾ ਸੀ ਉਹਦਾ ਨਾਂ, ਪਤਾ ਨਹੀਂ ਸਹੀ ਨਾਂ ਕੀ ਸੀ, ਅਫਰੀਕ ਮੁਹੰਮਦ ਸੀ ਜਾਂ ਕੀ ਸੀ, ਪਰ ਅਫਰੀਕਾ ਕਹਿੰਦੇ ਸੀ। ਉਹ ਆਇਆ। ਅਸੀਂ ਵੀ, ਭਾਵੇਂ ਅਸੀਂ ਹਿੰਦੂ ਹੀ ਸੀ, ਅਸੀਂ ਵੀ ਮਸਜਿਦ ਜਾ ਵੜਦੇ ਸੀ ਉਹਨਾਂ ਦੇ ਨਾਲ, ਸਾਡੇ ਦੋਸਤਾਂ ਨਾਲ ਸੁਣਸੀ। ਉਹ ਸਾਡੇ ਨਾਲ ਗੁਰਦੁਆਰਾ ਜਾ ਵੜਦੇ, ਹੈ ਜੀ। ਇਹ ਸਾਂਝ, ਇਹ ਵੀ ਸਾਂਝ ਸੀਗੀ। ਔਰ ਜਦੋਂ ਉਹਨਾਂ ਦੇ ਘਰੇ ਜਾਣਾ, ਉਦੋਂ ਵੀ ਉਹਨਾਂ ਦੀਆਂ ਮਾਵਾਂ ਅਤੇ ਸਾਡੀਆਂ ਮਾਵਾਂ ਜਿਹੜੀਆਂ ਸਨ, ਉਹ ਕੋਈ ਵਿਤਕਰਾ ਨਹੀਂ ਸੀ ਸਮਝਦੀਆਂ ਵੀ ਮੁਸਲਮਾਨਾਂ ਦਾ ਮੁੰਡਾ ਅਤੇ ਇਹ ਪੰਡਤਾਂ ਦਾ ਮੁੰਡਾ ਹੈ ਨਾ। ਉਵੇਂ ਜਿਵੇਂ ਜਦੋਂ ਜਾਣਾ, ਕਾਰਡ ਨਹੀਂ ਲਾਉਣ ਦਾ ਟਾਈਮ ਹੁੰਦਾ, ਕਿ ਸਕੂਲ 'ਚ 4 ਵਜੇ ਛੁੱਟੀ ਹੁੰਦੀ ਸੀ, ਉਦੋਂ ਮਗਰੋਂ ਕਾਰਡ ਨਹੀਂ ਲਾਉਣ ਦਾ ਟਾਈਮ ਆ ਜਾਂਦਾ। ਕਾਰਡ ਨਹੀਂ ਸਮਝਦੇ? ਕਾਰਡ ਨਹੀਂ ਲਾਉਣ ਦਾ ਟਾਈਮ ਆ ਜਾਂਦਾ ਦੁੱਧ ਵਾਲੀ, ਅਤੇ ਉਸ ਵੇਲੇ ਬਸ ਲਾਈ ਹੁੰਦੀ ਸੀ। ਜਦੋਂ ਜਾਂਦੇ ਉਦੋਂ ਕੰਗਣੀ ਵਾਲਾ ਗਲਾਸ ਭਰ ਕੇ ਫੜਾ ਦਿੰਦੇ। ਦੂਜੀ ਗੱਲ ਨਹੀਂ ਸੀ ਸੁਣਦੇ ਵੀ ਮੈਂ ਇੰਨਾ ਨਹੀਂ ਪੀਣਾ, ਥੋੜ੍ਹਾ ਪੀਣਾ, ਮੈਂ ਨਹੀਂ ਪੀਣਾ ਜਾਂ ਇਹ, ਕੋਈ ਗੱਲ ਨਹੀਂ ਸੀ ਸੁਣਦੇ। ਇਸੇ ਤਰ੍ਹਾਂ ਇਹ ਜ਼ਿੰਦਗੀ ਜਿਹੜੀ ਸੀਗੀ ਉਹ ਬਹੁਤ ਮਹਿਫੂਜ਼ ਸਮਝਦੇ ਸੀਗੇ। ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਪਿਆਰ ਵਾਲੀ ਜ਼ਿੰਦਗੀ ਸਮਝਦੇ ਸੀ। ਜੋ ਕੁਛ ਹੋਇਆ ਬਹੁਤ ਬੁਰਾ ਹੋਇਆ, ਔਰ ਨਾ ਕਦੇ ਹੋਇਆ ਇਹ, ਮੇਰੇ ਖਿਆਲ ਸ਼ਾਇਦ ਹੋਏ ਵੀ ਨਾ ਮੁੜ ਕੇ। ਇਸ ਤਰ੍ਹਾਂ ਜਿਹੜਾ ਹੈਗਾ, ਲੋਕ ਵੰਡ ਤੋਂ ਬਾਅਦ ਲੋਕ ਬਦਲ ਜਾਣ, ਲੋਕ, ਇਲਾਕਾ ਵੰਡਿਆ ਜਾਂਦਾ ਹੈ, ਇਲਾਕਾ ਬਦਲਿਆ ਜਾਂਦਾ ਹੈ, ਇਲਾਕੇ 'ਤੇ ਹਕੂਮਤ ਹੋ ਜਾਂਦੀ ਹੈ ਦੂਜੇ ਦੀ। ਲੇਕਿਨ ਇਸ ਤਰ੍ਹਾਂ ਦੇ ਕੰਮ ਨਹੀਂ ਵੇਖੇ ਵੀ ਲੋਕ, ਆਵਾਮ ਜਿਹੜੀ ਹੈਗੀ ਆ ਉਹ ਉੱਧਰ ਜਾਵੇ ਅਤੇ ਉਹ ਇੱਧਰ ਲਿਆ। ਉਹਦੇ ਨਾਲ ਨੁਕਸਾਨ ਬਹੁਤ ਹੋਇਆ, ਜਾਨੀ ਔਰ ਮਾਲੀ ਨੁਕਸਾਨ ਬਹੁਤ ਹੋਇਆ ਉਹਦੇ ਕਰਕੇ। ਜਦੋਂ ਤੁਸੀਂ ਕਾੜਨੀ ਵਾਲੇ ਦੁੱਧ ਦੀ ਗੱਲ ਕਰ ਰਹੇ ਸੀ, ਤਾਂ ਮੈਂ ਥੋੜ੍ਹੇ ਜਿਹੇ ਦਿਨ ਪਹਿਲਾਂ ਸੋਹਣ ਸਿੰਘ ਸੀਤਲ ਹੋਣਾ ਦਾ ਨਾਵਲ ਤੂਤਾਂ ਵਾਲਾ ਖੂਹ ਦੁਬਾਰਾ ਪੜ੍ਹਿਆ, ਕਿਉਂਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਉਣਾ ਸੀ। ਤਾਂ ਉਹਦੇ 'ਚ ਬਿਲਕੁਲ ਇੱਦਾਂ ਹੀ ਸੱਜਣ ਸਿੰਘ ਅਤੇ ਇਲਮਦੀਨ, ਜੋ 2 ਦੋਸਤ ਜਿਨ੍ਹਾਂ ਦੀ ਕਹਾਣੀ ਉਹਨਾਂ ਨੇ ਲਿਖੀ ਆ, ਤਾਂ ਉਹ 'ਚੋਂ ਸੱਜਣ ਸਿੰਘ ਦੀ ਜਿਹੜੀ ਘਰਵਾਲੀ ਆ, ਉਹ ਮੁਸਲਮਾਨ ਦੀ ਧੀ ਜੈਨਾ ਨੂੰ ਬਿਲਕੁਲ ਇਸ ਕਦਰ ਮੁਹੱਬਤ ਕਰਦੀ ਆ, ਹੈ ਨਾ, ਕਿ ਉਹ ਉਹਨੂੰ ਕਹਿੰਦੀ ਹੈ ਤੂੰ ਮੇਰੀ ਧੀ ਹੈ। ਦੋਵੇਂ ਜੀ ਕਹਿੰਦੇ ਕਿ ਤੂੰ ਸਾਡੀ ਧੀ ਹੈ। ਤਾਂ ਉਸ ਵਕਤ ਤੁਹਾਨੂੰ ਇਹੀ ਸਾਂਝ ਮਹਿਸੂਸ ਹੁੰਦੀ ਸੀਗੀ। ਜਦੋਂ ਤੁਸੀਂ ਇਹ ਚੀਜ਼ਾਂ ਸੁਣੀਆਂ ਕਿ ਜਿਹੜਾ ਮੁਸਲਮਾਨ ਭਾਈਚਾਰਾ ਉਹ ਹੁਣ ਜਾਊਗਾ ਉੱਧਰ, ਪਾਕਿਸਤਾਨ ਬਣ ਗਿਆ, ਉਹਨਾਂ ਨੂੰ ਉਹ ਧਰਤੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ,
ਤਾਂ ਉਸ ਵਕਤ ਬਜ਼ੁਰਗ ਨੇ ਜਿਹੜੇ ਪਿੰਡਾਂ 'ਚ ਜਾਂ ਉਹ ਭਾਈਚਾਰਾ ਜਿਹਨੂੰ ਸੀ ਕਿ ਅਸੀਂ ਸਾਰਾ ਕੁਝ ਛੱਡ ਕੇ ਜਾਣਾ ਹੈ ਨਾ, 1-2 ਦਿਨਾਂ 'ਚ ਇਹ ਸਾਰਾ ਕੁਝ ਵਾਪਰ ਗਿਆ, ਤਾਂ ਉਹ ਤੁਹਾਨੂੰ ਯਾਦ ਹੈ ਕਿ ਕੀ ਮਹਿਸੂਸ ਕਰਦੇ ਸੀ? ਮੂਵਮੈਂਟ ਤੱਕ, ਹਾਂਜੀ, ਸਮਾਨ ਲੱਦ ਤੱਕ, ਮਤਲਬ ਉਦੋਂ ਪਹਿਲਾਂ ਕੋਈ ਪਤਾ ਨਹੀਂ ਸੀ ਸਾਨੂੰ। ਹਾਂਜੀ, ਉਹ ਕੋਈ ਬਿਲਕੁਲ ਪਾਕਿਸਤਾਨ ਦੀ ਗੱਲ ਜਿਹੜੀ ਸੀਗੀ ਇਹਦਾ ਕੋਈ ਪਤਾ ਨਹੀਂ ਸੀ। ਲੇਕਿਨ ਇਹ ਹੋਇਆ ਕਿ ਉਹ ਸੱਦਣ ਆਏ ਮੈਨੂੰ, ਦੋਵੇਂ ਜਾਣੇ, ਯਕੂਬ ਮੁਹੰਮਦ ਔਰ ਬਸ਼ੀਰ ਅਹਿਮਦ, 2 ਮੁੰਡੇ ਸੀ। ਉਹ ਮੈਥੋਂ ਵੱਡੇ ਸੀ 3-4 ਸਾਲ, ਹੁੰਦੜਹੇਲ ਸੀ, ਮੈਂ ਲਿੱਸਾ ਜਿਹਾ ਸਾਂ। ਤੇ ਉਹ ਸੱਦਣ ਆਏ, ਗੱਲ ਉਹਨਾਂ ਨੇ ਵੀ ਨਹੀਂ ਦੱਸੀ, ਆ ਕੇ ਬਸ ਸੱਦ ਕੇ ਮੈਨੂੰ ਲੈ ਗਏ। ਲੈ ਕੇ ਤੇ ਮੈਨੂੰ ਕਹਿੰਦਾ ਵੀ ਆਹ ਸਮਾਨ ਅਸੀਂ ਲੱਦ ਰਹੇ ਹਾਂ, ਅਸੀਂ ਜਾ ਰਹੇ ਹਾਂ। ਮੈਂ ਕਿਹਾ ਕਿੱਥੇ ਜਾ ਰਹੇ ਹੋ? ਸਮਾਨ ਲੈ ਕੇ ਕਿੱਥੇ ਜਾ ਰਹੇ ਹੋ? ਘਰ ਛੱਡ ਕੇ ਜਾ ਰਹੇ ਹੋ, ਜ਼ਮੀਨ ਛੱਡ ਕੇ ਜਾ ਰਹੇ ਹੋ, ਜਾ ਕਿੱਥੇ ਰਹੇ ਹੋ? ਉਹ ਰੋ ਪਏ, ਉਹਨਾਂ ਦਾ ਰੋਣ ਨਿਕਲ ਗਿਆ, ਉਹ ਸੁਰਤ ਵਾਲੇ ਸੀ। ਮੈਂ ਕਿਹਾ ਰੋਂਦੇ ਹੋ ਤੁਸੀਂ? ਜਾਂਦੇ ਹੋ ਤਾਂ ਆਓਗੇ ਮੁੜ ਕੇ, ਬਸ ਜੇ ਤੁਸੀਂ ਜਾਂਦੇ ਹੋ ਤਾਂ ਤੁਸੀਂ ਆਉਣਾ ਹੀ ਮੁੜ ਕੇ ਆਪਦੇ ਘਰੇ। ਇਸ ਤਰ੍ਹਾਂ ਦੀਆਂ ਗੱਲਾਂ ਹੀ ਹੁੰਦੀਆਂ। ਉਹ ਕਹਿੰਦੇ ਨਹੀਂ, ਅਸੀਂ ਵਾਪਸ ਵੀ ਨਹੀਂ ਆਉਣਾ, ਅਸੀਂ ਪਾਕਿਸਤਾਨ 'ਚ ਜਾ ਰਹੇ ਹਾਂ। ਪਾਕਿਸਤਾਨ ਬਣ, ਉਹਨਾਂ ਨੂੰ ਪਤਾ ਸੀ, ਮੈਨੂੰ ਨਹੀਂ ਸੀ ਪਤਾ। ਮੇਰੇ ਜ਼ਿਹਨ ਵਿੱਚ ਕੋਈ ਗੱਲ ਨਹੀਂ ਸੀ ਆ ਰਹੀ। ਉਹਨਾਂ ਨੇ ਕਿਹਾ ਜਾ ਰਹੇ ਹਾਂ ਅਸੀਂ, ਇੰਨੇ ਵਜੇ ਤੁਰਾਂਗੇ, ਟਾਈਮ ਦੇਤਾ। ਮੈਂ ਆਪਣਾ ਇੱਕ ਹੋਰ ਦੋਸਤ ਸੀ ਪੰਡਤਾਂ ਦਾ, ਉੱਧਰ ਤਿਲਕ ਰਾਮ ਦਾ ਮੁੰਡਾ ਪੰਡਤ, ਆਪਣਾ ਰਾਮ ਸਰੂਪ, ਉਹ ਵੀ ਸਾਡਾ ਜਮਾਤੀ ਸੀ। ਮੈਂ ਉਹਦੇ ਕੋਲ ਗਿਆ, ਭੱਜ ਕੇ ਘਰੇ ਮਿਲ ਗਿਆ ਅਸੀਂ। ਮੈਂ ਕਿਹਾ ਯਾਰ ਆ ਗੱਲ ਹੀ ਮੈਨੂੰ ਤਾਂ ਸਮਝ ਨਹੀਂ ਆ ਰਹੀ। ਉਹ ਵੀ ਮੈਥੋਂ ਵੱਡਾ ਸੀ, ਤੋ ਉਹ ਭੱਜ ਕੇ ਆਇਆ, ਉਹ ਵੀ ਗੱਲ ਸੁਣ ਕੇ, ਅਤੇ ਉਹਦੇ ਵੀ ਜਿਵੇਂ ਕੋਈ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਹੁੰਦੀ ਹੈ, ਅਤੇ ਉਹ ਭੱਜ ਕੇ ਆਇਆ। ਅਤੇ ਅਸੀਂ ਦੋਵੇਂ ਉਹਨਾਂ ਦੇ ਘਰੇ ਗਏ। ਉੱਥੇ ਗੱਡਾ ਉਹਨਾਂ ਦੇ ਬਾਹਰ 'ਚ ਖੜ੍ਹਾ, ਉੱਥੇ ਇੱਕ ਚੁਗਾਨ ਛੋਟਾ ਜਿਹਾ ਬਣਿਆ ਵਾ ਸੀ, ਉਸ ਚੁਗਾਨ 'ਚ ਗੱਡਾ ਖੜ੍ਹਾ ਸੀ, ਉੱਥੇ ਲੱਦੀ ਜਾਂਦੀ ਸੀ। ਲੱਦਣ ਤੋਂ ਬਾਅਦ ਘੰਟੇ ਕੁ ਮਗਰੋਂ ਤੁਰ ਪਏ। ਅਸੀਂ ਵੀ ਉੱਥੇ ਹੀ ਰਹੇ, ਆਏ ਨਹੀਂ, ਅਸੀਂ ਆਇਆ ਹੀ ਨਹੀਂ ਗਿਆ। ਮਤਲਬ ਇੰਨਾ ਮਹਿਸੂਸ ਹੋਇਆ, ਜਿਹੜੇ ਬਾਲਪਨ ਵਿੱਚ ਖਿਆਲ ਹੁੰਦੇ ਆ, ਉਹਨਾਂ ਨਾਲ ਤਾਂ ਇਹੋ ਜਿਹੀਆਂ ਗੱਲਾਂ ਮਹਿਸੂਸ ਹੀ ਨਹੀਂ ਹੁੰਦੀਆਂ। ਬਿਲਕੁਲ। ਉਹ ਲੇਕਿਨ ਮਹਿਸੂਸ ਹੋਇਆ ਵੀ ਇਹ ਜਾ ਰਹੇ ਨੇ। ਇੰਨੀ ਜ਼ਰੂਰ ਗੱਲ ਹੋਈ ਵੀ ਜਾ ਰਹੇ ਨੇ। ਉਹ ਗੱਲ ਨੂੰ ਮਹਿਸੂਸ ਕਰਦਾ ਮੈਂ ਉਹਨੂੰ ਸੱਦ ਲੈਂਦਾ। ਅਸੀਂ ਘੰਟਾ ਰਹੇ ਉੱਥੇ ਉਹਨਾਂ ਦੇ ਕੋਲੇ, ਨਾਲ ਮਾੜਾ ਮੋਟਾ ਸਮਾਨ ਚੁਕਾਉਂਦੇ ਵੀ ਰਹੇ ਜਿਹੜਾ ਉਹਨਾਂ ਨੇ ਕਿਹਾ। ਤੋ ਅਸੀਂ ਨਾਲ ਹੀ ਤੁਰ ਪਏ, ਨਾਲ ਹੀ ਤੁਰੇ ਗਏ। ਅਤੇ ਗੱਲ ਦੀ ਕੋਈ ਸਮਝ ਨਹੀਂ, ਬਿਲਕੁਲ ਸਮਝ ਨਹੀਂ ਸੀ ਇਸ ਗੱਲ ਦੀ ਵੀ ਇਹ ਜਾ ਰਹੇ ਅਤੇ ਇਹਨਾਂ ਨੇ ਆਉਣਾ ਨਹੀਂ ਹੈ, ਮੁਸ਼ਕਿਲਾਂ ਦੇ ਵਿੱਚ ਪੈਣਗੇ। ਉਹ ਜ਼ਰੂਰ ਰੋਂਦੇ ਰਹੇ। ਅਤੇ ਬਾਈਬਲ ਵਾਲੇ ਸੂਏ 'ਤੇ ਜਾ ਕੇ ਉਹਨਾਂ ਨੇ ਸਾਨੂੰ ਗੱਡਾ ਰੋਕ ਕੇ ਕਿਹਾ ਵੀ ਤੁਸੀਂ ਵਾਪਸ ਚਲੇ ਜਾਓ, 3-4 ਮੀਲ ਆ ਗਏ ਹੋ, ਕਾਹਦੇ 'ਤੇ ਜਾਓਗੇ ਫਿਰ ਮੁੜ ਕੇ? ਹੁਣ ਤੁਸੀਂ ਉਤਰ ਕੇ ਸਾਨੂੰ ਪਿਆਰ ਦੇ ਕੇ, ਨਾਲ ਉਹਨਾਂ ਦੇ ਇੰਜਾਂ ਡਿੱਗ ਰਹੀਆਂ ਸੀ, ਨਾਲ ਸਾਨੂੰ ਪਿਆਰ ਦੇ ਰਹੇ ਸੀ। ਉਹ ਲੇਡੀਜ਼ ਵੀ ਜੈਂਟਸ ਵੀ ਜਿਹੜੇ ਸੀ ਉਹ ਪਿਆਰ ਦੇ ਰਹੇ ਸੀ। ਤਾਂ ਬਹੁਤ ਘੁੱਟ ਕੇ ਸਾਨੂੰ ਮਿਲ ਕੇ ਉਹ ਜਿਹੜੀਆਂ ਯਾਦਾਂ ਨੇ ਉਹ ਅੱਜ ਤੱਕ ਵੀ ਕਰ ਰਹੀਆਂ ਨੇ, ਉਹ ਨਿਕਲੀਆਂ ਨਹੀਂ। ਬਹੁਤ ਕੁਛ ਜ਼ਿੰਦਗੀ 'ਚ ਦੇਖ ਲਿਆ, ਬਹੁਤ ਕੁਛ ਆ ਗਿਆ, ਤੋ ਜ਼ਿੰਦਗੀ ਅੱਛੀ ਗੁਜ਼ਰੀ ਹੈ, ਕੋਈ ਇਹ ਵੀ ਗੱਲ ਨਹੀਂ ਹੈ। ਲੇਕਿਨ ਉਹ ਯਾਦ ਜਿਹੜੀ ਹੈਗੀ ਹੈ ਉਹ ਕਈ ਵਾਰੀ ਇੰਨੀ ਰੜਕਦੀ ਜਿਹਦਾ ਹਿਸਾਬ ਕੋਈ ਨਹੀਂ, ਵੀ ਇਹ ਕੰਮ ਗਲਤ ਹੋਇਆ, ਮਾੜਾ ਹੋਇਆ, ਇੱਦੋਂ ਮਾੜਾ ਹੋ ਨਹੀਂ ਸਕਦਾ ਗਾ। ਅਤੇ ਫਿਰ ਵੱਡੇ ਹੋਏ ਥੋੜ੍ਹੇ ਜਿਹੇ ਅਤੇ ਗੱਲਾਂ ਸੁਣੀਆਂ, ਕਤਲ-ਓ-ਗਾਰਤ ਦੀਆਂ ਸੁਣੀਆਂ, ਲੁੱਟਾਂ ਖੋਹਾਂ ਦੀਆਂ ਸੁਣੀਆਂ, 2 ਮੁਲਕਾਂ ਦੇ ਜਿਹੜਾ ਨੁਕਸਾਨ ਹੋਇਆ ਉਹ ਸੁਣੀਆਂ, ਤਾਂ ਉਦੋਂ ਵੀ ਜ਼ਿਆਦਾ ਜਿਹੜਾ ਹੈਗਾ ਜ਼ਖਮ ਹੋਏ। ਉਹਨਾਂ ਜ਼ਖਮਾਂ ਨੂੰ ਭਰਨ ਵਾਸਤੇ ਕੋਈ ਲੱਗ ਨਹੀਂ ਸੀ ਰਿਹਾ ਵੀ ਕਿਹੜੀ ਚੀਜ਼ ਨਾਲ ਇਹ ਭਰੇ ਜਾ ਸਕਦੇ ਜ਼ਖਮ, ਪਰ ਰਹੇ ਰੜਕਦੇ। ਫਿਰ ਸਾਨੂੰ ਦੱਸਿਆ ਗਿਆ ਵੀ ਇਹ ਜਿਨ੍ਹਾਂ ਨੇ ਮੰਗ ਕੀਤੀ ਸੀ ਸਾਡਾ ਪਾਕਿਸਤਾਨ ਹੋਣਾ ਚਾਹੀਦਾ, ਥੋੜ੍ਹੇ ਜਿਹੇ ਵੱਡੇ ਹੋ ਗਏ, 15-16 ਸਾਲਾਂ ਦੇ ਹੋਏ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਿਆ। ਫਿਰ ਉਦੋਂ ਮਤਲਬ ਜਿਹੜਾ ਹੈ ਗਾਲਾਂ ਵੀ ਕੱਢਦੇ ਰਹੇ, ਜਿਨ੍ਹਾਂ ਨੂੰ ਗਾਲਾਂ ਵੀ ਕੱਢਦੇ ਰਹੇ। ਅੱਛਾ ਜੀ। ਹਾਂ, ਤੋ ਇੱਕ ਕਵਿਤਾ ਸੀਗੀ ਕਿ ਪੰਜਾਂ ਨਨਕਾਣਾ ਛੱਡ ਦੇ ਲਾਹੌਰ ਵੇ, ਖਾਲਸੇ ਦਾ ਗਿਆ ਹੈ ਬਦਲ ਤੌਰ ਵੇ, ਤੂੰ ਪਹਿਲਾ ਪਾਸਾ ਰੋਕ ਲੈ ਚਨਾਹ ਦਾ, ਹੋ ਜੇ ਤੇਰਾ ਬੇੜਾ ਗਰਕ ਜਿਨਾਹ ਦਾ। ਇਹ ਸੀ ਛੰਦ ਦੀ ਉਹ
ਪੰਕਤੀ ਜਿਹੜੀ ਹੁੰਦੀ ਹੈ। ਤਾਂ ਉਹ ਗਲੀਆਂ ਦੇ ਵਿੱਚ ਐਂ ਲੱਗਦਾ ਸੀਗਾ ਵੀ ਜਦੋਂ ਗਲੀਆਂ ਦੇ ਵਿੱਚ ਗਾਉਣੇ ਆ, ਤੁਰੇ ਜਾਂਦੇ ਗਾਉਣੇ ਆ, ਸਕੂਲ ਜਾਂਦੇ ਗਾਉਣੇ ਆ, ਤਾਂ ਚੰਗਾ ਲੱਗਦਾ ਸੀਗਾ। ਉਹਨੂੰ ਗਾਲਾਂ ਕੱਢਣੀਆਂ ਚੰਗਾ ਲੱਗਦਾ ਸੀ, ਕਿਉਂਕਿ ਉਹ ਮਨ 'ਚ ਜਿਹੜੀ ਗੱਲ ਸੀ ਉਹ ਨਿਕਲ ਨਹੀਂ ਸੀ ਰਹੀ, ਉਹ ਕਰ ਗਈ। ਔਰ ਅੱਜ ਕੱਲ੍ਹ ਬੱਚਿਆਂ ਵਿੱਚ ਪੈ ਕੇ ਤਾਂ ਥੋੜ੍ਹਾ ਜਿਹਾ ਫਿਰ ਹਰ ਵਕਤ ਤਾਂ ਰਹਿੰਦੀ ਨਹੀਂ ਹੈ, ਲੇਕਿਨ ਜਦੋਂ ਕਦੇ ਇਹ ਕੋਈ ਗੱਲ ਹੁੰਦੀ ਹੈ, ਜਦੋਂ ਪਾਕਿਸਤਾਨ ਦੀ ਗੱਲ ਹੁੰਦੀ ਹੈ, ਜਦੋਂ ਵੰਡ ਦੀ ਗੱਲ ਹੁੰਦੀ ਹੈ, ਜਦੋਂ ਸੰਨ 47 ਦੀ ਗੱਲ ਹੁੰਦੀ ਹੈ, ਜਾਂ ਇਸ ਤਰ੍ਹਾਂ ਕੋਈ ਉਜੜ ਕੇ ਜਾਂਦਾ ਹੈ, ਉਦੋਂ ਉਹ ਸਾਹਮਣੇ ਆ ਜਾਂਦੀ ਹੈ। ਉਦੋਂ ਅੰਦਰੋਂ ਰੋਣ ਵੀ ਨਿਕਲ ਜਾਂਦਾ ਕਈ ਵਾਰੀ। ਤੁਹਾਡੇ ਦੋਸਤਾਂ ਦੇ ਪਰਿਵਾਰ 'ਚ ਹੋਰ ਕੌਣ ਸੀ? ਉਹਨਾਂ ਦੇ ਬਾਬਾ ਸੀ, ਉਹਨਾਂ ਦਾ ਦਾਦਾ, ਬਾਪ ਸੀ ਉਹਨਾਂ ਦੇ, ਅਤੇ ਭਰਾ ਸੀ ਉਹਨਾਂ ਦੇ, ਭੈਣਾਂ ਸਨ ਉਹਨਾਂ ਦੀਆਂ, ਭਰਜਾਈਆਂ ਸਨ ਉਹਨਾਂ ਦੇ, ਵੱਡੇ ਵੱਡੇ ਪਰਿਵਾਰ ਸਨ। ਇਹ ਸਾਡੇ ਸਾਹਮਣੇ ਆ ਜਿਹੜਾ ਕਿਲ੍ਹੇ ਵਰਗਾ ਘਰ, ਤੁਸੀਂ ਇੱਧਰ 'ਤੇ ਆਏ, ਹਾਂਜੀ, ਕਿਲ੍ਹੇ ਵਰਗਾ ਘਰ ਹੈ ਜਿਹੜਾ ਇਹ ਕੈਮਾ, ਪਤਾ ਨਹੀਂ ਉਹਨਾਂ ਨਾਲ ਕੈਮੇ ਖਾਂ ਸੀ ਜਾਂ ਕੀ ਸੀ, ਉਹਨੂੰ ਕੈਮਾ ਹੀ ਕਹਿੰਦੇ ਸੀਗੇ, ਉਹਨਾਂ ਕੋਲ ਪਤਾ ਸੀ। ਉਹ 50 ਜੀ ਹੋਣਗੇ ਘੱਟੋ ਘੱਟ, ਇਕੱਠੇ ਰਹਿੰਦੇ ਸੀ। ਇੱਥੇ ਬਹੁਤ ਵੱਡਾ ਘਰ ਸੀ ਉਹਨਾਂ ਦਾ, ਇੱਥੇ ਸਕੂਲ ਵੀ ਲੱਗਦਾ ਰਿਹਾ ਸਾਡਾ, ਹਾਈ ਸਕੂਲ ਬਣਿਆ, ਹਾਈ ਸਕੂਲ ਫਿਰ ਇੱਥੇ ਲੱਗਦਾ ਰਿਹਾ, ਫਿਰ ਬਿਲਡਿੰਗ ਬਣੀ, ਫਿਰ ਉੱਥੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਵੀ ਵੱਡੇ ਵੱਡੇ ਪਰਿਵਾਰ ਸਨ ਇਹ, ਐਂ ਨਹੀਂ ਸੀ ਵੀ ਛੋਟੇ ਪਰਿਵਾਰ ਹੈ, ਕਿਉਂਕਿ ਇਹਨਾਂ ਦੇ ਥੋੜ੍ਹਾ ਜਿਹਾ ਤਾਂ ਇਹਨਾਂ ਨੂੰ ਹੈਗਾ ਵੀ ਜਿਹਨੇ ਬੱਚੇ ਜ਼ਿਆਦਾ ਕਰ ਸਕਦੇ, ਉਹ ਉਸ ਕਰਕੇ ਫਿਰ ਇਸ ਗੱਲ ਵੱਲ ਧਿਆਨ ਦਿੰਦੇ। ਤਾਂ 50 ਜੀਆਂ ਵਾਲਾ ਪਰਿਵਾਰ ਵੀ ਇੱਥੇ ਰਹਿੰਦਾ ਸੀ, ਇਹ ਚਲੀ ਜਾਂਦਾ। ਉਹ ਵੀ ਚਲੇ? ਹਾਂ, ਸਾਰੇ ਗਏ। ਉਹ ਗੱਲਾਂ ਕਰਦੇ ਸੀ ਐ ਮਾੜੀਆਂ ਮੋਟੀਆਂ, ਜਿਵੇਂ ਆਪਾਂ ਹੁਣ ਜਿਹੜੀਆਂ ਗੱਲਾਂ ਬੈਠ ਕੇ ਕਰ ਰਹੇ ਹਾਂ ਨਾ, ਕਿ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਧੀਆਂ ਜਾਂ ਨੌਜਵਾਨ ਨੂੰਹਾਂ ਆਪ ਮਾਰੀਆਂ, ਕਿਉਂਕਿ ਵਕਤ ਇਹੋ ਜਿਹਾ ਸੀ ਕਿ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਬਜ਼ੁਰਗਾਂ ਨੇ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਇੱਜ਼ਤ ਜ਼ਰੂਰੀ ਹੁੰਦੀ ਹੈ ਨਾ। ਸੇਮ ਉਹੀ ਗੱਲ ਸੀ ਕਿ ਉਸ ਵਕਤ ਵੀ ਲੋਕ ਇਹੀ ਸੋਚਦੇ ਸੀ ਕਿ ਜਾਇਦਾਦ ਲੁੱਟੀ ਜਾਵੇ, ਗਹਿਣਾ ਗੱਟਾ ਲੁੱਟਿਆ ਜਾਵੇ, ਕੋਈ ਚੀਜ਼ ਨਹੀਂ, ਪਰ ਹਾਂ ਸਾਡੀ ਇੱਜ਼ਤ ਨਹੀਂ ਜਾਣੀ ਚਾਹੀਦੀ ਹੈ ਨਾ। ਅਤੇ ਇੱਜ਼ਤ ਨੂੰ ਤੁਸੀਂ ਆਪਣੀਆਂ ਧੀਆਂ ਭੈਣਾਂ ਨਾਲ, ਘਰ ਦੀਆਂ ਔਰਤਾਂ ਨਾਲ ਜੋੜ ਕੇ ਦੇਖਦੇ ਹੋ। ਤਾਂ ਜਿਹੜੀਆਂ ਗੱਲਾਂ ਆਪਾਂ ਹੁਣ ਕੀਤੀਆਂ ਕਿ ਬਹੁਤ ਸਾਰੀਆਂ ਔਰਤਾਂ ਨੂੰ ਖੁਦ ਘਰਦਿਆਂ ਨੇ ਮਾਰ ਦਿੱਤਾ, ਇਹੋ ਜਿਹੀ ਚਿੰਤਾ ਉਹਨਾਂ ਤੁਰਨ ਵਾਲਿਆਂ ਦੇ ਮਨਾਂ 'ਚੋਂ ਤੁਸੀਂ ਮਹਿਸੂਸ ਕੀਤੀ ਸੀ? ਵੈਸੇ ਤੁਸੀਂ ਬਹੁਤ ਛੋਟੇ ਸੀ, ਪਰ ਬਾਅਦ 'ਚ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਹੋਵੇ, ਕਿੰਨਾ ਕੁ ਡਰ ਉਹਨਾਂ ਨੂੰ? ਤਾਂ ਅਸੀਂ ਪੁੱਛਿਆ ਵੀ ਤੁਸੀਂ ਰੋਂਦੇ ਕਿਉਂ? ਇੱਥੇ ਜਦੋਂ ਸਮਾਨ ਲਾਦੇ ਸੀ, ਤੁਸੀਂ ਰੋ ਕਿਉਂ ਰਹੇ ਹੋ? ਜਾਂ ਤਾਂ ਤੁਸੀਂ ਕਿਤੇ ਰਹੇ, ਸਾਨੂੰ ਨਹੀਂ ਪਤਾ ਸੀ ਵੀ ਪਾਕਿਸਤਾਨ 'ਚ ਜਾ ਰਹੇ ਹੈ, ਵੀ ਜਾਂ ਤਾਂ ਤੁਸੀਂ ਕਿਤੇ ਰਹੇ ਹੋ, ਲੇਕਿਨ ਰੋਂਦੇ ਕਿਉਂ? ਇਹ ਗੱਲ ਦਾ ਸਮਝ ਨਾ ਆਵੇ। ਫਿਰ ਉਹਨਾਂ ਨੂੰ ਪੁੱਛਿਆ, ਖੈਰ ਉਹਨੇ ਇਹਨਾਂ ਨੂੰ ਕੋਈ ਬੜਾ ਸਵਾਲ ਇਸ ਦਾ ਜਵਾਬ ਨਹੀਂ ਦਿੱਤਾ। ਉੱਥੇ ਬਾਈਬਲ ਦੇ ਸੂਏ ਦੇ ਉੱਤੇ ਜਾ ਕੇ ਉਹਨਾਂ ਨੇ ਕਿਹਾ, ਬੇਟੇ ਤੁਸੀਂ ਬੱਚੇ ਹੋ, ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਹਿੰਦੁਸਤਾਨ ਪਾਕਿਸਤਾਨ 2 ਮੁਲਕ ਬਣ ਗਏ, ਇੱਕ ਮੁਲਕ ਜਿਹੜਾ ਹੈਗਾ ਵੰਡਿਆ ਗਿਆ। ਇਸ ਕਰਕੇ ਅਸੀਂ ਵਾਪਸ ਨਹੀਂ ਆਉਣਾ, ਅਸੀਂ ਜਾ ਹੀ ਰਹੇ ਹਾਂ, ਆ ਨਹੀਂ ਰਹੇ ਆ। ਇਹ ਉਦੋਂ ਪਤਾ ਲੱਗਿਆ ਵਾਪਸੀ ਦੇ ਉੱਤੇ। ਫਿਰ ਉਹ ਬਸ ਅਸਰ ਕਰਦਾ ਗਿਆ, ਮਤਲਬ ਹਰ ਰੋਜ਼ ਨਵੇਂ ਔਗਣ ਉਹਦਾ ਅਸਰ ਜਿਹੜਾ ਸੀਗਾ ਉਹ ਗਹਿਰੇ ਬਾਲਕ ਮਨ ਦੇ ਉੱਤੇ ਹੁੰਦਾ ਰਿਹਾ, ਜਿਹਨੂੰ ਬਹੁਤ ਸਮਾਂ ਲੱਗਿਆ। ਇਸ ਤਰ੍ਹਾਂ ਜਿਹੜਾ ਘਰ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਜਿਹੜਾ ਆਉਂਦੇ ਹੋਏ ਅਸੀਂ ਵੀ ਵੇਖ ਕੇ ਆਏ, ਅਸੀਂ ਇਹੀ ਗੱਲ ਕਰ ਰਹੇ ਸੀ ਕਾਰ 'ਚ ਬੈਠੇ ਵੀ ਕਿੰਨਾ ਸੋਹਣਾ ਘਰ ਹੈ ਨਾ। ਤਾਂ ਉਹ ਘਰ ਨੂੰ ਬਾਹਰੋਂ ਜਦੋਂ ਆਪਾਂ ਦੇਖਦੇ ਹਾਂ ਤਾਂ ਲੱਗਦਾ ਵੀ ਆ ਕਿ ਉਹ ਕੋਈ ਅਮੀਰ ਘਰਾਣਾ ਹੋਊਗਾ, ਹੈ ਨਾ, ਚੰਗੀ ਜਾਇਦਾਦ ਵਾਲੇ ਬੰਦੇ ਇਹੋ ਜਿਹਾ ਘਰ ਬਣਾ ਸਕਦੇ ਆ। ਉਦੋਂ ਬੇਟੇ ਘਰ ਸੀ ਨਾ ਜਿਹੜੇ, ਹਾਂਜੀ, ਉਹ ਕੱਚੀਆਂ ਇੱਟਾਂ ਦੇ ਸੀ, ਕੱਚੇ ਘਰ ਪੱਕੇ। ਇਹ ਇਹਨਾਂ ਨੇ ਬਣਾਏ ਜਿਨ੍ਹਾਂ ਨੂੰ ਇਹ ਅਲਾਟ ਹੋਇਆ। ਅੱਛਾ ਜੀ। ਇਹ ਸੰਧੂ ਨੇ ਇਹਨਾਂ ਨੂੰ ਅਲਾਟ ਹੋਇਆ, ਇਹਨਾਂ ਨੇ ਉਹਦੀ ਸਫਾਈ ਕੀਤੀ ਹੈ, ਇਹਨਾਂ ਨੇ ਘਰ ਬਣਾਏ, ਕੋਠੀਆਂ ਪਾਈਆਂ, ਸਾਰਾ ਉਹਨਾਂ ਨੇ ਕੀਤਾ। ਉਦੋਂ ਕੱਚੇ ਘਰ ਸੀ ਸਾਰੇ। ਅੱਛਾ ਜੀ। ਤੇ ਕਾਰੋਬਾਰ ਕੀ ਸੀਗੇ ਜਿਹੜੇ ਉਹਨਾਂ ਦੇ ਕਾਰੋਬਾਰ? ਖੇਤੀ। ਵਾਵਾ ਜ਼ਮੀਨਾਂ ਸੀ ਜਾਂ ਨਾਰਮਲ? ਹਾਂ, ਜ਼ਮੀਨਾਂ ਸੀਗੀਆਂ, ਤਾਂ ਹੀ ਅਲਾਟਮੈਂਟ ਦੇ ਵਿੱਚ ਇਹਨਾਂ ਕੋਲ ਜ਼ਮੀਨਾਂ ਜ਼ਿਆਦਾ ਨਹੀਂ। ਹਾਂਜੀ। ਜਿਹੜੇ ਇਹਨਾਂ ਦੀ ਥਾਂ 'ਤੇ ਅਲਾਟ ਹੋਈਆਂ ਜ਼ਮੀਨਾਂ ਘਰ, ਉਹ ਤਾਂ ਹੀ ਹੋਈਆਂ ਨਾ, ਉਹਨਾਂ ਕੋਲ ਉੱਧਰ ਜ਼ਿਆਦਾ ਸੀ, ਇੱਧਰ ਵੈਸੇ ਤਾਂ ਹੋਈਆਂ ਘੱਟ ਹੋਈਆਂ, ਮਤਲਬ ਉਨੀ ਜਾਇਦਾਦ ਨਹੀਂ ਮਿਲੀ ਜਿੰਨੀ ਉੱਧਰ ਸੀਗੀ, ਇੱਧਰ ਘੱਟ ਮਿਲੀ ਹੈ। ਪਤਾ ਨਹੀਂ ਗਿਣਤੀ ਦੇ ਮੁਤਾਬਕ ਸੀ ਕੋਈ ਗੱਲ, ਜਾਂ ਕੋਈ ਗੱਲ ਸੀ ਉਹਦੇ ਮੁਤਾਬਕ, ਮਤਲਬ ਜਿਹੜੇ ਉੱਧਰੋਂ ਆਏ ਸੀ ਕਿ ਉਹਨਾਂ ਨੂੰ ਘੱਟ ਮਿਲੀ ਹੈ, ਜਿਹੜੇ ਇੱਧਰੋਂ ਜੇ ਗਏ ਸੀ ਉਹਨਾਂ ਨੂੰ ਵੱਧ ਮਿਲੀ ਹੈ। ਇਹ ਗੱਲ ਸੁਣੀ ਹੈ। ਤੋ ਇਹ ਨੌਕਰੀਆਂ ਵਾਲੀ ਗੱਲ ਤਾਂ ਬਹੁਤ ਘੱਟ ਸੀ। ਮੇਰਾ ਖਿਆਲ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਮਾਸਟਰ ਸੀ,
ਉਹਦਾ ਨਾਂ ਮੇਰੇ ਦਿਮਾਗ 'ਚੋਂ ਨਿਕਲਿਆ ਹੋਇਆ। ਉਹ ਮੁਸਲਮਾਨ ਸੀਗਾ ਮਾਸਟਰ, ਇੱਕੋ ਹੀ ਮੁਲਾਜ਼ਮ ਸੀ। ਹੈਂ ਜੀ, ਬਾਹਰੋਂ ਮਾਸਟਰ ਸਾਨੂੰ ਪੜ੍ਹਾਉਣ ਵਾਸਤੇ ਤੀਜੀ ਚੌਥੀ 'ਚ ਆਉਂਦਾ ਹੁੰਦਾ ਸੀ, ਬੱਧਨੀ ਕਲਾਂ ਤੋਂ। ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਸਾਹਿਬ ਜਾਇਦਾਦ ਸਨ, ਐਸੀ ਗੱਲ ਨਹੀਂ ਜੀ ਕੋਈ। ਹਾਂ, ਖੇਤੀਬਾੜੀ ਵਾਲੇ ਪਰਿਵਾਰ ਸੀ। ਤੇ ਜਦੋਂ ਤੁਸੀਂ ਜਿਵੇਂ 20-22 ਸਾਲ ਦੇ ਹੋਏ ਹੈ ਨਾ, ਉਦੋਂ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਹੁਣ ਉਹਨਾਂ ਨੇ ਵਾਪਸ ਨਹੀਂ ਆਉਣਾ, ਕਿਉਂਕਿ ਪਹਿਲਾਂ ਸਾਰੇ ਲੋਕਾਂ ਨੂੰ ਇਹੀ ਲੱਗਦਾ ਸੀ ਕਿ 2-4 ਦਿਨ ਦਾ ਰੌਲਾ ਏ, ਅਸੀਂ ਵਾਪਸ ਆਵਾਂਗੇ ਆਪਣੇ ਟਿਕਾਣਿਆਂ ਤੇ, ਹੈ ਨਾ। ਫੜਾ ਕੇ ਗਏ ਹੈ। ਅੱਛਾ ਜੀ। ਉਹ ਸੋਨਾ ਫੜਾ ਕੇ ਗਏ, ਚਾਂਦੀ ਫੜਾ ਕੇ ਗਏ ਹੈ, ਹੋਰ ਵਸਤਾਂ ਜਿਹੜੀਆਂ ਸੀਗੀਆਂ, ਜ਼ਰੂਰੀ ਵਸਤਾਂ ਸੀਗੀਆਂ ਜਿਹੜੀਆਂ, ਜਿਵੇਂ ਦਾਣੇ ਚੰਗੇ ਹੁੰਦੇ ਸੀ, 100-100, 200, 400 ਮਣ, 400 ਮਣ ਇਹਨਾਂ ਦੇ ਹੁੰਦੇ ਸੀ। ਉਹ ਫੜਾ ਕੇ ਹੀ ਐਂ ਗਏ ਸੀਗੇ ਵੀ ਅਸੀਂ ਆਵਾਂਗੇ, ਮੁੜ ਕੇ ਲੈ ਲਾਂਗੇ ਤੁਹਾਤੋਂ, ਆਹ ਸਾਂਭ ਸਾਡਾ, ਰਸਤੇ ਦੇ ਵਿੱਚ ਕੋਈ ਗੜਬੜ ਨਾ ਹੋ ਜਾਵੇ। ਸਾਡੇ ਗੁਆਂਢ 'ਚ ਫੜਾ ਕੇ ਗਏ, ਔਰ ਉਹ ਮੈਂ ਵੇਖੇ। ਹਾਂ, ਉਹ ਮੈਂ ਵੇਖੇ। ਤੇ ਉਹਨਾਂ ਕਿਉਂਕਿ ਮੇਰੇ ਫਾਦਰ ਨੂੰ ਫੜਾਉਣ ਆਏ ਸੀਗੇ। ਅੱਛਾ ਜੀ। ਤੇ ਮੈਂ ਕੋਲੇ ਸੀ, ਉਹਨਾਂ ਨੇ ਜਵਾਬ ਦਿੱਤਾ ਵੀ ਇਹ ਜਿਹਨੂੰ ਮਰਜ਼ੀ ਫੜਾ ਜਾਓ, ਮੈਂ ਤਾਂ ਨਹੀਂ ਫੜਨਾ। ਮਤਲਬ ਆਸ ਸੀ ਕਿ ਅਸੀਂ ਮੁੜ ਕੇ ਆਵਾਂਗੇ, ਉਹਨਾਂ ਨੂੰ ਆਸ ਸੀ। ਮੇਰੇ ਫਾਦਰ ਨੇ ਤਾਂ ਜੀ, ਹੁਣ ਵਿੱਚੋਂ ਫਾਦਰ ਦੀ ਗੱਲ ਹੀ ਆ ਗਈ, ਫਿਰ ਜ਼ਿਆਦਾ ਮੈਂ ਆਪਦੇ ਖਾਨਦਾਨ ਦੀ ਗੱਲ ਹੀ ਕਰ ਰਿਹਾ। ਨਹੀਂ ਨਹੀਂ, ਤੁਹਾਡੀਆਂ ਗੱਲਾਂ ਸੁਣ ਲਈ ਤਾਂ ਆਇਆ। ਇਹ ਜਿਹੜੀ ਕੰਧ ਹੈ ਇੱਧਰਲੇ ਪਾਸੇ, ਸਾਡੀ ਘਰ ਦੀ ਕੰਧ ਹੈ ਜਿਹੜੀ, ਇਹਦੇ ਪਰਲੇ ਪਾਸੇ ਉਹਨਾਂ ਦਾ ਘਰ ਸੀ। ਉਹਦਾ ਨਾਂ ਸੀ ਘੁੰਮਣ। ਉਹ ਮੀਰਾਬ ਵੀ ਸੀਗਾ। ਘੁੰਮਣ ਮੀਰਾਬ ਦਾ ਘਰ ਸੀ, ਅੱਗੇ ਫਤਿਹਦੀਨ ਦਾ ਘਰ ਸੀ। 2 ਘਰ ਸੀਗੇ ਇੱਥੇ ਸਾਡੇ ਜਮਾ, ਜਿਹੜੇ ਸਾਡੀ ਕੰਧ ਨਾਲ ਕੰਧ ਲੱਗਦੀ ਸੀ। ਸਾਡੀ ਭਰਜਾਈ ਜਿਹੜੀ ਸੀਗੀ ਉਹ ਉਸੇ ਮਹੀਨਿਆਂ 'ਚ ਵਿਆਹੀ ਸੀਗੀ ਜਦੋਂ ਰਾਇਟਸ ਹੋਏ, ਯਾਨੀ ਕਿ ਹਾੜ ਦਾ ਵਿਆਹ ਸੀ। ਮੇਰੇ ਬ੍ਰਦਰ ਦਾ, ਵੱਡੇ ਦਾ ਹਾੜ ਦਾ ਵਿਆਹ ਸੀ। ਅਤੇ ਰੌਲਾ ਜਿਹੜਾ ਹੈਗਾ ਉਹ ਮੇਰਾ ਹਾੜ ਸਾਉਣ ਭਾਦੋਂ 'ਚ ਹੀ ਪਿਆ ਬਸ। ਅਗਸਤ 'ਚ ਹੁਣ ਸਾਉਣ ਚੱਲਦਾ। ਉੱਥੇ ਘਰਾਂ ਦੇ ਵਿੱਚ ਨਾ ਜੀ ਚੀਜ਼ਾਂ ਟੰਗੀਆਂ ਵੀਆਂ ਸੀ। ਉਹਦੇ ਵਿੱਚ ਬਲਦਾਂ ਦੇ ਕੰਗਰਾਲ, ਸਮਝਦੇ ਹੋ, ਘੁੰਗਰੂ, ਬਲਦਾਂ ਦੇ ਕੰਗਰਾਲ, ਘੁੰਗਰੂ, ਉਹ ਟੰਗੀ ਵੀ ਸੀ। ਮੇਰਾ ਬ੍ਰਦਰ ਜਿਹੜਾ ਸੀ ਉਹ ਪਸ਼ੂਆਂ ਨੂੰ ਸਾਂਭਣ ਦਾ ਸ਼ੌਕੀਨ ਸੀ, ਪੜ੍ਹਿਆ ਉਹ ਵੀ ਸੀ, ਉਹਨੂੰ ਡਾਕਖਾਨੇ ਚਲਾਉਂਦੇ ਸੀ। ਸਾਡੇ ਬਹਾਦਰ ਨੇ ਅਨਪੜ੍ਹ ਹੁੰਦਿਆਂ ਸਾਨੂੰ 4 ਭਰਾਵਾਂ ਨੂੰ ਪੜ੍ਹਾਇਆ। ਅਸੀਂ 3 ਟੀਚਰ ਲੱਗੇ, ਉਹਨੂੰ ਲੱਗਣ ਨਹੀਂ ਦਿੱਤਾ ਵੀ ਜ਼ਮੀਨ ਸਾਂਭ ਲੈ ਕੇ ਜਾਣਾ। ਉਹ ਪਸ਼ੂਆਂ ਦਾ ਬੜਾ ਸ਼ੌਕੀਨ ਸੀ। ਅਤੇ ਉਹ ਕਿਤੇ ਤੁਰਦਾ ਫਿਰਦਾ ਬਾਹਰ ਖੋਲ੍ਹ ਕੇ ਤੇ ਵੜ ਗਿਆ ਅੰਦਰ, ਚੀਜ਼ਾਂ ਟੰਗੀਆਂ ਪਈਆਂ ਸਨ। ਉਹ ਜਿਹੜੀਆਂ ਕੰਗਰਾਲਾਂ ਸੀ ਉਹ ਟੰਗੀਆਂ ਪਈਆਂ ਸੀ ਬਲਦਾਂ ਦੀਆਂ। ਉਹਨੇ ਲਾਹ ਕੇ ਲਿਆ ਕੇ ਤੇ ਬਾਤੀ ਆਪਦੇ ਬਲਦਾਂ ਦੇ। ਮੇਰੇ ਫਾਦਰ, ਸਾਡਾ ਅੰਦਰਲਾ ਘਰ ਥੋੜ੍ਹਾ ਜਿਹਾ ਉੱਧਰ ਹੈ, ਅੰਦਰਲਾ ਘਰ ਸਾਡਾ, ਉੱਥੇ ਮੇਰਾ ਬ੍ਰਦਰ ਅੱਡ ਹੋਇਆ ਸੀਗਾ। ਇਹ ਸਾਡਾ ਬਾਹਰਲਾ ਘਰ ਸੀਗਾ। ਅਤੇ ਉਹ ਕੰਗਰਾਲਾਂ ਖੜਕੀਆਂ ਜਦੋਂ ਬਲਦਾਂ ਨੇ ਸਾਰਾ ਆਪਦਾ ਹਲਾਇਆ ਤਾਂ ਖੜਕੀਆਂ ਵੀ ਆ, ਕਹਿੰਦਾ ਆ ਕੀ ਖੜਕਦਾ ਹੈ। ਮੇਰਾ ਬ੍ਰਦਰ ਵੀ ਛੋਟਾ ਹੀ ਸੀ, ਮੇਰੇ ਤੋਂ ਬੜਾ ਵੱਡਾ ਨਹੀਂ ਸੀਗਾ, ਅਤੇ ਮਤਲਬ ਹੋਊਗਾ 20 ਸਾਲ ਤਾਂ ਵੱਡਾ ਹੋਊਗਾ। ਕਹਿੰਦਾ ਆ ਕੀ ਖੜਕਦਾ ਬਈ। ਕਹਿਣ ਲੱਗੇ ਕੁਛ ਨਹੀਂ ਗਾ ਕਰਦੇ, ਪਹਿਲਾਂ ਤਾਂ ਕਰਦੇ ਲੁਕਾਉਂਦੇ ਸੀ ਗੱਲ ਨੂੰ ਵੀ। ਫਿਰ ਉਹ ਕਹਿਣ ਲੱਗੇ ਵੀ ਕੰਗਰਾਲਾਂ ਨੇ, ਕਹਿੰਦੇ ਕਿੱਥੋਂ ਲੈਂਦੀਆਂ, ਇਹ ਆਪਣੀ ਤਾਂ ਦੁਕਾਨ ਹੀ ਹੈ ਨਹੀਂ ਗੀ ਕੋਈ ਕੰਗਰਾਲਾਂ ਵਾਲੀ, ਤੂੰ ਕਿੱਥੇ ਜਾਇਆ ਸ਼ਹਿਰ। ਕਹਿੰਦਾ ਮੈਂ ਤਾਂ ਉਹ ਉਹਨਾਂ ਨੂੰ ਫਤਿਹਦੀਨ ਕੋਲ ਲਿਆਇਆ। ਉਹ ਆਂਦਾ ਇਵੇਂ ਜਿਵੇਂ ਕੰਗਰਾਲਾਂ ਖੋਲ੍ਹ ਲਾ, ਇਵੇਂ ਜਿਵੇਂ ਟੰਗਿਆ ਜਿਵੇਂ ਟੰਗੀਆਂ ਸੀਗੀਆਂ। ਹੈ ਜੀ, ਉਹ ਕੰਗਰਾਲਾਂ ਆਪਾਂ ਕੋਈ ਸੂਈ ਵੀ ਨਹੀਂ ਚੱਕਣੀ ਇਹਨਾਂ ਘਰਾਂ ਦੇ ਵਿੱਚੋਂ। ਇਸ ਖਿਆਲ ਰੱਖ ਲੈ, ਕੱਲ੍ਹ ਨੂੰ ਫੇਰ ਕਰੇਗਾ ਇਹ ਐਕਸ਼ਨ, ਆਪਾਂ ਕੋਈ ਸੂਈ ਵੀ ਨਹੀਂ ਚੱਕਣੀ ਗੀ। ਉੱਥੇ ਟੰਗਾਈ ਇਹ ਇਵੇਂ, ਤਾਂ ਕਰਕੇ ਉਹ ਸੋਨੇ ਨੂੰ ਜਵਾਬ ਦਿੱਤਾ, ਤਾਂ ਕਰਕੇ ਦਾਣਿਆਂ ਨੂੰ ਜਵਾਬ ਦਿੱਤਾ ਸੀ। ਇਸ ਕਰਕੇ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਸੀਗਾ। ਉਹ ਕਹਿੰਦੇ ਝੂਠ ਮਾਰੇ ਜਾਂ ਝੂਠ ਮਾਰੇ, ਕਿਸੇ ਦਾ ਹੱਕ ਮਾਰੋ ਉਹ ਨੁਕਸਾਨ ਦੇਗਾ, ਜੇ ਝੂਠ ਮਾਰੋਗੇ ਤਾਂ ਨੁਕਸਾਨ ਹੋਊਗਾ। ਇਸ ਕਰਕੇ ਇਨਸਾਨ, ਇਸ ਤਰ੍ਹਾਂ ਦੇ ਖਿਆਲਾਤ ਸਨ ਸਾਡੇ ਫਾਦਰ ਦੇ। ਜਿਵੇਂ ਤੁਸੀਂ ਸਿਰਫ ਆਪਣੇ 2 ਦੋਸਤਾਂ ਦੀ ਗੱਲ ਹੈ ਨਾ ਜਿਹੜੀ ਤੁਸੀਂ ਮਹਿਸੂਸ ਕੀਤੀ, ਤੁਸੀਂ ਦੱਸ ਰਹੇ ਹੋ, ਜਾਂ ਫਿਰ ਤੁਹਾਡੇ ਪਿੰਡ 'ਚ ਜਿਹੜੇ ਕੋਈ 40-45 ਪਰਿਵਾਰ ਸੀਗੇ, ਪਰ ਉਸ ਵਕਤ ਬੜੇ ਪਿੰਡਾਂ 'ਚੋਂ ਲੋਕ ਉੱਠ ਕੇ ਗਏ। ਤੁਸੀਂ ਹੋਰ ਵੀ ਗੱਲਾਂ ਇਹੋ ਜਿਹੀਆਂ ਸੁਣੀਆਂ ਜਿਹੜੀਆਂ ਤੁਹਾਨੂੰ ਲੱਗਦਾ ਕਿ
ਐਵੇਂ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਬਟਵਾਰਾ ਹੈ, ਇਹਨੂੰ ਅਸੀਂ ਆਜ਼ਾਦੀ ਨਹੀਂ ਕਹਿ ਸਕਦੇ, ਹੋਣਾ ਨਹੀਂ ਸੀ ਚਾਹੀਦਾ, ਹੈ ਨਾ। ਅਤੇ ਇਵੇਂ ਦਾ ਬਹੁਤ ਕੁਝ ਸੁਣਿਆ ਤੁਸੀਂ ਬਾਅਦ 'ਚੋਂ ਜਿਹੜਾ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਸੱਚੀ ਹੁਣ ਤੱਕ ਵੀ ਮਤਲਬ ਤੁਸੀਂ ਜਿਵੇਂ 84-85 ਸਾਲ ਉਮਰ ਤੁਸੀਂ ਦੇਖ ਲਈ ਹੈ, ਹੁਣ ਤੱਕ ਤੁਹਾਨੂੰ ਉਹ ਤਕਲੀਫ ਮਹਿਸੂਸ ਹੋ ਰਹੀ ਹੈ? ਹਾਂ, ਬਾਹਰਲੇ ਪਿੰਡਾਂ ਦਾ ਤਾਂ ਇਉਂ ਸੀ ਨਾ ਜੀ, ਬਾਹਰਲੇ ਪਿੰਡ ਦਾ ਕੋਈ ਐ ਨਹੀਂ ਪਤਾ ਲੱਗਦਾ ਸੀ ਵੀ ਇਹ ਮੁਸਲਮਾਨ ਹੈ, ਇਹ ਹਿੰਦੂ ਹਨ, ਕੀ ਪਤਾ ਲੱਗਦਾ। ਮੇਰਾ ਕਿਸੇ ਨੂੰ ਕੀ ਪਤਾ ਹੋਊਗਾ ਪੱਗ ਬੰਨੀ ਵੀ ਹਿੰਦੂ ਆ ਕਿ ਸਿੱਖ, ਕੀ ਇਸ ਗੱਲ ਦਾ ਨਹੀਂ ਪਤਾ ਲੱਗਦਾ ਸੀ। ਲੇਕਿਨ ਜੋ ਕਹਾਣੀਆਂ ਸੁਣੀਆਂ, ਜੋ ਕਿਤਾਬਾਂ 'ਚੋਂ ਪੜ੍ਹੀਆਂ, ਜੋ ਰਸਾਲਿਆਂ 'ਚੋਂ ਪੜ੍ਹੀਆਂ, ਉਹਨਾਂ ਨੂੰ ਸੁਣ ਕੇ, ਉਹਨਾਂ ਨੂੰ ਲੋਕਾਂ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਸੀਗੀਆਂ ਉਹ ਸੁਣ ਕੇ ਜਦੋਂ ਔਖੇ ਹੋਏ, ਉਹਨਾਂ ਦੇ ਜੀਅ ਮਰ ਗਏ, ਉਹਨਾਂ ਦੀ ਲੁੱਟਾ ਖੋਹੀ ਹੋ ਗਈ, ਇੱਜ਼ਤਾਂ ਲੁੱਟੀਆਂ ਗਈਆਂ, ਉਹ ਸਾਰਾ ਕੁਝ ਸੁਣ ਕੇ ਜੀਅ ਖਰਾਬ ਹੁੰਦਾ ਸੀ, ਸਗੋਂ ਹੋਰ ਵੱਧ ਖਰਾਬ ਹੋ ਜਾਂਦਾ ਸੀ। ਫਿਰ ਆਪਣੀ ਕਬੀਲਦਾਰੀ 'ਚ ਵੜ ਕੇ ਥੋੜ੍ਹਾ ਜਿਹਾ ਫਰਕ ਪਿਆ। ਕੋਸ਼ਿਸ਼ ਬੜੀ ਕੀਤੀ ਇਸ ਗੱਲ ਦੀ ਕਿ ਪੰਡਿਤ ਕਾਹਨ ਚੰਦ ਕੋਲ ਚਿੱਠੀਆਂ ਆਉਂਦੀਆਂ ਸਨ, ਉਹਨਾਂ ਕੋਲ ਮੈਂ ਜਾਂਦਾ ਆਉਂਦਾ ਰਿਹਾ। ਬਜ਼ੁਰਗ ਸਨ ਪੰਡਿਤ, ਲਿਖਤ ਪੜ੍ਹਤ ਦਾ ਕੰਮ ਪਿੰਡ ਵਿੱਚ ਕਰਦੇ ਸਨ, ਮੈਂ ਵੀ ਕਦੇ ਕਦੇ ਜਾ ਵੜਦਾ ਸੀ ਉਹਨਾਂ ਕੋਲ। ਉਹ ਮੈਂ ਕਿਹਾ ਕੀ ਕਰੀ ਜਾਂਦੇ ਹੋ ਪੰਡਿਤ ਜੀ? ਕਹਿਣ ਲੱਗੇ ਮੈਂ ਚਿੱਠੀ ਲਿਖਦਾ ਪਾਕਿਸਤਾਨ। ਅੱਛਾ। ਚਿੱਠੀ ਆਈ ਆ ਉਹਨਾਂ ਦੀ ਪਾਕਿਸਤਾਨ ਤੋਂ, ਮੇਰੇ ਦੋਸਤ ਦੀ, ਅਤੇ ਮੈਂ ਉਹਨਾਂ ਨੂੰ ਚਿੱਠੀ ਲਿਖਦਾ। ਉਹ ਬਜ਼ੁਰਗ ਸਨ ਅਤੇ ਮੈਂ ਆਖਿਆ ਕਿ ਮੇਰਾ ਕੰਮ ਕਰ ਦਿਓ। ਹਾਂਜੀ। ਕਹਿੰਦੇ ਕੀ? ਮੈਂ ਆਖਿਆ ਯਾਰ ਮੇਰੇ ਦੋ ਦੋਸਤ ਸੀ, ਉਹ ਆਪਣੀ ਗੱਲਾਂ ਵਾਲੀ ਗੱਲ, ਉਹ ਤਾਂ ਜਾਣਦੇ ਸੀਗੇ। ਮੈਂ ਕਿਹਾ ਉਹ ਦੋ ਮੇਰੇ ਦੋਸਤ ਸੀ, ਮੈਂ ਵੀ ਟਰਾਈ ਕੀਤੀ ਹੋਰ ਥਾਵਾਂ ਦੇ ਉੱਤੇ, ਮੈਂ ਕਿਹਾ ਕੋਈ ਪਤਾ ਜਿਹਾ ਨਹੀਂ ਲੱਗਿਆ ਗਾ। ਤੁਸੀਂ ਚਿੱਠੀ ਦੇ ਵਿੱਚ ਜਿਹਨੂੰ ਲਿਖ ਰਹੇ ਹੋ ਉਹਨੂੰ ਕਹੋ ਵੀ ਉਹ ਮੁੰਡੇ ਜਿਹੜੇ ਹੈਗੇ ਆ ਉਹ ਕਿੱਥੇ ਹੈ। ਕੋਸ਼ਿਸ਼ ਬੜੀ ਕੀਤੀ ਲੇਕਿਨ ਪਤਾ ਨਹੀਂ ਲੱਗਿਆ, ਨਹੀਂ ਪਤਾ ਲੱਗ ਸਕਿਆ। ਦੁਬਾਰਾ ਕਦੀ ਰਾਬਤਾ ਨਹੀਂ ਹੋਇਆ ਤੁਹਾਡਾ ਕਿਸੇ ਨਾਲ ਵੀ, ਆਪਣੇ ਦੋ ਦੋਸਤਾਂ ਤੋਂ ਇਲਾਵਾ ਵੀ ਕਿਸੇ ਨਾਲ? ਨਹੀਂ, ਮੇਰਾ ਕਿਸੇ ਨਾਲ ਨਹੀਂ ਹੋਇਆ, ਬਸ ਉਹਦੇ ਨਾਲ ਹੋਇਆ ਸੀਗਾ ਜਿਹੜਾ ਕਾਜ਼ੀਆਂ ਦਾ ਮੁੰਡਾ ਆਇਆ ਸੀਗਾ। ਜਦੋਂ ਆਇਆ ਕਈ ਸਾਰੇ ਮੁੰਡੇ ਅਸੀਂ ਉਹਦੇ ਨਾਲ ਤੁਰੇ, ਪਹਿਲਾਂ ਮਸੀਤ 'ਚ ਗਿਆ, ਉਹਨੇ ਮੱਥਾ ਟੇਕਿਆ, ਫਿਰ ਉਹਨਾਂ ਦਾ ਘਰ ਵੀ ਮਸੀਤ ਦੇ ਨੇੜੇ ਹੀ ਸੀਗਾ, ਉੱਥੇ ਘਰ ਘਰ ਟਾ ਕੇ ਰੂੜੀਆਂ ਰਾੜੀਆਂ ਲਾਈਆਂ ਪਈਆਂ ਸੀ। ਜਦੋਂ ਉੱਥੇ ਗਿਆ ਉਹਦਾ ਬਹੁਤ ਔਖਾ ਹੋਇਆ ਵਿਚਾਰਾ, ਉਹ ਬਹੁਤ ਔਖਾ ਹੋਇਆ, ਦਾਤਰ ਮਾਰਿਆ ਉਹਨੇ, ਹੈ ਜੀ। ਉੱਥੋਂ ਹੀ ਮੁੜਿਆ, ਫਿਰ ਗਾਂਹ ਗਿਆ ਨਹੀਂ ਕਿਸੇ ਦੇ ਘਰੇ, ਉਹ ਉੱਥੋਂ ਹੀ ਵਾਪਸ ਮੁੜਿਆ। ਉਹਨੇ ਉੱਧਰ ਬਾਰੇ ਕੋਈ ਗੱਲਾਂ ਕੀਤੀਆਂ ਕਿ ਅਸੀਂ ਉੱਧਰ ਕਿਵੇਂ ਰਹਿ ਰਹੇ ਹਾਂ, ਜਾਂ ਜਿਵੇਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ 2-2 ਸਾਲ ਇਹੋ ਜਿਹੇ ਦਿਨ ਹੁੰਦੇ ਸੀਗੇ ਕਿ ਅਸੀਂ ਇਹ ਸੋਚਦੇ ਹੁੰਦੇ ਸੀ ਕਿ ਕੀ ਕਾਰੋਬਾਰ ਕਰਾਂਗੇ, ਹੈ ਨਾ, ਸ਼ਾਮ ਨੂੰ ਬੱਚਿਆਂ ਨੂੰ ਰੋਟੀ ਕਿੱਥੋਂ ਦੇਵਾਂਗੇ। ਉਹਦੇ ਨਾਲ ਮੇਲ ਨਹੀਂ ਨਾ ਹੋਇਆ ਚੱਜ ਨਾਲ। ਹਾਂਜੀ। ਮਸੀਹ 'ਚ ਹੋਰ ਬੰਦੇ ਵੀ ਸੀਗੇ ਅਤੇ ਅਸੀਂ ਸਾਰੇ ਇਕੱਠੇ 8-10 ਜਾਣੇ ਜਿਹੜੇ ਸੀਗੇ, ਉਹ ਕਹਿੰਦਾ ਘਰ 'ਚ ਸਾਡੇ ਘਰ ਕੋਲੇ ਚੱਲੋ। ਅਸੀਂ ਤੁਰੇ ਗਏ ਉੱਥੋਂ ਮਸੀਹ 'ਚੋਂ, ਕੋਈ ਗੱਲ ਨਹੀਂ ਹੋਈ। ਕਿਸੇ ਹੋਰ ਨਾਲ ਹੋਈ ਹੋਵੇ ਮੈਂ ਨਹੀਂ ਕਹਿ ਸਕਦਾ, ਜਿਨ੍ਹਾਂ ਨਾਲ ਉਹਨਾਂ ਦਾ ਸੰਪਰਕ ਸੀ ਜਾਂ ਉਹਨਾਂ ਦੇ ਗੁਆਂਢੀ ਸੀ, ਹੋ ਸਕਦਾ ਉਹਨਾਂ ਨਾਲ ਹੋਈਆਂ ਹੋਣ ਗੱਲਾਂ, ਮੇਰੇ ਨਾਲ ਕੋਈ ਗੱਲ ਨਹੀਂ ਹੋ ਸਕੀ। ਪੰਡਿਤ ਜੀ ਨੂੰ ਜਿਹੜੀਆਂ ਚਿੱਠੀਆਂ ਆਉਂਦੀਆਂ ਸੀ ਉਹ ਕੌਣ ਲਿਖਦਾ ਸੀ, ਕਿੱਥੋਂ? ਆਪ ਹੀ ਲਿਖਦੇ ਸੀ, ਉਹ ਤਾਂ ਬਜ਼ੁਰਗ ਸੀ, ਉਰਦੂ ਦੇ ਮਾਹਰ ਸੀ। ਉਹ ਤਾਂ ਉਹਨਾਂ ਦੇ ਦੋਸਤ ਜਿਹੜੇ ਚਿੱਠੀਆਂ ਉਹਨਾਂ ਦੇ ਜਿਹੜੇ ਦੋਸਤ ਸੀਗੇ ਪਿੰਡ ਦੇ ਵਿੱਚ, ਹਾਂਜੀ, ਉਹਨਾਂ ਦੀਆਂ ਚਿੱਠੀਆਂ ਆਉਂਦੀਆਂ ਸੀ ਅਤੇ ਇਹ ਲਿਖਦੇ ਸੀ ਉਹਦੇ ਜਵਾਬ ਦੇ ਵਿੱਚ। ਅੱਛਾ ਜੀ। ਆਏ ਸੀ। ਕੌਣ ਲਿਖ ਰਿਹਾ ਸੀ ਦੋਸਤ, ਕੀ ਨਾਂ ਸੀ ਉਹਦਾ? ਪੰਡਿਤ ਕਾਹਨ ਚੰਦ ਲਿਖ ਰਹੇ ਸਨ। ਉਹਨਾਂ ਦੇ ਦੋਸਤ ਕਿੱਥੋਂ ਲਿਖ ਰਹੇ ਸੀ ਚਿੱਠੀਆਂ ਉਹਨਾਂ ਨੂੰ, ਪਾਕਿਸਤਾਨ ਦੇ ਕਿਹੜੇ ਜਗ੍ਹਾ ਤੋਂ? ਉਹਨਾਂ ਨੇ ਕੁਝ ਦੱਸਿਆ ਤੁਹਾਨੂੰ ਇਹ ਗੱਲ? ਨਹੀਂ ਹੋ ਸਕੀ ਇਹ ਗੱਲ। ਹਾਂਜੀ। ਦੱਸਿਆ ਹੋਊਗਾ ਲੇਕਿਨ ਮੇਰੇ ਯਾਦ ਨਹੀਂ। ਯਾਦਾਸ਼ਤ ਸਭ। ਤੇ ਜਦੋਂ ਇਸ ਪਿੰਡ ਚੋਂ ਹਿਜਰਤ ਕਰਕੇ ਮੁਸਲਮਾਨ ਪਰਿਵਾਰ ਗਏ ਤਾਂ ਇਹ ਮਕਾਨ ਸੀਗੇ ਜਿਹੜੇ ਉਹਨਾਂ ਦੇ ਕਿੰਨਾ ਸਮਾਂ ਖਾਲੀ ਰਹੇ? ਕਾਫੀ ਚਿਰ ਰਹੇ। ਅੱਛਾ ਜੀ। ਜਿੰਨੇ ਚਿਰ ਅਲਾਟਮੈਂਟ ਵਾਲੇ ਨਹੀਂ ਆਏ ਉਹਨੇ ਤਾਂ ਖਾਲੀ ਪਏ ਰਹੇ। ਉਹਨੂੰ ਕਿਸੇ ਨੇ ਕੋਈ ਕੰਧ ਨਹੀਂ ਢਾਈ, ਕਿਸੇ ਨੇ ਕੋਈ ਰੋਕ ਰਕਾਈ ਨਹੀਂ ਕੀਤੀ, ਅਤੇ ਉਹ ਖਾਲੀ ਪਏ ਰਹੇ। ਜਦੋਂ ਇਹ ਆਏ ਇਹਨਾਂ ਨੇ ਆ ਕੇ ਇਹਨਾਂ ਦੇ ਵਿੱਚ ਆਪ ਦਾ ਰੱਦੋ ਬਦਲ ਜਿਹੜੀ ਕਰਨੀ ਸੀ ਕਰ ਲਈ। ਜਿਵੇਂ ਉਸ ਵਕਤ ਪਰਿਵਾਰਾਂ 'ਚ ਪਸ਼ੂ ਬਹੁਤ ਰੱਖਦੇ ਸੀਗੇ ਲੋਕ, ਅਤੇ ਉਹਨਾਂ ਸਾਰੇ ਲੋਕ ਨੇ ਜਿਹੜੇ, ਕਈ ਤਾਂ ਇਹ ਕਹਿ ਦਿੰਦੇ ਸੀ ਵੀ ਅਸੀਂ ਤਾਂ, ਜਿਵੇਂ ਮੈਂ ਪਿਛਲੇ ਹਫ਼ਤੇ ਸੁਰਜੀਤ ਕੌਰ ਸੰਧੂ, ਡਾਕਟਰ ਸੁਰਜੀਤ ਕੌਰ ਸੰਧੂ ਨੇ, ਉਹਨਾਂ ਨੂੰ ਮਿਲੀ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਭੂਆ ਜੀ ਆਏ ਸੀ ਰਾਵਲਪਿੰਡੀ ਵੱਲੋਂ, ਤਾਂ ਉਹ ਹਾਂਜੀ, ਤਾਂ ਉਹ ਇੱਕ ਗੜਵੀ ਲੈ ਕੇ ਆਏ ਸੀ ਜਿਹੜੀ ਉਹ ਵੀ ਮਤਲਬ ਰਸਤੇ 'ਚ ਧਾੜਵੀਆਂ ਨੇ ਉਹਨਾਂ ਤੋਂ ਰਖਵਾਲੀ ਸੀਗੀ, ਹੈ ਨਾ। ਤਾਂ ਸੋਨਾ ਜਾਂ ਇਹੋ ਜਿਹੀਆਂ ਚੀਜ਼ਾਂ ਬੰਦੇ ਲਿਜਾ ਸਕੇ, ਪਰ ਜਿਹੜੇ ਉਹਨਾਂ ਦਾ ਪਸ਼ੂ ਜਾਂ ਇਹੋ ਜਿਹੀ ਕੋਈ ਹੋਰ ਚੀਜ਼ਾਂ ਸੀਗੀਆਂ ਜਿਹੜੀਆਂ, ਉਹ ਫਿਰ ਇੱਥੇ ਕਿਵੇਂ ਇੰਨਾ ਚਿਰ ਰਹੀਆਂ? ਜਿਵੇਂ ਪਸ਼ੂ ਨੂੰ ਤਾਂ ਸ਼ਾਮ ਨੂੰ ਵੀ ਚਾਰਾ ਚਾਹੀਦਾ ਹੁੰਦਾ। ਜਿਹੜਾ ਸਾਮਾਨ ਸੀ ਨਾ ਵਿੱਚ ਪਿਆ ਜੀ, ਉਹ ਤਾਂ ਮਹੀਨੇ 20 ਦਿਨਾਂ ਦੇ ਵਿੱਚ ਖਾਲੀ ਕਰਤੇ, ਮਕਾਨ ਖਾਲੀ ਕਰਤੇ ਲੋਕਾਂ ਨੇ, ਚੀਜ਼ਾਂ ਚੱਕਣ ਵਾਲੇ ਨੇ।
ਤੇ ਮਕਾਨ ਖਾਲੀ ਪਏ ਰਹੇ ਬਸ ਬਹੁਤ ਚਿਰ ਮੇਰੇ ਖਿਆਲ ਸਾਲ 6 ਮਹੀਨੇ ਹੀ ਪਏ ਰਹੇ ਹੋਣਗੇ। ਉਸੇ ਵਕਤ ਤੁਹਾਡੇ ਪਿੰਡਾਂ 'ਚ ਵੀ ਲੋਕ ਉੱਧਰੋਂ ਆਉਣੇ ਸ਼ੁਰੂ ਹੋਏ? ਨਹੀਂ ਆਏ, ਥੋੜ੍ਹੇ ਜਿਹੇ ਬਾਅਦ 'ਚ ਆਏ, ਥੋੜ੍ਹੇ ਮਗਰੋਂ ਆਏ ਥੋੜ੍ਹੇ। ਉਦੋਂ ਮੌਕੇ 'ਤੇ ਮਤਲਬ ਉਹਨਾਂ ਦਿਨਾਂ ਦੇ ਵਿੱਚ ਹੀ, ਅਗਸਤ ਮਹੀਨੇ ਦੇ ਵਿੱਚ ਕਹਿ ਲਓ ਵੀ ਉਹਨਾਂ ਦਿਨਾਂ 'ਚ ਨਹੀਂ ਸੀ। ਤੇ ਹੁਣ ਥੋੜ੍ਹੇ ਜਿਹੇ ਮਗਰੋਂ ਆਏ। ਕਿੰਨੇ ਕੁ ਪਰਿਵਾਰ ਨੇ ਜਿਹੜੇ ਉੱਧਰੋਂ ਆਏ ਹੋਏ ਨੇ ਇਸ ਪਿੰਡ 'ਚ? ਮੇਰਾ ਗਿਣਤੀ ਜੀ ਤਾਂ ਹੈ ਨਹੀਂ ਗੀ। ਕਈ ਸੰਧੂਆਂ ਦੇ ਪਰਿਵਾਰ ਨੇ, ਕੋਈ ਔਲਖ ਪਰਿਵਾਰ ਹੈ ਜੀ, ਅਤੇ ਕੋਈ ਥੋੜ੍ਹੇ ਮਤਲਬ ਕਹਿਰੇ ਵੀ ਹੈਗੇ ਆ। ਇਹਨਾਂ ਦੇ ਕੁਆੜ ਦੇ ਵਿੱਚ ਉਹ ਕਿਰਪਾਲ ਕੇ ਅਤੇ ਉਹ ਜਿਹੜੇ ਹੈਗੇ ਉਹ ਪਤਾ ਨਹੀਂ ਕਿਹੜੇ ਘਰਾਂ ਨਾਲ ਸੰਬੰਧ ਰੱਖਦੇ, ਉਹ ਵੀ ਹੈਗੇ। ਤੇ ਉਹ ਕੁਝ ਦੱਸਦੇ ਸੀ ਆਪਣੇ ਬਾਰੇ ਇੱਧਰ ਆ ਕੇ ਤੁਹਾਨੂੰ? ਜਿਵੇਂ ਹੁਣ ਤਾਂ ਤੁਹਾਡਾ ਮਿਲਣ ਵਰਤਣਾ ਬਸ ਐਂ ਗੱਲਾਂ ਕਰਦੇ ਸੀ, ਐਂ ਨਾਲ ਹੀ ਜਿਵੇਂ ਆਪਾਂ ਕਰੀ ਜਾਂਦੇ ਐਂ ਗੱਲਾਂ ਬਸ ਕਰ ਲੈ। ਜਦੋਂ ਕਿਤੇ ਜਾ ਕੇ ਕਿੱਥੇ ਬਹਿੰਦੇ, ਹਾਂਜੀ, ਉਦੋਂ ਹੁੰਦੀਆਂ ਸੀ ਗੱਲਾਂ। ਕੋਈ ਨਾ ਕੋਈ ਗੱਲ ਕਰਦੇ ਸੀ ਵੀ ਐਂ ਹੋਇਆ ਉੱਥੇ, ਐਂ ਜਿਹੜਾ ਹੈਗਾ ਉਹ ਲੁੱਟਾ ਖੋਹੀ ਹੋਈ, ਐਂ ਉੱਥੇ ਕਤਲੋ-ਗਾਰਤ ਹੋਇਆ, ਉਹ ਗੱਲਾਂ ਕਰਦੇ ਸੀ। ਅੱਛਾ ਜੀ। ਉਹਨਾਂ ਦੇ ਸਾਰੇ ਜੀ ਸਹੀ ਸਲਾਮਤ ਆਏ? ਕੋਈ ਗੱਲ ਇਹੋ ਜਿਹੀ ਕਰਦੇ? ਹਾਂ, ਲਗਭਗ ਸਹੀ ਸਲਾਮਤ ਸੀ। ਸਾਡੇ ਇੱਥੇ ਜਿਹੜੇ ਆਏ ਆ ਉਹਨਾਂ ਦੇ ਲਗਭਗ ਸਹੀ ਸਲਾਮਤ। ਤੇ ਤੁਸੀਂ ਕਦੀ ਪਾਕਿਸਤਾਨ ਜਾਣ ਦਾ ਸੋਚਿਆ ਨਹੀਂ? ਪਾਕਿਸਤਾਨ ਜੇ ਤਾਂ ਹੁਣ ਉੱਥੇ ਕੋਈ ਜਾਣ ਪਛਾਣ ਵਾਲਾ ਬੰਦਾ ਹੋਵੇ ਨਾ ਫੇਰ ਹੀ ਜਾਵੇ। ਉਹ ਜਾਣ ਪਛਾਣ ਵਾਲੇ ਜਿਹੜੇ ਹੈਗੇ ਉਹਨਾਂ ਦੀ ਸੂਹ ਨਹੀਂ ਮਿਲ ਰਹੀ ਸੀ, ਇਸ ਕਰਕੇ ਖਿਆਲ ਹੀ ਨਹੀਂ ਕੀਤਾ ਫਿਰ ਵੀ ਜਾਣਾ। ਜਿਹਦੇ ਕੋਲੇ ਜਿਹਨੂੰ ਮਿਲਣ ਜਾਣਾ ਹੈ ਉਹਦਾ ਤਾਂ ਪਤਾ ਕੋਈ ਨਹੀਂ ਕਿੱਥੇ ਹੈ, ਅਤੇ ਫਿਰ ਜਾਣਾ ਬੰਦ ਹੀ ਕਰਤਾ, ਫਿਰ ਇਹ ਖਿਆਲ ਹੀ ਛੱਡਤਾ। ਜਿਵੇਂ ਇੱਧਰੋਂ ਜਿਹੜੇ ਲੋਕ ਗਏ ਨੇ ਉਹਨਾਂ ਦਾ ਕੋਈ ਪਤਾ ਟਿਕਾਣਾ ਤੁਹਾਡੇ ਕੋਲ ਨਹੀਂ ਹੋਊਗਾ, ਕਿਉਂਕਿ ਪਤਾ ਨਹੀਂ ਸੀ ਉਸ ਵਕਤ ਕਿ ਕਿਹੜੇ ਪਿੰਡ ਸਾਨੂੰ ਜ਼ਮੀਨ ਅਲਾਟ ਹੋਊਗੀ ਜਾਂ ਕਿੱਥੇ ਜਾ ਕੇ ਅਸੀਂ ਬੈਠਣਾ ਹੈ ਨਾ। ਬਹੁਤ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ, ਕਿਉਂਕਿ ਇੱਧਰੋਂ ਉੱਧਰ ਰਿਸ਼ਤੇਦਾਰੀਆਂ ਵੀ ਬਹੁਤ ਸੀ ਲੋਕਾਂ ਦੀਆਂ। ਉਹਨਾਂ ਲੋਕਾਂ ਨੂੰ ਜਿਹੜੇ ਇਸ ਪਿੰਡ 'ਚੋਂ ਗਏ ਉਹਨਾਂ ਨੂੰ ਪੱਕਾ ਆਪਣਾ ਟਿਕਾਣਾ ਪਤਾ ਸੀ ਕਿ ਅਸੀਂ ਬਰਗਾੜੀ ਪਿੰਡ ਪੰਜਾਬ ਤੋਂ ਉੱਠ ਕੇ ਅਸੀਂ ਆਏ ਹਾਂ, ਹੈ ਨਾ। ਤਾਂ ਉੱਧਰੋਂ ਉਹਨਾਂ ਨੇ ਨਹੀਂ ਕੋਈ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਚਿੱਠੀਆਂ ਇਸ ਪਿੰਡ ਪਾਈਆਂ ਹੋਣਗੀਆਂ ਕਿਸੇ ਦੇ ਨਾਂ 'ਤੇ? ਮੇਰੀ ਸਮਝ 'ਚ ਜਿਹੜੀ ਗੱਲ ਉਹ ਇਹ ਹੈ ਕਿ ਇੰਡੀਵਿਜੂਅਲੀ ਤੌਰ ਦੇ ਉੱਤੇ ਉਹ ਚਿੱਠੀ ਆਉਂਦੀ ਰਹੀ, ਇੰਡੀਵਿਜੂਅਲ ਤੌਰ 'ਤੇ ਇਹ ਪਾਉਂਦੇ ਰਹੇ, ਕੋਈ ਜਿਹੜਾ ਜ਼ਾਬਤਾ ਹੋਇਆ ਨਹੀਂ ਹੈ। ਜੇ ਰਾਬਤਾ ਹੋ ਜਾਂਦਾ ਤਾਂ ਫਿਰ ਕੁਦਰਤੀ ਤੌਰ 'ਤੇ ਤਾਂ ਮਿਲਣ ਆਉਣੇ ਸੀ ਉਹਨਾਂ ਨੇ, ਜਾਂ ਮੈਂ ਕੋਈ ਉਪਰਾਲਾ ਕਰਦਾ। ਇਸ ਕਰਕੇ ਉਹ ਜਿਹੜਾ ਹੈਗਾ ਨਾ ਇੰਡੀਵਿਜੂਅਲ ਤੌਰ 'ਤੇ ਚਿੱਠੀਆਂ ਜਿਹੜੀਆਂ ਹੈਗੀਆਂ ਪੰਡਤ ਕਾਹਨ ਚੰਦ ਕੋਲ ਤਾਂ ਬਸ ਉਹ ਆਉਂਦੀ ਸੀ ਚਿੱਠੀ, ਉਹਦਾ ਜਵਾਬ ਦੇ ਦਿੰਦਾ ਸੀ। ਹਾਂਜੀ, ਜਿਵੇਂ ਭਾਜੀ ਤੁਹਾਡੇ ਬੇਟੇ ਕਹਿ ਰਹੇ ਨੇ ਕਿ ਕਿਸੇ ਇੱਕ ਦੀ ਚਿੱਠੀ ਜਿਹੜੀ ਜਿਨ੍ਹਾਂ ਨੂੰ ਉਹਨਾਂ ਨੇ ਮੈਂਸ਼ਨ ਕੀਤਾ ਕਿ ਕੋਈ ਮੁਸਲਮਾਨ ਵੀਰ ਗਿੱਲ ਕਹਿ ਰਹੇ ਨੇ, ਹੈ ਨਾ, ਵੀ ਉਹ ਚਿੱਠੀ ਲਿਖਦੇ ਸੀਗੇ ਤੇ ਉਹਨਾਂ ਨੇ ਇੱਧਰ ਆਉਣ ਦਾ ਪ੍ਰੋਗਰਾਮ ਵੀ ਬਣਾਇਆ ਸੀਗਾ। ਉਹਨਾਂ ਬਾਰੇ ਤੁਹਾਨੂੰ ਕੁਛ ਯਾਦ ਹੈ ਕਿ ਉਹ ਕੀ ਲਿਖਦੇ ਸੀ ਚਿੱਠੀ 'ਚ, ਕੀ ਪ੍ਰੋਗਰਾਮ, ਕਾਹਦੇ ਲਈ ਉਹ ਇੱਧਰ ਆਉਣਾ ਚਾਹੁੰਦੇ ਸੀ, ਕੀ ਸਾਰਾ ਕੁਛ? ਉਹ ਇਹ ਗੱਲਾਂ ਜਿਹੜੀਆਂ ਲਗਭਗ ਆਪਾਂ ਕਰਦੇ ਹਾਂ ਇਹਨਾਂ ਗੱਲਾਂ ਦਾ ਵੀ ਜ਼ਿਕਰ ਕਰਦੇ ਸੀ ਪੰਡਿਤ ਜੀ ਤਾਂ। ਹਾਂਜੀ, ਬਈ ਯਾਰ ਕਿੰਨੇ ਵਧੀਆ ਮਤਲਬ ਜਿਹੜਾ ਸੀਗਾ ਸਾਹ ਲੈਂਦੇ ਲੋਕ ਇੱਕਦਮ ਇੰਨੇ ਵੈਰੀ ਹੋ ਗਏ ਇੱਕ ਦੂਜੇ ਦੇ ਜੀਵਨ ਨੂੰ ਖ਼ਤਮ ਕਰਨ ਵਾਸਤੇ ਤਿਆਰ ਹੋ ਗਏ ਬੰਦੇ। ਕਮਾਲ ਦੀ ਗੱਲ ਹੈ। ਇਹ ਤਾਂ ਅਖੀਰਲਾ ਕੰਮ ਹੁੰਦਾ ਹੈ, ਕਿਸੇ ਨੂੰ ਮਾਰਨਾ ਤਾਂ ਅਖੀਰ ਇਹ ਤੋਂ ਰਹਿ ਕੀ ਗਏ ਬਾਕੀ ਕੁਛ। ਇਸ ਕਰਕੇ ਉਹ ਲਿਖਦੇ ਸੀਗੇ ਇਹ ਗੱਲ। ਜਦੋਂ ਮੈਂ ਪੜ੍ਹ ਲੈਂਦਾ ਉਰਦੂ, ਅਜੇ ਇਹ ਨਹੀਂ ਗੱਲ ਮੈਂ ਪੜ੍ਹ ਨਹੀਂ ਲੈਂਦਾ, ਮੈਂ ਪੜ੍ਹ ਲੈਂਦਾ ਉਰਦੂ, ਲਿਖ ਵੀ ਲੈਂਦਾ ਉਹਨਾਂ ਕੁ ਜਿੰਨਾ ਕੁ ਅਸੀਂ ਪੜ੍ਹੇ ਸੀ ਚੌਥੀ ਤੱਕ। ਪੰਜਵੀਂ ਜਾ ਕੇ ਸਾਨੂੰ ਪੰਜਾਬੀ ਲੱਗ ਗਈ, ਉਰਦੂ ਜਿਹੜੀ ਮੀਡੀਅਮ ਸੀਗਾ ਉਹ ਬੰਦ ਹੋ ਗਿਆ ਸੀ। ਤਾਂ ਮੈਂ ਪੜ੍ਹ ਵੀ ਲੈਂਦਾ ਸੀ, ਲਿਖ ਵੀ ਲੈਂਦਾ ਸੀ। ਹਿੰਦ ਸਮਾਚਾਰ ਅਖਬਾਰ ਜਿਹੜਾ ਹੈਗਾ ਉਹ ਕੰਟੀਨਿਊਸਲੀ ਪੜ੍ਹਦੇ ਰਹੇ। ਮੇਰੇ ਬ੍ਰਦਰ ਦੀ ਡੈਥ ਤੋਂ ਬਾਅਦ, ਵੱਡੇ ਬ੍ਰਦਰ ਦੀ ਡੈਥ ਤੋਂ ਬਾਅਦ, ਉਹ 94 ਸਾਲ ਦੇ ਹੋ ਕੇ ਡੈਥ ਹੋਈ ਉਹਨਾਂ ਦੀ, ਉਹ ਅਖਬਾਰ ਪੜ੍ਹਦੇ ਸੀ ਹਿੰਦ ਸਮਾਚਾਰ। ਉੱਥੋਂ ਮੈਂ ਪੜ੍ਹ ਕੇ ਮੈਂ ਉਰਦੂ ਦਾ ਅਭਿਆਸ ਮੈਨੂੰ ਭਾਵ ਮੇਰਾ ਰਿਹਾ, ਭੁੱਲਿਆ ਨਹੀਂ ਮੈਂ। ਤੋ ਉਰਦੂ ਦੇ ਵਿੱਚ ਚਿੱਠੀ ਲਿਖਦੇ ਸੀ ਅਤੇ ਉਹ ਪਈ ਚਿੱਠੀ ਮੈਂ ਵੀ ਪੜ੍ਹ ਲੈਂਦਾ ਸੀ। ਥੋੜ੍ਹੀਆਂ ਜਿਹੀਆਂ ਗੱਲਾਂ ਜਿਵੇਂ ਉਹ ਆਪਾਂ ਕਹਿ ਦਿੰਦੇ ਹਾਂ ਕਿ ਬਜ਼ੁਰਗ ਹੋਣ ਦੇ ਨਾਤੇ ਕਈ ਵਾਰੀ ਅਸੀਂ ਭੁੱਲ ਵੀ ਜਾਂਦੇ ਹਾਂ ਜਾਂ ਸਾਡੇ ਦਿਮਾਗ 'ਚ ਵੀ ਨਹੀਂ ਰਹਿੰਦੀਆਂ। ਜਿਵੇਂ ਇਹਨਾਂ ਦੇ ਬੇਟੇ ਦੱਸ ਰਹੇ ਨੇ ਕਿ ਇੱਕ ਵੀਰ ਨੇ ਜੋ ਚਿੱਠੀ ਲਿਖਦੇ ਸੀਗੇ ਉਸ ਸਮੇਂ, ਅਤੇ ਉਹ ਇੱਧਰ ਆਉਣਾ ਚਾਹੁੰਦੇ ਸੀ, ਪਰ ਉਸੇ ਦੌਰਾਨ ਮਤਲਬ ਜਿਵੇਂ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਅਤੇ ਭਾਰਤ ਦਾ ਜਿਹੜਾ ਉਹ ਰਿਸ਼ਤਾ ਹੀ ਹੁਣ ਇਸ ਤਰੀਕੇ ਦਾ ਬਣ ਗਿਆ ਹੈ ਕਿ ਸਾਨੂੰ, ਮੈਨੂੰ ਲੱਗਦਾ ਹੁੰਦਾ ਕਿ ਇੱਧਰੋਂ ਇੱਕ ਕੋਰੀਅਰ ਕਰਨਾ ਜਾਂ ਵੀਜ਼ਾ ਲੈਣਾ
ਇਸ ਤੋਂ ਵੱਡੀ ਜਿਹੜੀ ਸਮੱਸਿਆ ਹੈ ਜਾਂ ਇਸ ਤੋਂ ਵੱਡੀ ਦਿੱਕਤ ਆ ਜਿਹੜੀ ਉਹ ਕੋਈ ਹੋ ਹੀ ਨਹੀਂ ਸਕਦੀ, ਕਿਉਂਕਿ ਪਾਕਿਸਤਾਨ ਦਾ ਨਾਂ ਸੁਣਦਿਆਂ ਹੀ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਕਿਵੇਂ ਮਹਿਸੂਸ ਕਰਦੀਆਂ ਨੇ। ਆਮ ਬੰਦਾ ਉਹਨਾਂ ਲਈ ਸ਼ੱਕੀ ਜਿਹਾ ਹੋ ਜਾਂਦਾ ਅਤੇ ਕਿਸੇ ਕਾਰਨ ਉਹ ਨਹੀਂ ਆ ਸਕੇ, ਇਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਅਤੇ ਫਿਰ ਤੋਂ ਇੱਕ ਵਾਰ ਮਤਲਬ ਇੱਕ ਭਾਈਚਾਰਕ ਸਾਂਝ ਆ ਜਿਹੜੀ ਇਸ ਪਿੰਡ ਦੀ ਉਹ ਦਿਖਦੀ ਹੈ ਕਿ ਇੱਥੇ ਲੋਕਾਂ ਨੇ ਉਹਨਾਂ ਦਾ ਭੋਗ ਪਾਇਆ। ਅਤੇ ਬਾਕੀ ਦੀਆਂ ਗੱਲਾਂ ਆਪਾਂ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਮੈਂ ਤੁਹਾਨੂੰ ਤਾਂ ਦੱਸਣਾ ਜ਼ਰੂਰੀ ਸਮਝਿਆ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਸਲ ਦੇ ਵਿੱਚ ਲੋਕਾਂ ਦੀ ਮੁਹੱਬਤ ਕਿਵੇਂ ਇੱਕ ਦੂਜੇ ਨਾਲ ਸੀ ਅਤੇ ਸਿਆਸਤ ਉਹਨੂੰ ਕਿਵੇਂ ਬਦਲ ਦਿੰਦੀ ਹੈ, ਤਾਂ ਕਿਵੇਂ ਲੋਕ ਜਿਹੜੇ ਇੱਕ ਦੂਜੇ ਦੇ ਲਹੂ ਦੇ ਤਰੇਹੇ ਹੋ ਜਾਂਦੇ ਨੇ। ਆਪਾਂ ਗੱਲਬਾਤ ਉਹਨਾਂ ਨਾਲ ਦੁਬਾਰਾ ਕਰਦੇ ਹਾਂ। ਜਦੋਂ ਤੁਹਾਨੂੰ ਸਮਝ ਆਉਣ ਲੱਗੀ ਹੈ ਨਾ ਕਿ ਪਾਕਿਸਤਾਨ ਦੇ ਵੀਜ਼ੇ ਮਿਲਣ ਲੱਗ ਗਏ ਨੇ, ਤੁਸੀਂ ਜਾਣ ਬਾਰੇ ਨਹੀਂ ਸੋਚਿਆ ਕਦੀ ਵੀ? ਉੱਧਰੋਂ ਮਤਲਬ ਇਸ ਪਿੰਡ ਤੋਂ ਇਲਾਵਾ ਤੁਸੀਂ ਸੁਣਦੇ ਹੁੰਦੇ ਸੀ ਵੀ ਲੋਕ ਆਉਂਦੇ ਨੇ ਆਪਣੀਆਂ ਜਾਇਦਾਦਾਂ ਦੇਖਦੇ ਨੇ, ਜਾਂ ਇੱਧਰੋਂ ਜਾ ਕੇ ਲੋਕ ਜਿਹੜੇ ਤੁਹਾਡੇ ਪਿੰਡਾਂ ਵੱਲ ਆਏ ਉਹਨਾਂ ਨੇ ਜਾ ਕੇ ਵੇਖੀਆਂ? ਮੇਰੇ ਦਿਮਾਗ 'ਚ ਤਾਂ ਇਕੱਲਾ ਅਫਰੀਕਾ ਹੀ ਹੈ ਵੀ ਉਹ ਆਇਆ ਸੀਗਾ, ਮੈਨੂੰ ਉਹਦਾ ਪਤਾ। ਇੱਕ ਦੋ ਆਦਮੀ ਹੋਰ ਵੀ ਆਏ ਪਰ ਉਹਨਾਂ ਨਾਲ ਮੇਰਾ ਸੰਪਰਕ ਉਹਨਾਂ ਨਾਲ ਵੀ ਨਹੀਂ ਹੋਇਆ। ਇਸ ਤਰ੍ਹਾਂ ਸੰਪਰਕ ਨਹੀਂ ਹੋ ਸਕਿਆ। ਆਏ ਹੈ ਇੱਕ ਦੋ ਹੋਰ ਬੰਦੇ ਵੀ ਆਏ ਸੀ। ਭੁਪਿੰਦਰ ਵੀਰ ਜੀ ਦੱਸ ਰਹੇ ਸੀ ਕਿ ਪਿੰਡ 'ਚ 1947 ਤੋਂ ਪਹਿਲਾਂ ਦੀ ਇੱਕ ਮਸੀਤ ਆ ਨਾ? ਹਾਂ, ਹੈ ਹਲੇ ਵੀ? ਹਾਂਜੀ ਹੈਗੀ, ਵਧੀਆ ਸਗੋਂ ਉਹਦੀ ਹਾਲਤ ਸੁਧਰੀ ਹੈ। ਹਾਂਜੀ, ਚੰਗੀ ਹਾਲਤ ਹੈ ਉਹਦੀ। ਜਦੋਂ ਲੋਕ ਇੱਧਰੋਂ ਚਲੇ ਗਏ, ਜਿਵੇਂ ਉਸ ਵਕਤ ਮਸੀਤਾਂ 'ਚ ਜਾਣ ਵਾਲਾ ਕੋਈ ਨਹੀਂ ਰਿਹਾ, ਤਾਂ ਲੋਕਾਂ ਨੇ ਇਹ ਨਹੀਂ ਸੀ ਲੋਕਾਂ ਦੇ ਮਨਾਂ 'ਚ ਕਿ ਇਹ ਚੀਜ਼ਾਂ ਹੁਣ ਮਤਲਬ ਕੌਣ ਖੋਲੂਗਾ ਇਹਨਾਂ ਨੂੰ, ਕੌਣ ਸਫਾਈਆਂ ਕਰੂਗਾ, ਜਾਂ ਲੋਕ ਕਰਦੇ ਸੀ ਪਿੰਡ ਦੇ? ਰੈਗੂਲਰ ਹੋ ਰਹੀ ਹੈ ਇੱਥੇ। ਅੱਛਾ ਜੀ। ਜਿਹੜੀ ਨਮਾਜ਼ ਪੜ੍ਹਦੇ ਹੈ ਹਾਂਜੀ, ਇੱਥੇ ਉਹ ਰੈਗੂਲਰ ਹੈ। ਇਹਦੇ ਉੱਤੇ ਕੀ ਹੋ ਸਕਦਾ? ਹਾਂਜੀ, ਜਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਰੈਗੂਲਰ ਪਾਠ ਹੁੰਦਾ, ਇਵੇਂ ਜਿਵੇਂ ਜਿੰਨਾ ਕੁ ਮਤਲਬ ਉਹ ਹੋਣਾ ਚਾਹੀਦਾ ਉੱਥੇ ਹੋ ਹੀ ਜਾਂਦਾ ਹੈ। ਮੇਰੀ ਇੱਕ ਸਹੇਲੀ ਸੀਗੀ, ਜਦੋਂ ਮੈਂ 12ਵੀਂ ਕਲਾਸ 'ਚ ਪੜ੍ਹਦੀ ਸੀ ਤਾਂ ਉਹਦੇ ਮਦਰ ਦੀ ਡੈਥ ਹੋ ਗਈ ਅਤੇ ਬਹੁਤ ਛੋਟੀ ਉਮਰ 'ਚੋਂ ਇੰਗਲੈਂਡ ਚਲੀ ਗਈ। ਹੁਣ ਤਕਰੀਬਨ 20 ਵਰ੍ਹੇ ਬਾਅਦ ਉਹਨੇ ਮੈਨੂੰ ਲੱਭਿਆ ਫੇਸਬੁੱਕ ਦੇ ਜ਼ਰੀਏ, ਹੈ ਨਾ, ਅਤੇ ਉਹਨੇ ਸਾਡੇ ਆਫਿਸ 'ਚ ਇੱਕ ਕਾਲ ਕੀਤੀ ਕਿ ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ, ਉਹਦੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਤਾਂ ਜਦੋਂ 20 ਸਾਲ ਬਾਅਦ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਅਸੀਂ 1 ਘੰਟਾ ਗੱਲ ਕੀਤੀ ਅਤੇ ਪੌਣਾ ਘੰਟਾ ਅਸੀਂ ਰੋਏ, ਹੈ ਨਾ। ਮੈਂ ਉਹਦੇ ਨਾਲ ਗੱਲਾਂ ਕਰਦੀ ਰੋਈ ਕਿ ਬਚਪਨ 'ਚ ਆਪਾਂ ਐਵੇਂ ਕਰਦੇ ਸੀ ਅਤੇ ਤੂੰ ਕਿੰਨੀ ਦੂਰ ਚਲੀ ਗਈ। ਜੇ ਤੁਹਾਡੇ ਦੋਸਤ ਤੁਹਾਨੂੰ ਜ਼ਿੰਦਗੀ 'ਚ ਕਦੀ ਦੁਬਾਰਾ ਮਿਲਦੇ ਤਾਂ ਤੁਹਾਡੀ ਉਹ ਮੁਲਾਕਾਤ ਕਿਵੇਂ ਦੀ ਹੋਣੀ ਸੀ? ਤੁਹਾਡੇ ਮਨ ਵੱਲੋਂ ਕਿਵੇਂ ਦੀ ਹੋਣੀ ਸੀ? ਸੰਜੀਦਾ ਹੈ ਜੀ, ਕੋਈ ਖੁਸ਼ਗਵਾਰ ਗੱਲ ਨਹੀਂ ਉਹਦੇ 'ਚ ਹੋਣੀ ਸੀ। ਹਾਂਜੀ, ਸੰਜੀਦਾ ਹੋਣੀ ਸੀ। ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਰੋਣਾ ਸੀ, ਉਹਨਾਂ ਦੀਆਂ ਤਕਲੀਫਾਂ ਨੂੰ ਯਾਦ ਕਰਕੇ ਰੋਣਾ ਸੀ। ਜੋ ਕੁਛ ਸਾਂਝਾਂ ਸੀ ਸਾਡੀਆਂ ਆਪਸ ਵਿੱਚ ਦੀ ਹਿੰਦੂ ਸਿੱਖਾਂ ਦੀਆਂ, ਉਹਨਾਂ ਨੂੰ ਯਾਦ ਕਰਕੇ ਰੋਣਾ ਸੀ। ਔਰ ਮੈਂ ਸਮਝਦਾ ਹਾਂ ਬਾਈਬਲ ਵਾਲੇ ਸੂਏ ਦੇ ਤੱਕ ਜਾਣ ਤੱਕ ਅਸੀਂ ਜਿੰਨਾ ਸਮਾਂ ਲੱਗਿਆ, ਘੰਟਾ ਲੱਗਿਆ ਜਾਂ ਪੌਣਾ ਘੰਟਾ ਲੱਗਿਆ, ਉਹਦੇ ਵਿੱਚ ਅਸੀਂ ਜ਼ਿਆਦਾ ਰੋਏ ਹੀ ਹੈ। ਅਸੀਂ ਉਦੋਂ ਵੀ ਰੋਏ ਵੀ ਯਾਰ ਤੁਸੀਂ, ਜਾਨੀ ਇਹ ਨਹੀਂ ਸੀ ਸਾਨੂੰ ਵੀ ਪਾਕਿਸਤਾਨ ਬਣ ਗਿਆ, ਵੀ ਤੁਸੀਂ ਯਾਰ ਜਾ ਰਹੇ ਹੋ, ਕਮਾਲ ਦੀ ਗੱਲ ਹੈ। ਕਿਉਂ ਜਾ ਰਹੇ ਹੋ ਤੁਸੀਂ? ਉਹਦੇ ਕਰਕੇ ਸਾਰਾ ਜਿਹੜਾ ਸੀਗਾ ਉਹ ਜਦੋਂ ਗੱਲ ਹੁੰਦੀ ਸੀ ਕਿ ਅਸੀਂ ਮੁੜ ਕੇ ਨਹੀਂ ਆਉਣਾ, ਯਾਰ ਤੁਹਾਨੂੰ ਕਈ ਤਾਂ ਦੱਸੀ ਦੇ ਜਾਣੇ, ਨਾਲੇ ਉਹ ਰੋ ਪੈਂਦੇ ਨਾਲੇ ਮੈਂ ਰੋ ਪੈਂਦਾ। ਇਸ ਕਰਕੇ ਮਤਲਬ ਇਹ ਇੱਕ ਅਜਿਹਾ ਮਸਲਾ ਸੀਗਾ, ਇੱਕ ਅਜਿਹਾ ਗੱਲ ਸੀ ਜਿਹੜੀ ਤੇ ਰੋਣਾ ਸੁਭਾਵਿਕ ਹੈ। ਇੱਕ ਕੋਈ ਵੀ ਬੰਦਾ ਵਿਛੜਦਾ ਤਾਂ ਕੋਈ ਪਸ਼ੂ ਮਰ ਜੇ ਉਹਦੇ 'ਤੇ ਰੋਈ ਜਾਂਦੇ ਹਾਂ ਆਪਾਂ ਸਧਾਰਨ ਰੂਪ ਵਿੱਚ। ਇਸ ਕਰਕੇ ਰੋਣਾ ਤਾਂ ਵਿਛੋੜੇ ਦਾ ਕੰਮ ਹੈ ਜਿਹੜਾ, ਉਹ ਸੋਗ ਦਾ ਕੰਮ ਹੈ, ਅਤੇ ਸੋਗ ਵਿੱਚ ਹੱਸਣਾ ਨਹੀਂ, ਰੋਣਾ ਹੀ ਹੁੰਦਾ ਹੈ। ਉਹਨਾਂ ਦੀਆਂ ਸ਼ਕਲਾਂ ਯਾਦ ਨੇ ਤੁਹਾਨੂੰ? ਹਾਂ ਬਿਲਕੁਲ ਸਹੀ। ਉਹ ਉਸ ਉਮਰ ਦੀਆਂ, ਮਗਰ ਤਾਂ ਦੇਖੇ ਹੀ ਨਹੀਂ, ਉਸ ਉਮਰ ਦੀਆਂ ਸ਼ਕਲਾਂ, ਖੇਡਦਿਆਂ ਦੀਆਂ, ਖਾਂਦਿਆਂ ਪੀਂਦਿਆਂ ਦੀਆਂ, ਦੌੜਾਂ ਲਾਉਂਦਿਆਂ ਦੀਆਂ, ਪੜ੍ਹਦਿਆਂ ਦੀਆਂ, ਸਾਰਾ ਕੁਝ ਯਾਦ ਹੈ। 1% ਵੀ ਨਹੀਂ ਭੁੱਲਿਆ। ਸਕੂਲ 'ਚ ਇਕੱਠੇ ਪੜ੍ਹਦੇ ਸੀ ਤੁਸੀਂ? ਇਕੱਠੇ। ਕੀ ਜਦੋਂ ਗਏ ਉਦੋਂ 5ਵੀਂ ਸੀ। ਹਾਂਜੀ, ਤੁਹਾਨੂੰ ਦੱਸਿਆ ਹੀ ਨਾ ਵੀ ਉਰਦੂ ਖਤਮ ਹੋ ਗਿਆ ਸੀਗਾ ਜਦੋਂ ਗਏ 15 ਅਗਸਤ ਨੂੰ, ਅਤੇ ਪੰਜਾਬੀ ਸ਼ੁਰੂ ਹੋ ਗਈ ਸੀ। ਉਹਨਾਂ ਦੇ ਹੁੰਦੇ ਜਿੰਨਾ ਚਿਰ ਉਹ ਪੜ੍ਹਦੇ ਰਹੇ ਉਹਨਾਂ ਚਿਰ ਉਰਦੂ ਰਹੇ। ਜਿਵੇਂ ਹੁਣ ਦੋਸਤ ਛੋਟੇ ਹੁੰਦੇ ਗੱਲਾਂ ਕਰਦੇ ਹੁੰਦੇ, ਵੱਡੇ ਹੋ ਕੇ ਐਂ ਬਣਾਂਗੇ, ਆਹ ਕਰਾਂਗੇ, ਕਰਦੇ ਹੁੰਦੇ ਸੀ ਤੁਸੀਂ ਗੱਲਾਂ? ਕੋਈ
ਨਹੀਂ ਸੀ ਉਦੋਂ ਵੀ ਕਿ ਭਾਈ ਆਪਾਂ ਕੋਈ ਮੁਲਾਜ਼ਮ ਲੱਗ ਜਾਵਾਂਗੇ ਜਾਂ ਅਫਸਰ ਲੱਗ ਜਾਵਾਂਗੇ, ਜਾਂ ਉਦੋਂ ਤਾਂ ਕੋਈ ਖਿਆਲ ਹੀ ਨਹੀਂ ਸੀ ਕਿਸੇ। ਗੱਲਾਂ ਹੀ ਸੀ ਇਕੱਲੀਆਂ, ਖੇਡ ਹੀ ਸੀ ਇਕੱਲੀ ਬਸ। ਵੀਰ ਜੀ ਕਹਿੰਦੇ ਸੀ ਵੀ ਉਹਨਾਂ ਨੂੰ ਪੁੱਛਿਓ ਕਿ ਉਸ ਵਕਤ ਕੀ ਪੜ੍ਹਾਇਆ ਜਾਂਦਾ ਸੀ ਉਹਨਾਂ ਨੂੰ ਸਕੂਲਾਂ 'ਚ। ਤੁਹਾਨੂੰ ਵੀ ਕੋਈ ਮਜ਼ਹਬ ਦੀ ਪੜ੍ਹਾਈ ਪੜ੍ਹਾਈ ਜਾਂਦੀ ਸੀ, ਜਾਂ ਵੀ ਤੁਸੀਂ ਫਲਾਣੇ ਧਰਮ ਦੇ ਹੋ, ਤੁਸੀਂ ਇਹੀ ਪੜ੍ਹੋਗੇ ਜਾਂ ਇਸ ਜਗ੍ਹਾ ਤੇ ਹੀ ਜਾਓਗੇ? ਬਿਲਕੁਲ। ਜੇ ਕੋਈ ਕਹਿੰਦਾ ਤਾਂ ਗਲਤ ਕਹਿੰਦਾ। ਸਾਡੇ ਸਕੂਲ ਤਾਂ ਘੱਟੋ ਘੱਟ ਹਾਈ ਸਕੂਲ ਸੀ, ਉਸ ਵੇਲੇ ਬਣ ਗਿਆ ਸੀ। ਉਦੋਂ ਸਾਡੇ ਤਾਂ ਇੱਥੇ ਕੋਈ ਨਹੀਂ ਸੀ, ਉਹ ਤਾਂ ਬਿਲਕੁਲ ਸਾਂਝ ਸੀ। ਜਿਵੇਂ ਸਾਰੇ ਪੜ੍ਹਦੇ ਸੀ ਬੱਚੇ, ਪੰਜਾਬੀ ਜਾਂ ਉਰਦੂ ਪੜ੍ਹਦੇ ਸੀ, ਸਾਰੇ ਉਰਦੂ ਪੜ੍ਹਦੇ ਸੀ, ਸਾਫ ਪੜ੍ਹਦੇ। ਕੋਈ ਨਵਾਂ ਜਿਹੜਾ ਹੈਗਾ ਸਿਲੇਬਸ ਨਹੀਂ ਹੁੰਦਾ ਸੀ ਵੀ ਕੋਈ ਅੱਡ ਲਿਆ ਕੇ ਸਿਲੇਬਸ, ਅੱਡ ਕਿਤਾਬ ਲਾ ਕੇ ਕਹਿ ਦੇਣ ਵੀ ਆਹ ਜ਼ਰੂਰੀ ਪੜ੍ਹਨਾ, ਨਹੀਂ ਸੀ। ਭਾਵੇਂ ਕੋਈ ਮੁਸਲਮਾਨ ਟੀਚਰ ਸੀ, ਭਾਵੇਂ ਕੋਈ ਸਿੱਖ ਟੀਚਰ ਸੀ, ਭਾਵੇਂ ਹਿੰਦੂ ਟੀਚਰ, ਨਾ ਉਹਨਾਂ ਨੇ ਕਦੇ ਕਿਹਾ ਸੀ ਸਾਨੂੰ ਪਤਾ ਹੀ ਨਹੀਂ ਸੀ ਲੋਕਾਂ ਨੂੰ ਵੀ ਇਹ ਮੁਸਲਮਾਨ ਹੈ ਅਤੇ ਮੈਂ ਹਿੰਦੂ ਹਾਂ, ਜਾਂ ਇਹ ਸਿੱਖ ਹੈ ਅਤੇ ਮੈਂ ਮੁਸਲਮਾਨ। ਇਹ ਤਾਂ ਗੱਲ ਲੋਕ ਕਰਦੇ ਹੀ ਨਹੀਂ ਸੀ। ਇਹਨਾਂ ਗੱਲਾਂ ਦਾ ਤਾਂ ਲੋਕਾਂ ਦੇ ਮਨ 'ਤੇ ਕੋਈ ਗੱਲ ਹੀ ਨਹੀਂ ਸੀ। ਉਹਦਾ ਸਾਰੇ ਆਪਣੇ ਆਪ ਨੂੰ ਇੱਕ ਸਮਝਦੇ ਸੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹੋ ਜਿਹੀਆਂ ਗੱਲਾਂ ਹੀ ਨਹੀਂ ਸੀ ਕਰਦੇ, ਫਿਰ ਉਹ ਲੋਕ ਕਿੱਥੋਂ ਆ ਗਏ ਜਿਨ੍ਹਾਂ ਨੇ ਇੱਕ ਦੂਜੇ ਨੂੰ ਵੱਢਤਾ, ਜਿਨ੍ਹਾਂ ਨੇ ਇੱਕ ਦੂਜੇ ਦੀਆਂ ਧੀਆਂ ਚੁੱਕ ਲਈਆਂ, ਇੱਕ ਦੂਜੇ ਦੇ ਕਤਲ ਕਰ ਦਿੱਤੇ? ਕੋਈ ਸਭ ਨੂੰ ਪਤਾ ਸੀ ਵੀ ਜੋ ਵੀ ਕੋਈ ਇੱਧਰੋਂ ਉੱਧਰ ਜਾ ਰਿਹਾ, ਉਹ ਕੋਈ ਬਹੁਤ ਜ਼ਿਆਦਾ ਸਮਾਨ ਲੈ ਕੇ ਨਹੀਂ ਜਾ ਰਿਹਾ ਹੋਊਗਾ, ਜੋ ਉੱਧਰੋਂ ਆ ਰਿਹਾ ਉਹ ਵੀ ਕੁਛ ਨਹੀਂ ਇੰਨਾ ਖਾਸ ਲੈ ਕੇ ਆ ਰਿਹਾ। ਤਾਂ ਤੁਸੀਂ ਸੋਚਦੇ ਹੋ ਵੀ ਇਹ ਸਭ ਕਿਉਂ ਹੋ ਗਿਆ? ਹਾਂ, ਇਸ ਗੱਲ ਦਾ ਤਾਂ ਸਾਰੀ ਉਮਰ ਹੀ ਹੋ ਗਈ ਸੋਚਦਿਆਂ ਨੂੰ ਵੀ ਇੱਕਦਮ ਮਤਲਬ ਜਿਹੜੇ ਹੈਗੇ ਉਹ ਜਾਨ ਦੇ ਵੈਰੀ ਕਿਵੇਂ ਹੋ ਗਏ ਇੱਕ ਦੂਜੇ ਦੇ ਕਿਵੇਂ ਹੋ ਗਏ। ਸਾਰੀ ਉਮਰ ਲੰਘ ਗਈ, ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ। ਇੱਕਦਮ ਹੋਇਆ, ਕੋਈ ਟਾਈਮ ਨਹੀਂ ਲੱਗਿਆ ਇਸ ਗੱਲ ਨੂੰ। ਇਹ ਨਹੀਂ ਪਤਾ ਸ਼ਰਾਰਤੀਆਂ ਨੇ ਸ਼ੁਰੂ ਕੀਤਾ ਕੰਮ ਜਾਂ ਕਿਸੇ ਕੱਟੜਵਾਦੀਆਂ ਨੇ ਸ਼ੁਰੂ ਕੀਤਾ ਕੰਮ। ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਲੱਗਿਆ, ਅਜੇ ਤੱਕ ਵੀ ਨਹੀਂ ਲੱਗਿਆਗਾ। ਮੈਨੂੰ ਤਾਂ ਲੱਗਿਆ ਨਹੀਂ ਗਾ, ਹੋ ਸਕਦਾ ਕਿਸੇ ਨੂੰ ਲੱਗਿਆ ਹੋਵੇ। ਜਦੋਂ 15 ਅਗਸਤ ਨੂੰ ਲੋਕ ਕਹਿੰਦੇ ਹੁੰਦੇ ਆ ਨਾ ਵੀ ਅੱਜ ਮੁਲਕ ਨੂੰ ਆਜ਼ਾਦ ਹੋਏ ਨੂੰ ਇੰਨੇ ਸਾਲ ਹੋ ਗਏ, ਥੋੜ੍ਹੇ ਦਿਨ ਪਹਿਲਾਂ ਵੀ ਬਹੁਤ ਵੱਡਾ ਸੈਲੀਬ੍ਰੇਸ਼ਨ ਹੋਇਆ, 75 ਸਾਲ ਹੋ ਗਏ ਜੀ, ਹੈ ਨਾ। ਤਾਂ ਉੱਥੇ ਆਪਣੇ ਇੱਕ ਪੰਜਾਬੀ ਅਦਾਕਾਰ ਗੁੱਗੂ ਗਿੱਲ ਵੀ ਲਿਖਦੇ ਨੇ ਕਿ ਇਸ ਦਿਨ ਨੂੰ ਮਤਲਬ ਜਿਹੜਾ ਬੰਦਾ ਜਸ਼ਨ ਕਹਿ ਰਿਹਾ ਤਾਂ ਉਹਦੇ ਦਿਮਾਗ ਦੀ ਸਮਝ ਨਹੀਂ ਆ ਰਹੀ, ਹੈ ਨਾ। ਹਾਂ, ਤਾਂ ਤੁਹਾਨੂੰ ਕਿਵੇਂ ਲੱਗਦਾ ਹੁੰਦਾ ਉਸ ਦਿਨ, ਜਿਵੇਂ ਉਹ ਖਾਸ ਦਿਨ ਵੀ ਅੱਜ ਲੋਕ ਕਹਿ ਰਹੇ ਨੇ ਜੀ ਅੱਜ ਆਜ਼ਾਦੀ ਦਾ ਦਿਨ ਆ, ਤੁਹਾਡੇ ਲਈ ਆਜ਼ਾਦੀ ਕੀ ਚੀਜ਼ ਹੈ? ਮੇਰੇ ਤਾਂ ਜਦੋਂ ਉਹ ਗੱਲ ਚੇਤੇ ਆ ਜਾਂਦੀ ਹੈ ਤਾਂ ਮੈਂ ਤਾਂ ਜਸ਼ਨ ਨੂੰ ਹੀ ਜਿਹੜਾ ਹੈਗਾ ਉਹ ਘੱਟ ਸੋਚਦਾ ਸੀ ਜਸ਼ਨ ਬਾਰੇ। ਜਦੋਂ ਉਹ ਗੱਲਾਂ ਯਾਦ ਆ ਜਾਂਦੀਆਂ, ਉਦੋਂ ਮਗਰੋਂ ਜਿਹੜੀਆਂ ਗੱਲਾਂ ਹੁੰਦੀਆਂ ਨੇਗੀਆਂ ਲੋਕਾਂ ਦੀਆਂ ਬੇਪਤੀਆਂ ਅਤੇ ਜਿਹੜਾ ਕੁਛ ਆਪਾਂ ਕਰਕੇ ਹੀ ਹਟੇ ਗੱਲਾਂ, ਜਦੋਂ ਉਹ ਹੁਣ ਯਾਦ ਆ ਜਾਂਦਾ ਤਾਂ ਉਦੋਂ ਇਹ ਤਿਰੰਗੇ ਤੁਰੰਗੇ ਜਿਹੜੇ ਹੈਗੇ ਆ ਜਾਂ ਕੋਈ 15 ਅਗਸਤ ਦਾ ਜਸ਼ਨ ਹੈ ਜਿਹੜਾ, ਉਹ ਚੰਗਾ ਨਹੀਂ ਲੱਗਦਾ। ਜ਼ਹਿਨ 'ਚੋਂ ਐਂ ਲੱਗਦਾ ਵੀ ਇਹ ਜ਼ਹਿਨ 'ਚੋਂ ਨਿਕਲ ਜਾਣਾ ਚਾਹੀਦਾ। ਤੁਸੀਂ ਉਸ ਸੂਏ 'ਤੇ ਦੁਬਾਰਾ ਕਦੀ ਜਾਂਦੇ ਸੀ ਜਿੱਥੇ ਆਪਣੇ ਦੋਸਤਾਂ ਨੂੰ ਛੱਡ ਕੇ ਆਏ ਤੁਸੀਂ, ਬਹਿਬਲ ਦੇ ਰੋਜ਼ ਹੀ ਸੂਏ? ਲੰਘਦੇ ਉੱਥੋਂ। ਕਿਵੇਂ ਮਹਿਸੂਸ ਹੁੰਦਾ ਉੱਥੇ ਜਾ ਕੇ ਤੁਹਾਨੂੰ? ਹਾਂ, ਕਈ ਵਾਰੀ ਆਪਦੇ ਗੱਲਾਂ 'ਚ ਲੱਗੇ ਹੁੰਦੇ ਆ, ਬੱਚੇ ਨਾਲ ਬੇਟੀ ਨਾਲ ਗੱਲਾਂ ਲੱਗਦੇ ਆ, ਲੰਘ ਜਾਂਦਾ, ਫੌਰਨ ਲੰਘ ਜਾਂਦਾ। ਕਈ ਵਾਰ ਕਦੇ ਸਾਲ 6 ਮਹੀਨਿਆਂ ਬਾਅਦ ਇਹ ਗੱਲ ਵੀ ਹੁੰਦੀ ਹੈ ਵੀ ਇੱਥੇ ਉਹ ਗੱਲਾਂ ਕਰਕੇ ਵੀ ਅਸੀਂ ਰੋਂਦੇ ਰਹੇ ਕੁਛ ਚਿਰ। ਉਹ ਗੱਲਾਂ ਕਈ ਵਾਰ, ਹਰ ਵਕਤ ਨਹੀਂ, ਰੋਜ਼ ਹੀ ਜਾਂਦੇ ਹਾਂ ਤਾਂ ਅਸੀਂ, ਹਰ ਵਕਤ ਨਹੀਂ। ਕਦੇ ਕਦੇ ਅਜੇ ਹੈ ਜ਼ਖਮ ਬੜਾ ਮੋਟਾ ਜੋ ਭਰਿਆ ਨਹੀਂ ਹੈ। ਦੇਖੋ 1947 ਦੀ ਗੱਲ ਹਰ ਕੋਈ ਕਰਦਾ ਹੈ ਨਾ, ਉਹਦੇ 'ਚ ਹੋਏ ਕਤਲਾਂ ਦੀ ਗੱਲ ਵੀ ਹੁੰਦੀ ਆ, ਪਰ ਫਿਰ ਉਸ ਤੋਂ ਬਾਅਦ 84 ਆਈ। ਹੁਣ ਤੱਕ ਜਿਹੜਾ ਹੁਣ ਦਾ ਮਾਹੌਲ ਆ, ਜਿਹੜਾ ਆਪਾਂ ਕਹਿੰਦੇ ਪਿਛਲੇ 4-5 ਸਾਲ ਤੋਂ ਮਾਹੌਲ ਆ, ਹੈ ਨਾ, ਉਹ ਵੀ ਮਾਹੌਲ ਐਵੇਂ ਦਾ ਹੀ ਬਣ ਰਿਹਾ। ਅਤੇ ਤੁਸੀਂ ਕਹਿ ਰਹੇ ਹੋ ਕਿ ਕੋਈ ਵੀ 1 ਮਹੀਨੇ ਪਹਿਲਾਂ ਕਿਸੇ ਨੂੰ ਨਹੀਂ ਸੀ ਲੱਗ ਰਿਹਾ ਕਿ ਅਸੀਂ ਇੱਧਰੋਂ ਛੱਡ ਕੇ ਚਲੇ ਜਾਵਾਂਗੇ ਜਾਂ ਮੁਲਕ ਦਾ ਬਟਵਾਰਾ ਹੋ ਜਾਏਗਾ ਜਾਂ ਇਹੋ ਜਿਹਾ ਕੁਛ ਵਾਪਰ ਜਾਏਗਾ। ਹੁਣ ਵੀ ਕਿਸੇ ਨੂੰ ਕੁਛ ਨਹੀਂ ਲੱਗ ਰਿਹਾ, ਹੈ ਨਾ। ਪਰ ਤੁਹਾਨੂੰ ਲੱਗਦਾ ਕਿ ਲੋਕ ਹੁਣ ਤੱਕ ਸਰਕਾਰਾਂ ਨੂੰ ਸਮਝ ਸਕੇ ਨੇ ਕਿ ਸਰਕਾਰਾਂ ਲੋਕਾਂ ਨਾਲ ਕੀ ਕਰ ਰਹੀਆਂ ਨੇ, ਜਾਂ ਲੋਕੀ ਉਸ 1947 ਤੋਂ ਕੋਈ ਸਬਕ ਸਿੱਖੇ ਨੇ ਹੁਣ ਤੱਕ? 1947 ਤੋਂ ਸਬਕ ਤਾਂ ਵੇਖੋ ਕੀ ਸਬਕ ਸਿੱਖੇ ਹੋਣਗੇ, ਮੈਨੂੰ ਤਾਂ ਲੱਗਦਾ ਨਹੀਂ ਕੋਈ ਸਿੱਖੇ ਹੋਣਗੇ। ਜੋ ਕੁਛ ਵਾਪਰ ਰਿਹਾ ਹੈ ਇੰਡੀਆ ਦੇ ਵਿੱਚ, ਜੋ ਕੁਛ ਸਿਆਸਤ 'ਚ ਵਾਪਰ ਰਿਹਾ ਹੈ, ਉਹਨੂੰ ਵੇਖਦੇ ਹਾਂ ਜਦੋਂ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੱਖ ਪੱਲੇ ਨਹੀਂ ਲੋਕਾਂ ਦੇ। ਕੀ ਬੱਲੇ ਦੱਸੋ ਤੁਸੀਂ? ਉਹ ਛਾਪੇ ਵੱਜ ਰਹੇ ਨੇ ਜਿਹੜੇ, ਉਹਨਾਂ ਨੇ ਕੀ ਕੀਤਾ ਮੁਲਕ ਦਾ ਸਵਾਰਿਆ,
ਉਹਨਾਂ ਨੇ ਪੈਸਾ ਬਣਾਇਆ। ਜੇ ਕੋਈ ਸਿਆਸਤ ਕਰਦਾ ਕਰਦਾ ਕੋਈ ਲੀਡਰ ਬਣ ਗਿਆ ਹੈ ਜੀ, ਤਾਂ ਉਹਨੂੰ ਉਸ ਦਾ ਹੀ ਪਤਾ ਹੈ ਮੁਲਕ ਦੇ ਹਾਲ। ਹੁਣ ਤੁਸੀਂ ਦੇਖੋ ਵੀ ਲੀਡਰ ਜਿਹੜੇ ਹੈਗੇ ਹੈ, ਉਹਨਾਂ ਨੂੰ ਪਤਾ ਨਹੀਂ ਹੈ ਕਿ ਬੇਰੁਜ਼ਗਾਰੀ ਹੈ, ਉਹਨਾਂ ਨੂੰ ਪਤਾ ਨਹੀਂ ਹੈ ਕਿ ਮਹਿੰਗਾਈ ਜਿਹੜੀ ਹੈਗੀ ਉਹ ਇੰਨੀ ਹੋ ਗਈ ਹੈ, ਉਹਨਾਂ ਨੂੰ ਪਤਾ ਨਹੀਂ ਹੈ ਵੀ ਖਾਣ ਵਾਸਤੇ ਚਾਹੀਦਾ ਕੁਛ ਨਾ ਕੁਛ, ਨਹੀਂ ਮਰ ਜਾਣਗੇ ਲੋਕ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਲੇਕਿਨ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਹੁੰਦਾ ਕਿਤੇ। ਜ਼ਿਕਰ ਕਿਹੜੀ ਚੀਜ਼ ਦਾ ਜ਼ਿਕਰ ਹੁੰਦਾ? ਛਾਪੇ ਦਾ ਜ਼ਿਕਰ ਹੁੰਦਾ, ਛਾਪਾ ਵੱਜ ਗਿਆ ਫਲਾਣਾ ਤਾਂ ਇੰਨੇ ਕਰੋੜ ਰੁਪਈਆ ਨਿਕਲਿਆ। ਜ਼ਿਕਰ ਹੁੰਦਾ ਹਿੰਦੂ ਮੁਸਲਮਾਨ ਦਾ ਜ਼ਿਕਰ ਹੁੰਦਾ। ਅਜੇ ਵੀ ਹਿੰਦੂ ਮੁਸਲਮ ਦਾ ਚੱਕਰ ਜਿਹੜਾ ਹੈਗਾ ਉਹ ਵਿੱਚੇ ਚੱਲੀ ਜਾਂਦਾ। ਇਸ ਕਰਕੇ ਮੈਂ ਤਾਂ ਸਮਝਦਾ ਹਾਂ ਵੀ ਜਿਹੜੀ ਇਹ ਸਿਆਸਤ ਹੈਗੀ ਇਹਨੇ ਕੁਛ ਨਹੀਂ ਕੀਤਾ ਗਾ, ਅਤੇ ਨਾ ਹੀ ਕਰਨ ਦੀ ਉਮੀਦ ਹੈ ਕੋਈ। ਜਿਵੇਂ ਆਪਾਂ ਸਮਝਦੇ ਹਾਂ, ਆਪਾਂ ਸੰਵੇਦਨਸ਼ੀਲ ਲੋਕ, ਆਪਾਂ ਨੂੰ ਮਹਿਸੂਸ ਹੁੰਦੀ ਆ ਉਹ ਚੀਜ਼ ਕਿ ਜਦੋਂ ਮੈਂ ਜੇ ਆਪਣੇ ਬਾਰੇ ਕਹਾਂ ਤਾਂ ਮੈਂ 47 'ਚ ਹੈ ਵੀ ਨਹੀਂ ਸੀ, 84 'ਚ ਮੇਰਾ ਜਨਮ ਹੋਇਆ ਹੈ ਨਾ। ਪਰ ਜਦੋਂ ਆਪਾਂ ਉਹਨਾਂ ਘਟਨਾਵਾਂ ਨੂੰ ਸੁਣਦੇ ਹਾਂ ਤਾਂ ਆਪਣਾ ਮਨ ਆ ਜਿਹੜਾ ਝੰਜੋੜਿਆ ਜਾਂਦਾ। ਸਾਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਸਿਆਸਤ ਉਹਨਾਂ ਲੋਕਾਂ ਨਾਲ ਜਿਹੜੇ ਜਿਨ੍ਹਾਂ ਦੀ ਇੱਕ ਦੂਜੇ ਨਾਲ ਦਾਲ ਸਬਜ਼ੀ ਦੀ ਕੌਲੀ ਦੀ ਸਾਂਝ ਸੀ, ਹੈ ਨਾ। ਤੁਸੀਂ ਕਹਿੰਦੇ ਹੋ ਕਿ ਤੁਸੀਂ ਕਾੜਨੀਆਂ 'ਚੋਂ ਦੁੱਧ ਉਹਨਾਂ ਘਰਾਂ 'ਚੋਂ ਪੀਂਦੇ ਰਹੇ ਹੋ। ਉਹਨਾਂ ਲੋਕਾਂ ਨੂੰ ਕਿਵੇਂ ਸਿਆਸਤ ਇੱਕਦਮ ਬਦਲ ਦਿੰਦੀ ਹੈ ਕਿ ਉਹ ਇੱਕ ਦੂਜੇ ਦੇ ਖੂਨ ਦੇ ਤ੍ਰੇਹੇ ਹੋ ਜਾਂਦੇ ਨੇ, ਹੈ ਨਾ। ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਤੋਂ 47 ਤੋਂ ਜਾਂ 84 ਤੋਂ ਜਾਂ ਉਸ ਤੋਂ ਬਾਅਦ ਤੱਕ ਹੁਣ ਤੱਕ ਵੀ ਜੋ ਹੋ ਰਿਹਾ, ਲੋਕਾਂ ਨੇ ਇਹਨਾਂ ਚੀਜ਼ਾਂ ਤੋਂ ਕੋਈ ਸਬਕ ਸਿੱਖਿਆ ਜਾਂ ਕਿਸੇ ਨੇ ਪਹਿਲ ਕੀਤੀ ਕਿ ਅਸੀਂ ਹੁਣ ਇਹੋ ਜਿਹਾ ਕੁਛ ਲੋਕਾਂ ਨੂੰ ਸਮਝਾਈਏ ਜਾਂ ਕਰੀਏ ਕਿ ਇਹ ਘਟਨਾਵਾਂ ਨੇ ਜਿਹੜੀਆਂ ਦੁਬਾਰਾ ਨਾ ਹੋਣ? ਕਿਉਂਕਿ ਬਹੁਤ ਵੱਡਾ ਦੁਖਾਂਤ ਆ, ਇੱਕ ਸਦੀ ਦਾ ਦੁਖਾਂਤ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ। ਮੈਨੂੰ ਤਾਂ ਐਂ ਲੱਗਦਾ ਵੀ ਕੁਛ ਲੋਕ ਹੀ ਹੈ ਜਿਹੜੇ ਇਸ ਨੂੰ ਮਹਿਸੂਸ ਕਰਦੇ। ਬਾਕੀ ਸਾਰੇ ਕੁਛ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਆਪਾਂ ਨੂੰ ਕੀ ਹੋਈ ਜਾਵੇ ਜੀ, ਆਪਾਂ ਕੀ ਲੈਣਾ ਹੈ। ਕੁਛ ਲੋਕ ਇਹਨਾਂ ਦੇ ਵਿੱਚ ਹੀ ਫਸੇ ਹੋਏ ਹੈ, ਉਹ ਚਾਹੁੰਦੇ ਹੈ ਵੀ ਹੋ ਜਾਵੇ। ਅਤੇ ਮੈਂ ਵੀ ਇਹਦੇ ਵਿਚਾਲੇ ਹਾਂ, ਸਮਝ ਲਓ। ਲੇਕਿਨ ਮੈਂ ਜਦੋਂ ਇਹ ਗੱਲ ਹੁੰਦੀ ਹੈ ਕਿਤੇ ਵੀ ਜਿੱਥੇ ਵੀ ਮਰਜ਼ੀ ਹੁੰਦੀ ਹੈ, ਜਿਵੇਂ ਫਰਜ਼ ਕਰੋ ਕੋਈ ਲੜਕੀ ਤੁਰਦੀ ਹੈ ਆਪਦੇ ਸਹੁਰੇ ਜਾਂਦੀ ਵਿਆਹ ਤੋਂ ਮਗਰੋਂ, ਮੈਂ ਉਹ ਦੇਖ ਨਹੀਂ ਸਕਦਾ, ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਮਤਲਬ ਉੱਥੋਂ ਪਾਸੇ ਹੋ ਜਾਂਦਾ, ਭਾਵੇਂ ਮੇਰੀ ਆਪਣੀ ਲੜਕੀ ਹੋਵੇ। ਮੇਰੀ ਪੋਤਰੀ ਜਦੋਂ ਤੁਰੀ ਹੈ ਪੈਲਸ ਦੇ ਵਿੱਚੋਂ, ਮੈਂ ਉਹ 100 ਗਜ 50 ਗਜ ਹੋ ਕੇ ਬਹਿ ਗਿਆ ਪਾਸੇ, ਮੇਰੇ ਤੋਂ ਨਹੀਂ ਬਰਦਾਸ਼ਤ ਹੋਈ। ਮਤਲਬ ਇਹ ਅੱਡੋ ਅੱਡੀ ਜਿਹੜੀ ਹੈਗੀ ਐ ਸਿਨਫ ਹੈ ਬੰਦੇ ਦੀ, ਵੀ ਉਹ ਕੀ ਮਹਿਸੂਸ ਕਰਦਾ। ਕੁਛ ਲੋਕ ਲੁੱਟਾ ਖੋਹੀ ਵਾਲੇ ਜਿਹੜੇ ਹੈਗੇ ਆ ਉਹ ਇਸ ਨੂੰ ਹੱਲਾਸ਼ੇਰੀ ਦਿੰਦੇ ਆ। ਉਹ ਵੀ ਬੰਦੇ ਨੇ, ਉਹ ਵੀ ਇੰਡੀਆ ਦੇ ਬੰਦੇ ਨੇ, ਹੱਲਾਸ਼ੇਰੀ ਦਿੰਦੇ। ਕਤਲੋ ਗਾਰਤ ਨੂੰ ਹੱਲਾਸ਼ੇਰੀ ਦਿੰਦੇ ਨੇ। ਇਸ ਕਰਕੇ ਲੋਕਾਂ ਨੂੰ ਅਜੇ ਸਮਝ ਤਾਂ ਨਹੀਂ ਆਈ। ਉਹ ਕੁਛ ਲੋਕ ਇਹਦੇ ਹੱਕ 'ਚ ਹੈ ਵੀ ਇਹ ਨਹੀਂ ਹੋਣੇ ਚਾਹੀਦੇ। ਮਾੜੀ ਗੱਲ ਹੈ। ਤੁਸੀਂ ਕੁਛ ਕੀਤਾ ਆਪਣੇ ਵੱਲੋਂ? ਤੁਸੀਂ ਉਸ ਤੋਂ ਬਾਅਦ ਕੀ ਕੁਛ ਵੀ ਜ਼ਿੰਦਗੀ 'ਚ ਇਹੋ ਜਿਹਾ ਕਿ ਮੈਂ ਕੁਛ ਚੰਗਾ ਕਰਾਂ ਜਿਹਦੇ ਨਾਲ ਲੋਕਾਂ ਨੂੰ ਸੋਝੀ ਆਵੇ, ਲੋਕਾਂ ਨੂੰ ਸਮਝ ਆਵੇ, ਕੋਈ ਤੁਸੀਂ ਇਸ ਚੀਜ਼ ਲਈ ਕੋਈ ਐਫਰਟਸ ਕੀਤੇ ਹੋਣ? ਮੈਂ ਤਾਂ ਆਮ ਮਾਨਵਵਾਦੀ ਹੋ ਗਿਆ, ਐਂ ਸਮਝ ਲਓ। ਜਦੋਂ ਮੈਨੂੰ ਸੁਰਤ ਆਈ ਹੈ ਉਦੋਂ ਮੈਂ ਮਨੁੱਖਤਾ ਬਾਰੇ ਸੋਚਦਾ ਰਿਹਾ, ਲਿਖਦਾ ਰਿਹਾ। ਪ੍ਰਚਾਰ ਦੇ ਤੌਰ ਦੇ ਉੱਤੇ ਵੀ ਮਤਲਬ ਜਿੱਥੇ ਲੋੜ ਪੈਂਦੀ ਹੈ ਉੱਥੇ ਜਾ ਕੇ ਕਹਿੰਦੇ ਵੀ ਇਹ ਹੋਣਾ ਚਾਹੀਦਾ। ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੇ ਫਾਦਰ ਦੀ ਸਿੱਖਿਆ ਜਿਹੜੀ ਗ੍ਰਹਿਣ ਕੀਤੀ ਹੈ ਉਹਦਾ ਸਾਨੂੰ ਬਹੁਤ ਫਾਇਦਾ ਹੋਇਆ। ਮੈਂ ਮਤਲਬ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਮਾਨਵਵਾਦੀ, ਆਪਣੇ ਆਪ ਨੂੰ ਮਾਨਵਵਾਦੀ ਬਣਾ ਲਿਆ, ਮਨੁੱਖਤਾਵਾਦੀ ਬਣਾ ਲਿਆ, ਚਲੋ ਐਂ ਕਹਿ ਲਓ। ਕਿਸੇ ਫੰਕਸ਼ਨ 'ਤੇ ਜਾਣਾ ਹੋਵੇ, ਉੱਥੇ ਕੋਈ ਗੱਲ ਰੱਖਣੀ ਹੋਵੇ ਤਾਂ ਰੱਖੀ ਜਾ ਸਕਦੀ ਹੈ। ਦੂਸਰਾ ਇਹ ਹੈ ਵੀ ਕੋਈ ਮੈਨੂੰ ਇੰਨਾ ਸਮਾਂ ਨਹੀਂ ਮਿਲਿਆ ਮੈਂ ਕਿਸੇ ਨਾਲ ਕਿਸੇ ਦੇ ਰਲ ਕੇ ਅਤੇ ਇਹ ਗੱਲ ਕਰ ਲਾਂ ਵੀ ਕੋਈ ਬਣਾ ਲਈਏ, ਆਪਣੀ ਜਥੇਬੰਦੀ ਬਣਾ ਲਈਏ। ਉਹ ਪਰਉਪਕਾਰ ਕਰਨ ਵਾਲੀ ਜਥੇਬੰਦੀ ਜੇ ਕੋਈ ਹੈਗੀ ਹੈ, ਉਹਦੇ 'ਚ ਵੀ ਮੈਂ ਹਿੱਸਾ ਨਹੀਂ ਲੈ ਸਕਿਆ। ਮੈਂ ਆਪਣੇ ਕਾਰੋਬਾਰ 'ਚ। ਜਿਵੇਂ ਵੀਰ ਜੀ ਭੁਪਿੰਦਰ ਹੁਣਾਂ ਨੇ ਦੱਸਿਆ ਸੀ ਕਿ 2015 'ਚ ਜਦੋਂ ਤੁਹਾਡੇ ਪਿੰਡ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਹੈ ਨਾ, ਤਾਂ ਉਸ ਵਕਤ ਉਹ ਕਹਿੰਦੇ ਵੀ ਸਾਨੂੰ ਆਪਣੇ ਲੋਕਾਂ 'ਤੇ ਇੰਨਾ ਯਕੀਨ ਸੀ, ਸਾਡੀ ਭਾਈਚਾਰਕ ਸਾਂਝ ਇੰਨੀ ਮਜ਼ਬੂਤ ਸੀ ਕਿ ਸਾਨੂੰ ਪਤਾ ਸੀ ਕਿ ਸਾਡੇ ਪਿੰਡ 'ਚੋਂ ਇਹ ਚੀਜ਼ ਨਹੀਂ ਹੋ ਸਕਦੀ, ਹੈ ਨਾ। ਤੁਸੀਂ ਉਸ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੋਊਗਾ, ਕਿਉਂਕਿ ਉਹਨਾਂ ਨੇ ਵੀ ਬਿਆਨ ਕੀਤਾ ਕਿ ਪਿੰਡ ਦਾ ਇਕੱਲਾ ਬੰਦਾ ਮਤਲਬ ਉਸ ਟਾਈਮ ਹੌਂਕਾ ਲੈ ਰਿਹਾ ਸੀ ਕਿ ਇਹ ਕੀ ਹੋਇਆ।
ਜਿਵੇਂ ਤੁਸੀਂ ਕਿਹਾ ਕਿ ਇਹੋ ਜਿਹੇ ਲੋਕ ਵੀ ਸਾਡੇ ਮੁਲਕ ਦੇ ਲੋਕ ਹੁੰਦੇ ਨੇ ਜਿਹੜੇ ਇਹੋ ਜਿਹੀਆਂ ਸਾਜ਼ਿਸ਼ਾਂ ਕਰਦੇ ਨੇ, ਹੈ ਨਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈਗਾ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਾਸ਼ਕ ਹਾਂ। ਮੈਂ ਪਾਠ ਕਰਦਾ ਹਾਂ, ਮੈਂ ਪਾਠ ਬਾਰੇ ਲੋਕਾਂ ਨੂੰ ਦੱਸ ਵੀ ਦਿੰਦਾ। ਮੈਂ ਪਾਠ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿੱਖਿਆਦਾਇਕ ਤੁਕਾਂ ਨੇ, ਹੈ ਜੀ, ਉਹਦੇ ਬਾਰੇ ਵੀ ਜ਼ਿਕਰ ਕਰ ਦਿੰਦਾ ਹੈ। ਲੇਕਿਨ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ, ਮੈਂ ਬੇਅਦਬੀ ਕਰ ਦੂੰਗਾ। ਉਹ ਬੰਦਾ ਬੇਅਦਬੀ ਕਰ ਦੂਗਾ ਜਿਹੜਾ ਉਹਨੂੰ ਮੰਨਦਾ, ਨਹੀਂ ਕਰ ਸਕਦਾ। ਸਾਡਾ ਪਿੰਡ ਜਿਹੜਾ ਹੈਗਾ ਉਹ ਮਾਨਵਵਾਦੀ ਹੈ ਪਹਿਲਾਂ ਤੋਂ ਹੀ। ਜਿਵੇਂ ਤੁਹਾਨੂੰ ਫਰੀਦਕੋਟ ਦੀ ਗੱਲ ਦੱਸੀ ਹੈ ਵੀ ਸਾਡੇ ਪਿੰਡ ਦੇ ਲੋਕ ਉਹਨਾਂ ਗੱਡਿਆਂ ਨੂੰ ਆਪ ਛੱਡ ਕੇ ਵਾਪਸ ਆਏ ਹੈ ਕਿ ਕੋਈ ਬੰਦਾ ਜਿਹੜਾ ਉਹਦਾ ਨੁਕਸਾਨ ਨਾ ਹੋ ਜਾਵੇ, ਔਰ ਹੋਇਆ ਵੀ ਨਹੀਂ ਹੈ। ਜਿੰਨੀ ਹੱਦ ਸੀ ਰਿਆਸਤ ਫਰੀਦਕੋਟ ਦੀ, ਇਹਦੇ ਵਿੱਚ ਕੋਈ ਨੁਕਸਾਨ ਬੰਦੇ ਦਾ ਹੋਇਆ ਵੀ ਨਹੀਂ ਹੈ, ਹੋਣ ਦਿੱਤਾ ਨਹੀਂ ਹੈ। ਸਾਰੇ ਲੋਕ ਜਿਹੜੇ ਸੀ ਇਹ ਸਾਕੇ ਸੀ, ਇਸ ਕਰਕੇ ਨਹੀਂ ਹੋਇਆ ਹੈ। ਸਾਡੇ ਪਿੰਡ ਦੇ ਲੋਕ ਜਦੋਂ ਕਦੇ ਇਹੋ ਜਿਹੀ ਗੱਲ ਹੁੰਦੀ ਹੈ ਉਹ ਤੋਂ ਪਾਸੇ ਹੋ ਜਾਂਦੇ ਨੇ। ਐਡਾ ਵੱਡਾ ਪਿੰਡ ਹੈ, ਜਦੋਂ ਕੋਈ ਗੜਬੜ ਵਾਲੀ ਗੱਲ ਹੁੰਦੀ ਹੈ, ਜਦੋਂ ਕੋਈ ਸ਼ਰਾਰਤ ਵਾਲੀ ਗੱਲ ਹੁੰਦੀ ਹੈ, ਪਿੰਡ ਦੇ ਲੋਕ ਇੰਨੇ ਸਿਆਣੇ ਨੇ ਕਿ ਉਹ ਉਸ ਗੱਲ ਨੂੰ ਹੀ ਛੱਡ ਕੇ ਪਾਸੇ ਹੋ ਜਾਂਦੇ ਨੇ। ਇੱਥੋਂ ਤੱਕ ਦੇਖਿਆ ਅਸੀਂ। ਇਲੈਕਸ਼ਨ ਹੁੰਦਾ ਸਾਡੇ, ਐਡਾ ਵੱਡਾ ਪਿੰਡ ਹੈ, ਮੇਰਾ ਖਿਆਲ 10,000 ਵੋਟ ਹੀ ਹੋਊਗੀ, 8-10 ਹਜ਼ਾਰ। ਵੋਟਾਂ ਵਾਲੇ ਦਿਨ ਤੱਕ ਐਂ ਲੱਗਦਾ ਵੀ ਲੜਾਈ ਹੋਊਗੀ, ਆਪਣਾ ਆਪਣਾ ਜ਼ੋਰ ਲਾਉਂਦੇ ਨੇ। ਲੇਕਿਨ ਜਿੱਦਾਂ ਵੋਟਾਂ ਪੈ ਜਾਂਦੀਆਂ ਉਹਦੇ ਇਕੱਠੇ ਬੈਠੇ ਹੁੰਦੇ, ਇੱਕ ਦਿਨ ਵੀ ਨਹੀਂ ਸਾਰ ਸਕਦੇ। ਇੰਨਾ ਮਤਲਬ ਜਿਹੜਾ ਹੈਗਾ ਇਕਜੁੱਟਤਾ ਹੈ ਪਿੰਡ ਦੀ। ਕੋਈ ਅਕਾਲੀ ਖੜ੍ਹਾ ਹੈ, ਕੋਈ ਕਾਂਗਰਸੀ ਖੜ੍ਹਾ ਹੈ, ਇਹਨਾਂ ਨਾਲ ਸੰਪਰਕ ਕੋਈ ਨਹੀਂ ਹੈ ਲੋਕਾਂ ਦਾ। ਲੋਕਾਂ ਦਾ ਤਾਂ ਜਿਹੜਾ ਹੈਗਾ ਉਹ ਆਪਸ ਵਿੱਚ ਦੀ ਪਿਆਰ ਹੈਗਾ, ਕਰਦੇ ਨੇ। ਔਰ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਜਿਹੜੀ ਹੈਗੀ ਹੈ, ਇਸ ਵਿੱਚ ਕੋਈ ਸਾਡੇ ਪਿੰਡ ਦਾ ਬੰਦਾ ਸ਼ਾਮਿਲ ਨਹੀਂ ਹੈ। ਮੈਂ ਕਹਿ ਸਕਦਾ, ਜੇ ਕੱਲ੍ਹ ਨੂੰ ਕੋਈ ਕਵਾਊਗਾ, ਕੱਲ੍ਹ ਨੂੰ ਪੁੱਛੂਗਾ ਕੋਈ, ਕੱਲ੍ਹ ਨੂੰ ਵੀ ਕਹਿ ਦੇਂਗੇ। ਹੁਣ ਤੱਕ ਵੀ ਇਹ ਗੱਲ ਕਹਿੰਦੇ ਰਹੇ ਵੀ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ। ਹਾਂਜੀ। ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ? ਲਿਖਣਾ ਤਾਂ ਮੈਂ 9ਵੀਂ 'ਚ ਸ਼ੁਰੂ ਕੀਤਾ ਸੀ, ਫਿਰ ਕੁਛ ਗੈਪ ਪੈ ਗਿਆ। 9ਵੀਂ ਦੇ ਵਿੱਚ ਮਾਸਟਰ ਸਵਰਨ ਸਿੰਘ ਪੰਜਾਬੀ ਟੀਚਰ ਭਵਾਨੀਗੜ੍ਹ ਤੋਂ ਸੀ। 9ਵੀਂ ਦੇ ਵਿੱਚ ਇਹ ਰਸਮ ਸੀਗੀ, ਉਦੋਂ ਵੀ 9ਵੀਂ ਵਾਲੇ 10ਵੀਂ ਵਾਲਿਆਂ ਨੂੰ ਪਾਰਟੀ ਕਰਦੇ ਸੀ। ਪਤਾ ਨਹੀਂ ਹੁਣ ਤੱਕ ਪਤਾ ਨਹੀਂ ਕਰਦੇ ਕਿ ਨਹੀਂ। ਅਸੀਂ 9ਵੀਂ ਸੀ, ਅਸੀਂ ਪਾਰਟੀ ਕਰਨੀ ਸੀ, ਅਤੇ ਗਿਆਨੀ ਸਵਰਨ ਸਿੰਘ ਜੀ ਕਹਿਣ ਲੱਗੇ ਵੀ ਤੂੰ ਕਵਿਤਾ ਲਿਖਣੀ ਹੈ। ਮੈਂ ਕਵਿਤਾ ਕਦੇ ਲਿਖੀ? ਮੈਂ ਨਹੀਂ, ਕਹਿੰਦੇ 4 ਲਾਈਨਾਂ ਲਿਖਦੀ ਕਵਿਤਾ, ਤੂੰ ਲਿਖਣੀ ਹੈ ਅਤੇ ਲਿਖ ਸਕਦਾ ਹੈ ਤੂੰ। ਮੇਰੀ ਖੁਸ਼ਕਿਸਮਤੀ ਇਹ ਰਹੀ ਹੈ, ਮੈਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਮਨੀਟਰ ਰਿਹਾ ਕਿ ਕੋਈ ਮਤਲਬ ਬਦਲਾ ਸ਼ਦਲੀ ਨਹੀਂ ਇਹਦੇ 'ਚ ਹੋਏਗੀ। ਮੈਂ ਹੀ ਮਨੀਟਰ ਹਾਂ ਮੇਰੀ ਜਮਾਤ ਦਾ। ਉਹ ਫਿਰ ਟੀਚਰ ਦਾ ਜਿਹੜਾ ਹੁੰਦਾ ਹੈ ਸੰਪਰਕ ਜ਼ਿਆਦਾ ਮਨੀਟਰ ਨਾਲ ਜ਼ਿਆਦਾ ਹੁੰਦਾ, ਉਹਨੂੰ ਕਹਿਣੀ ਹੁੰਦੀ ਗੱਲ, ਕਹਿ ਕੇ ਜਾਣੀ ਹੁੰਦੀ ਆ। ਆਪ ਜਾਣਾ ਤਾਂ ਕਹਿ ਕੇ ਜਾਣਾ, ਮਨੀਟਰ ਨੂੰ ਜਾਣਾ। ਮੈਨੂੰ ਕਹਿੰਦੇ ਵੀ ਤੂੰ ਕਵਿਤਾ ਲਿਖਣੀ ਹੀ ਲਿਖਣੀ ਹੈ, ਟੁੱਟੀ ਭੱਜੀ ਜਿਹੋ ਜਿਹੀ ਵੀ ਆਉਂਦੀ ਉਹ ਜਿਹੀ ਲਿਖਦੀ। ਮੈਂ ਕਿਹਾ ਚੰਗਾ। ਮੈਂ ਫਿਰ ਉੱਥੇ ਪਹਿਲੀ ਕਵਿਤਾ ਜਿਹੜੀ ਲਿਖੀ ਸੀ ਉਹ ਲਿਖੀ ਸੀ ਕਿ ਇਮਤਿਹਾਨ ਨੇ ਝੋਟੇ ਵਾਂਗੂ ਆ ਕੇ ਖੌਰੂ ਪਾਇਆ ਏ। ਹਾਂਜੀ, ਇਹ ਸੀ ਕਿਉਂਕਿ ਸੰਬੋਧਨ 10ਵੀਂ ਵਾਲਿਆਂ ਨੂੰ ਕਰਨਾ ਸੀ ਨਾ, ਫਿਰ ਉਹਦੇ ਵਿੱਚ ਸਾਰਾ ਕੁਛ ਹੀ ਹੋ ਗਿਆ। ਯਾਦ ਹੈ ਇੱਕ ਨਹੀਂ ਯਾਦ। ਕੁਛ ਜਿਹੜੀਆਂ ਸੀਗੀਆਂ ਜੀ ਕਵਿਤਾਵਾਂ, ਉਹ ਬਹੁਤ ਗਰਮ ਕਵਿਤਾਵਾਂ ਸਨ। ਗਰਮ ਕਵਿਤਾਵਾਂ ਸਨ, ਗਦਵਾ ਨਹੀਂ ਸਨ ਉਦੋਂ। ਗਦਵਾ ਦਾ ਧਿਆਨ ਨਹੀਂ, ਖਿਆਲ ਹੀ ਨਹੀਂ ਸੀ ਵੀ ਕੀ ਹੁੰਦੀ ਹੈ। ਅਤੇ ਉਹ ਮੈਨੂੰ ਚੰਗੀਆਂ ਨਹੀਂ ਲੱਗੀਆਂ। ਹੈ ਜੀ, ਰੋਮਾਂਟਿਕ ਜੀਆਂ ਸੀਗੀਆਂ ਅਤੇ ਮਤਲਬ ਮੈਨੂੰ ਚੰਗੀਆਂ ਨਹੀਂ ਲੱਗੀਆਂ। ਉਹ ਮੈਂ ਰਫਾ ਕਰਤੀਆਂ। ਉਦੋਂ ਮਗਰੋਂ ਫਿਰ ਮੈਂ ਇਹ ਲਿਖਣ ਲੱਗਿਆ ਮਾਨਵਵਾਦੀ ਕਵਿਤਾ। ਸੁਣਾਓਗੇ ਕੁਛ? ਹੈ ਜੀ, ਸੁਣਾਓਗੇ ਮੈਨੂੰ? ਹਾਂ ਸੁਣਾ ਦਿੰਦਾ। ਸੁਣਾਓ। ਕਿਹੋ ਜੀ? ਜਿਹੜੀ ਵੀ ਤੁਹਾਨੂੰ ਚੰਗੀ ਲੱਗੇ। ਮੈਨੂੰ ਤਾਂ ਸਾਰੀਆਂ ਚੰਗੀਆਂ। ਮਾਲੀ ਹੁੰਦਾ ਨਾ ਜਿਹੜਾ, ਉਹਦੇ ਫੁੱਲ ਜਿੰਨੇ ਲੱਗੇ ਹੁੰਦੇ ਸਾਰੇ ਪਿਆਰੇ ਹੁੰਦੇ, ਉਹਨੂੰ ਬਿਨਾਂ ਪਿਆਰ ਤੋਂ ਕੁਛ ਨਹੀਂ ਹੁੰਦਾ। ਇਸ ਕਰਕੇ ਮੈਨੂੰ ਤਾਂ ਸਾਰਾ ਹੀ ਚੰਗਾ ਲੱਗਦਾ ਜਿਹੜਾ ਕੋਈ ਲਿਖਿਆ। ਮੈਂ ਗਾ ਕੇ ਸੁਣਾਇਓ। ਤੁਸੀਂ ਗਾਉਂਦੇ ਸੋਹਣਾ, ਮੈਂ ਸੁਣਿਆ ਤੁਹਾਨੂੰ ਇੰਟਰਵਿਊ 'ਚ। ਹਾਂ ਗਾਉਂਦਾ ਰਿਹਾ। ਹੁਣ ਤਾਂ ਕਿਹੜਾ ਗਾਇਆ ਜਾਊ। ਸੋਹਣੀ ਸ਼ਬਦ ਹੁੰਦਾ ਨਾ ਜਿਹੜਾ, ਇਹ ਚੰਗਾ ਲੱਗਦਾ ਆਪਾਂ ਨੂੰ। ਹਰ ਚੀਜ਼ ਸੋਹਣੀ ਜਿਹੜੀ ਹੈਗੀ ਆਪਾਂ ਨੂੰ ਸੋਹਣੀ ਲੱਗਦੀ ਹੈ, ਆਪਣੇ ਮਨ ਨੂੰ ਭਾ ਜਾਂਦੀ ਹੈ।
ਉਹ ਸੋਹਣੀ ਮਤਲਬ ਸੋਹਣੀ ਚੀਜ਼ ਬਾਰੇ ਲਿਖਿਆ ਹੈ। ਹਾਂਜੀ। ਸ਼ੌ ਨੂੰ ਜੇ ਪਾ ਗਈ ਤਾਂ ਉਹ ਹੋਰ ਕਾਨ ਸੋਹਣੀ। ਗਲਾ ਚੱਲਦਾ ਨਹੀਂ ਗਾ। ਨਹੀਂ, ਬਹੁਤ ਸੋਹਣਾ ਗਾ ਹੋਰ ਰਹੇ ਹੋ। ਮਿੱਠਾ ਗਲਾ ਸੀਗਾ, ਬਹੁਤ ਪਿਆਰਾ ਗਲਾ ਸੀ। ਸ਼ੌ ਨੂੰ ਜੇ ਪਾ ਗਈ ਤਾਂ ਉਹ ਹੋਰ ਕਾਨ ਸੋਹਣੀ। ਜੋ ਬੋਲਦੀ ਹੈ ਮਿੱਠਾ ਲੱਗਦੀ ਜ਼ਬਾਨ ਸੋਹਣੀ। ਉੱਚੀ ਜਾਂ ਖੁੱਲੀ ਸੋਹਣੀ ਕਿੰਨੀ ਵੀ ਹੋਵੇ ਭਾਵੇਂ। ਸੁੱਚਾ ਜੇ ਵਣਜ ਹੋਵੇ ਹੁੰਦੀ ਦੁਕਾਨ ਸੋਹਣੀ। ਮਹਿਲਾਂ 'ਚ ਰਹਿੰਦਾ ਹੋਵੇ ਜਾਂ ਝੁੱਗੀਆਂ 'ਚ ਸੌਂਦਾ ਹੋਵੇ। ਸਾਧੂ ਦੇ ਕੋਲ ਸੱਚ ਜੇ ਅਸਲੀ ਪਛਾਣ ਸੋਹਣੀ। ਦਾਤੇ ਭਗਤ ਤੇ ਸੂਰੇ ਲੈਂਦੇ ਜਨਮ ਨੇ ਜਿਸ ਤੋਂ। ਉਹ ਹੀ ਜਾਣੀ ਜਾਂਦੀ ਜਨਨੀ ਮਹਾਨ ਸੋਹਣੀ। ਖੌਫੇ ਖੁਦਾ ਇਬਾਦਤ ਮੁਹੱਬਤ ਤੇ ਸ਼ੁਕਰਾਨਾ ਹੋਵੇ। ਖੌਫੇ ਖੁਦਾ ਇਬਾਦਤ ਮੁਹੱਬਤ ਤੇ ਸ਼ੁਕਰਾਨਾ ਹੋਵੇ। ਫਿਰ ਲੱਗਦੀਆਂ ਨੇ ਈਦਾਂ ਤੇ ਰਮਜ਼ਾਨ ਸੋਹਣੀ। ਨੇਰੇ ਤੂਫਾਨ ਚੀਰ ਕੇ ਪਿਆਰੇ ਨੂੰ ਮਿਲਣ ਖਾਤਰ ਕੱਚਿਆਂ ਤੇ ਠਿੱਲ ਪਈ ਸੀ ਜਾਨੀ ਦੀ ਜਾਨ ਸੋਹਣੀ। ਆਪਣੇ ਤੇ ਦੁਸ਼ਮਣਾਂ ਨੂੰ ਹੈ ਦੇਖਦਾ ਜੋ ਇੱਕੋ ਪਾਈ ਕਨਈਏ ਵਾਲੀ ਸਿੱਖੀਏ ਉਡਾਨ ਸੋਹਣੀ। ਮਨੁੱਖਤਾ ਦੀ ਰਾਹ 'ਤੇ ਚੱਲ ਕੇ ਜ਼ਿੰਦਗੀ ਬਣਾਈਏ ਐਸੀ ਹਰ ਇੱਕ 'ਤੇ ਅਸਰ ਛੱਡੇ ਦੋਵੇਂ ਜਹਾਨ ਸੋਹਣੀ। ਸ਼ੌ ਨੂੰ ਜੇ ਪਾ ਗਈ ਤਾਂ ਉਹ ਹੋਰ ਕਾਨ ਸੋਹਣੀ। ਬਹੁਤ ਸੋਹਣਾ ਲਿਖਦੇ ਹੋ ਤੁਸੀਂ। ਬਿਲਕੁਲ ਤੁਸੀਂ ਉਵੇਂ ਹੀ ਲਿਖਿਆ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਪਿਤਾ ਜੀ ਨੇ ਜਿਹੜੀ ਤੁਹਾਨੂੰ ਸਿੱਖਿਆ ਦਿੱਤੀ ਸੀ, ਹੈ ਨਾ। ਉਸੇ ਤਰ੍ਹਾਂ ਇਖਲਾਕ ਦੀਆਂ ਗੱਲਾਂ ਨੇ ਜਿਹੜੀਆਂ, ਕਿਰਦਾਰਾਂ ਦੀਆਂ ਗੱਲਾਂ ਤੁਹਾਡੀ ਲਿਖਤਾਂ। ਹਾਂਜੀ, ਬਸ ਉਹ ਜਦੋਂ ਉਹਨਾਂ ਦੀ ਸਿੱਖਿਆ ਗ੍ਰਹਿਣ ਕਰ ਲਈ ਜਾਂ ਮਨ ਦੇ ਵਿੱਚ ਵਸ ਗਈ, ਉਦੋਂ ਮਗਰੋਂ ਨਾ ਝੂਠ ਬੋਲਿਆ ਨਾ ਕਿਸੇ ਦਾ ਬੁਰਾ ਸੋਚਿਆ। ਉਹ ਐਂ ਕਹਿੰਦੇ ਹੁੰਦੇ ਸੀ ਬੁਰਾ ਕਰਨ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੈ, ਬੁਰਾ ਸੋਚਣਾ ਨਹੀਂ। ਜਿਵੇਂ ਤੁਸੀਂ ਇੰਨੇ ਸਾਲ ਦੇ ਹੋ ਕੇ ਵੀ ਆਪਣੇ ਬਾਪੂ ਜੀ ਦੀਆਂ ਗੱਲਾਂ ਨੂੰ ਯਾਦ ਰੱਖਿਆ ਹੋਇਆ, ਤੁਹਾਨੂੰ ਐ ਦੁੱਖ ਹੁੰਦਾ ਵੀ ਅੱਜ ਦੀ ਪੀੜ੍ਹੀ ਨਹੀਂ ਯਾਦ ਰੱਖਦੀ? ਲੱਗਦਾ ਫਰਕ ਪਤਾ ਨਹੀਂ ਰੱਖਦੀ। ਸਾਡਾ ਪਰਿਵਾਰ ਤਾਂ ਬਹੁਤ ਰੱਖਦਾ। ਸਾਡੇ ਪਰਿਵਾਰ ਜਿਹੜਾ ਹੈਗਾ ਉਹ ਬਜ਼ੁਰਗਾਂ ਨੂੰ ਬਹੁਤ ਪਿਆਰ। ਮੈਂ ਬਜ਼ੁਰਗਾਂ, ਮੇਰੇ ਬੱਚੇ ਤਾਂ ਸਾਰੇ ਜਿਹੜੇ ਦੋਤੇ ਪੋਤੇ ਸਭ ਜਿਹੜੇ ਹੈਗੇ ਸਭ ਪਿਆਰ ਕਰਦੇ। ਮੇਰੀ ਮੁਲਾਕਾਤ ਬੇਸ਼ੱਕ ਆਪਣਾ ਵਿਸ਼ਾ ਹੈ ਜਿਹੜਾ ਉਹ ਇੱਕ ਦੁਖਦਾਈ ਵਿਸ਼ਾ ਸੀ ਜੀ, ਪਰ ਫਿਰ ਵੀ ਬਹੁਤ ਚੰਗਾ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੀ ਤੰਦਰੁਸਤੀ ਦੇਖ ਕੇ, ਹੈ ਨਾ, ਇਸ ਚੀਜ਼ ਨੂੰ ਮੇਨਟੇਨ ਤੰਦਰੁਸਤੀ ਦਾ ਰਾਜ਼ ਹੈ। ਹਾਂਜੀ। ਸੈਰ ਬਹੁਤ ਕੀਤੀ ਮੈਂ, ਸਾਫ਼ ਖੁਰਾਕ ਖਾਧੀ ਹੈ। ਹਾਂਜੀ। ਦੋ ਗੱਲਾਂ, ਸੈਰ ਔਰ ਸਾਫ਼ ਖੁਰਾਕ, ਤੇ ਵਿਚਾਰ ਜਿਹੜੇ ਹੈਗੇ ਉਹਨਾਂ ਨੂੰ ਵੀ ਸਵੱਛ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ। ਧੰਨਵਾਦ ਬਹੁਤ ਬਹੁਤ, ਤੁਸੀਂ ਬਹੁਤ ਸੋਹਣੇ। ਜੀ ਆਇਆਂ ਨੂੰ ਤੁਹਾਨੂੰ, ਬਹੁਤ ਤੁਹਾਡੀ ਮਿਹਰਬਾਨੀ ਹੈ। ਇੰਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ, ਬੱਚੇ ਆਏ ਹੈ, ਬਹੁਤ ਮਿਹਰਬਾਨੀ ਤੁਹਾਡੀ। ਤੁਸੀਂ ਇਸ ਪੂਰੀ ਮੁਲਾਕਾਤ ਨੂੰ ਸੁਣਿਆ। ਉਮੀਦ ਹੈ ਕਿ ਤੁਸੀਂ ਆਪਣੇ ਮਨ ਨਾਲ ਕੁਝ ਵੀ ਤੈਅ ਕਰ ਸਕਦੇ ਹੋ, ਪਰ ਇਸ ਮੁਲਾਕਾਤ ਨੂੰ ਸੁਣਨ ਤੋਂ ਬਾਅਦ ਇਹ ਆਜ਼ਾਦੀ ਤੁਹਾਨੂੰ ਆਜ਼ਾਦੀ ਨਹੀਂ ਲੱਗੇਗੀ, ਤੁਹਾਨੂੰ ਉਜਾੜਾ ਲੱਗੇਗੀ। ਕੁਝ ਕੁ ਦਿਨ ਪਹਿਲਾਂ ਹਰਪ੍ਰੀਤ ਸਿੰਘ ਕਾਲੋ ਹੁਣਾਂ ਨੇ ਇੱਕ ਕਹਾਣੀ ਸਾਂਝੀ ਕੀਤੀ ਸੀ ਗੁਲਜ਼ਾਰ ਹੁਣਾਂ ਦੀ, ਜਿਹੜੀ ਕਿ ਉਸ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਏ ਇੱਕ ਪਰਿਵਾਰ ਦੀ ਹੈ, ਜਿਹੜਾ ਕਿ ਜਿਸ 'ਚ ਮਾਂ 2 ਬੱਚਿਆਂ ਨੂੰ ਜਨਮ ਦਿੰਦੀ ਹੈ ਅਤੇ ਉਹਨਾਂ ਵਿੱਚੋਂ ਇੱਕ ਬੱਚਾ ਮਰਿਆ ਹੁੰਦਾ ਹੈ।
ਉਹਨਾਂ ਦੇ ਨਾਲ ਆਉਣ ਵਾਲੇ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਇਸ ਬੱਚੇ ਨੂੰ ਤੁਸੀਂ ਰਾਵੀ 'ਚ ਵਹਾ ਦਿਓ, ਤੇ ਪਿਤਾ ਹੈ ਜਿਹੜਾ ਉਹ ਗਲਤੀ ਨਾਲ ਜਿਉਂਦੇ ਬੱਚੇ ਨੂੰ ਰਾਵੀ 'ਚ ਵਹਾ ਦਿੰਦਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਮੋਇਆ ਬੱਚਾ ਹੈ ਜਿਹੜਾ ਉਹ ਮਾਂ ਦੀ ਗੋਦ 'ਚ ਹੈ। ਇਸ ਚੀਜ਼ ਤੋਂ ਤੁਸੀਂ ਇਸ ਤਰਾਸਦੀ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸੋਹਣ ਸਿੰਘ ਸੀਤਲ ਹੁਣਾਂ ਦਾ ਨਾਵਲ ਤੂਤਾਂ ਵਾਲਾ ਖੂਹ ਪੜ੍ਹ ਸਕਦੇ ਹੋ, ਕੁਲਵੰਤ ਵਿਰਕ ਹੁਣਾਂ ਦੀ ਕਹਾਣੀ ਖੱਬਲ ਪੜ੍ਹ ਸਕਦੇ ਹੋ। ਬਹੁਤ ਸਾਰੀਆਂ ਕਿਤਾਬਾਂ ਨੇ ਜੋ ਇਸ ਸੰਤਾਪ ਦੇ ਉੱਪਰ ਲਿਖੀਆਂ ਗਈਆਂ ਨੇ। ਬਾਪੂ ਜੀ ਨੇ ਬੇਸ਼ੱਕ ਆਪਣੇ ਦੋ ਦੋਸਤਾਂ ਨੂੰ ਹੀ ਆਪਣੇ ਨਾਲੋਂ ਵੱਖ ਹੁੰਦੇ ਵੇਖਿਆ, ਪਰ ਫਿਰ ਵੀ ਇੰਨੇ ਵਰਿਆਂ ਦੀ ਉਮਰ ਤੋਂ ਬਾਅਦ ਵੀ ਉਹਨਾਂ ਦੇ ਮਨ 'ਚ ਉਹਨਾਂ ਦੇ ਚਿਹਰੇ ਉਸ ਤਰੀਕੇ ਨਾਲ ਹੀ ਉਕਰੇ ਹੋਏ ਨੇ। ਇਸ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਪਰਿਵਾਰ ਜਿਨ੍ਹਾਂ ਨੇ ਆਪਣੀ ਜਾਇਦਾਦ ਗਵਾਈ, ਆਪਣਿਆਂ ਨੂੰ ਗਵਾਇਆ, ਬਹੁਤ ਸਾਰੇ ਉਹ ਆਪਣੇ ਜਿਨ੍ਹਾਂ ਦੇ ਜਿਉਂਦੇ ਜਾਂ ਮੋਏ ਹੋਣ ਦਾ ਵੀ ਉਹਨਾਂ ਨੂੰ ਪਤਾ ਨਹੀਂ, ਤਾਂ ਇਸ ਚੀਜ਼ ਤੋਂ ਅਸੀਂ ਉਹਨਾਂ ਦੀ ਪੀੜ ਮਹਿਸੂਸ ਕਰ ਸਕਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਇਹ ਆਜ਼ਾਦੀ ਨਹੀਂ, ਇਹ ਉਜਾੜ ਆਏ, ਇਹ ਬਟਵਾਰਾ ਹੈ। ਜਦੋਂ ਵੀ ਅਸੀਂ 47 ਦੀ ਗੱਲ ਕਰਦੇ ਹਾਂ ਤਾਂ ਬਜ਼ੁਰਗਾਂ ਕੋਲ ਬੈਠਦੇ ਹਾਂ, ਜਦੋਂ ਉਹ ਦੱਸਦੇ ਨੇ ਆਪਣੇ ਘਰ-ਬਾਰ ਆਪਣਿਆਂ ਬਾਰੇ, ਤਾਂ ਉਸ ਪੀੜ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਸਿਆਸਤ ਲੋਕਾਂ ਨਾਲ ਕਿਹੋ ਜਿਹੀਆਂ ਖੇਡਾਂ ਖੇਡ ਰਹੀ ਹੈ। ਅਸਲ ਮੁਹੱਬਤ ਜਿਹੜੀ, ਜਿਵੇਂ ਇਹਨਾਂ ਨੇ ਦੱਸੀ ਕਿ ਉਸ ਵਕਤ ਸਨ 47 ਵੇਲੇ ਮਹਾਰਾਜਾ ਫਰੀਦਕੋਟ ਨੇ ਜਿਹੜੇ ਉਹਨਾਂ ਨੇ ਫਰਮਾਨ ਜਾਰੀ ਕੀਤਾ ਸੀ ਕਿ ਉਹਨਾਂ ਦੀ ਰਿਆਸਤ ਦੇ ਅੰਦਰ ਕਿਸੇ ਵੀ ਮੁਸਲਮਾਨ ਦਾ ਕਤਲ ਨਹੀਂ ਹੋਊਗਾ, ਤੇ ਉਹਨਾਂ ਨੂੰ ਸਲਾਮਤ ਆਪਣੇ ਆਪਣੇ ਟਿਕਾਣਿਆਂ 'ਤੇ ਪਹੁੰਚਾਉਣ ਲਈ ਉਹਨਾਂ ਨੇ ਲੋਕਾਂ ਨੂੰ ਅਰਜ਼ੋਈ ਕੀਤੀ ਸੀ। ਤੇ ਬਰਗਾੜੀ ਪਿੰਡ ਆ ਜਿਹੜਾ ਉਸ ਚੀਜ਼ ਦੀ ਇੱਕ ਵੱਡੀ ਉਦਾਹਰਣ ਹੈ। ਜਿਵੇਂ ਬਾਪੂ ਜੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਲੋਕ ਜਿਹੜੇ ਖੁਦ ਉਹ ਚਾਹੁੰਦੇ ਸੀ ਕਿ ਲੋਕ ਸਹੀ ਸਲਾਮਤ ਪਹੁੰਚ ਜਾਣ, ਉਹ ਆਪ ਉਹਨਾਂ ਨੂੰ ਸਲਾਮਤੀ ਨਾਲ ਤੋਰ ਰਹੇ ਸੀ। ਅਗਲੀ ਵਾਰ ਫਿਰ ਤੋਂ ਇੱਕ ਨਵੀਂ ਸ਼ਖਸੀਅਤ ਨਾਲ ਹਾਜ਼ਰ ਹੋਵਾਂਗੇ। ਉਮੀਦ ਹੈ ਤੁਹਾਨੂੰ ਇਹ ਮੁਲਾਕਾਤ ਪਸੰਦ ਆਏਗੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।